ਤਿੰਨ ਬੇਦੀਆਂ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਏ ਦੋਹਰਾ ਸ੍ਰੀ ਸਰਸਵਤੀ ਸਿਮਰਨੋ ਤੀਛਨ ਮਹਾ ਕੁਠਾਰ ਬਿਗਨ ਬ੍ਰਿਛ ਕੇ ਬਿਪਨ ਕੋ ਕਰਤ ਸੰਘਾਰ ਸੁਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਸਰਸਵਤੀ ਸਿਮਰਨੋ ਤੀਛਨ ਮਹਾ ਕੁਠਾਰ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰਧ ਧਿਆਏ 53। ਕਵੀ ਸੰਤੋਖ ਸਿੰਘ ਜੀ ਇਸ ਮੰਗਲ ਦੇ ਵਿੱਚ ਗੁਰਸਿੱਖਾਂ ਪਰਤ ਇੱਕ ਉਪਦੇਸ਼ ਕਰਦੇ ਹਨ ਕਿ ਪਰਮਾਤਮਾ ਦਾ ਸਿਮਰਨ ਕਿੰਨਾ ਜ਼ਰੂਰੀ ਹੈ। ਕਵੀ ਜੀ ਬੜਾ ਸੁੰਦਰ ਲਿਖਦੇ ਹਨ। ਦੋਹਰਾ ਸ੍ਰੀ ਸਰਸਵਤੀ ਸਿਮਰਨੋ। ਸ੍ਰੀ ਜੋ ਮਾਇਆ ਦਾ ਪਤੀ ਪਾਰ ਬ੍ਰਹਮ ਪਰਮੇਸ਼ਰ ਹੈ, ਜਿਹੜਾ ਕਿ ਗਿਆਨ ਦਾ ਵੀ ਪਤੀ ਹੈ, ਜੋ ਗਿਆਨ ਦਾ ਸਾਗਰ ਹੈ, ਜੋ ਗਿਆਨ ਦਾ ਸਰੂਪ ਹੈ, ਉਹ ਪਰਮੇਸ਼ਰ, ਉਸ ਦਾ ਸਿਮਰਨ ਕਰੋ। ਤੀਛਨ ਮਹਾ ਕੁਠਾਰ। ਪਰਮੇਸ਼ਰ ਦਾ ਸਿਮਰਨ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਕੋਈ ਤਿੱਖੀ ਕੁਠਾਰ ਜਾਂ ਕੁਹਾੜਾ ਐਕਸ ਹੁੰਦਾ ਹੈ। ਬਿਗਨ ਬ੍ਰਿਛ ਕੇ ਬਿਪਨ ਕੋ। ਬਿਗਨ ਜਿਹੜੀਆਂ ਕਿ ਕੋਈ ਬਿਗਨ ਪੈ ਜਾਣਾ, ਕੋਈ ਰੁਕਾਵਟ ਪੈ ਜਾਣੀ ਕੋਈ ਕਾਰਜ ਦੇ ਵਿੱਚ, ਜਾਂ ਕੋਈ ਕਾਰਜ ਨੇ ਜਿਹੜਾ ਹੈ ਖਰਾਬ ਹੋ ਜਾਣਾ, ਜਾਂ ਕੋਈ ਕਾਰਜ ਸਿਰੇ ਨਾ ਚੜ੍ਹਨਾ, ਉਹਦੇ ਪ੍ਰਤੀ ਕਹਿੰਦੇ ਬਿਰਛ। ਹੁਣ ਬਿਰਛ ਜਿਹੜੇ ਟਰੀਸ ਹੁੰਦੇ ਨੇ ਬਹੁਤ ਲੰਮੇ ਤਕੜੇ ਹੁੰਦੇ ਨੇ, ਸੋ ਉਹਨਾਂ ਦੀਆਂ ਜੜ੍ਹਾਂ ਵੀ ਬੜੀਆਂ ਡੂੰਘੀਆਂ ਹੁੰਦੀਆਂ ਹਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਬਿਗਨ ਵੀ ਐਸੇ ਹੀ ਹਨ ਜਿਹੜੇ ਕਿ ਪ੍ਰਾਲਬੱਧ ਕਰਮਾਂ ਦੇ ਕਰਕੇ ਉਹਨਾਂ ਦੀਆਂ ਜੜ੍ਹਾਂ ਕਈ ਜਨਮਾਂ ਤੱਕ ਜਿਹੜੀਆਂ ਹਨ ਜੁੜੀਆਂ ਹੁੰਦੀਆਂ ਨੇ। ਇਸ ਕਰਕੇ ਜਿਹੜੇ ਵਿਘਨ ਆਉਂਦੇ ਨੇ ਬੜੇ ਤਕੜੇ ਹੁੰਦੇ ਨੇ, ਇਹਨਾਂ ਨੂੰ ਕੱਟਣਾ, ਇਹਨਾਂ ਨੂੰ ਦੂਰ ਕਰਨਾ ਬੜਾ ਔਖਾ ਹੈ। ਇਸ ਪ੍ਰਕਾਰ ਕਰਕੇ ਕਵੀ ਜੀ ਕਹਿੰਦੇ ਹਨ, ਉਸ ਪਰਮੇਸ਼ਰ ਜੋ ਗਿਆਨ ਦਾ ਪਤੀ ਹੈ, ਜੋ ਗਿਆਨ ਦਾ ਸਰੂਪ ਹੈ, ਉਸ ਦਾ ਤੂੰ ਸਿਮਰਨ ਕਰ, ਕਿਉਂਕਿ ਉਸ ਦਾ ਸਿਮਰਨ ਹੀ ਉਹ ਕੁਠਾਰ, ਉਹ ਐਕਸ ਹੈ ਜਿਹੜਾ ਕਿ ਇਸ ਤਕੜੇ ਬ੍ਰਿਛ ਜੋ ਬਿਗਨ ਰੂਪ ਹਨ, ਕਰਤ ਸੰਘਾਰ ਸੁਧਾਰ। ਇਹਨਾਂ ਦਾ ਸੰਘਾਰ, ਇਹਨਾਂ ਨੂੰ ਕੱਟਣਾ, ਇਹਨਾਂ ਨੂੰ ਦੂਰ ਕਰਨਾ, ਉਹ ਗਿਆਨ ਰੂਪੀ ਕੁਠਾਰ ਦੇ ਨਾਲ ਹੀ ਤੂੰ ਬਿਗਨਾਂ ਨੂੰ ਦੂਰ ਕਰ ਸਕਦਾ ਹੈ, ਨਹੀਂ ਤਾਂ ਕੋਈ ਹੋਰ ਤਰੀਕਾ ਹੈ ਨਹੀਂ। ਇਸ ਪ੍ਰਕਾਰ ਕਰਕੇ ਗੁਰਸਿੱਖਾ ਤੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਗੁਰਮੰਤਰ ਦਾ ਸਿਮਰਨ ਕਰ, ਜਿਹਦੇ ਕਰਕੇ ਤੇਰੇ ਸਾਰੇ ਬਿਗਨ ਦੂਰ ਹੋ ਜਾਣ। ਚੌਪੇ ਬਹਰੋ ਕਿਤਕ ਬਿਤਾਇਓ ਕਾਲਾ। ਕੁਝ ਕੁ ਸਮਾਂ ਹੋਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਤੀਤ ਕੀਤਾ ਸ੍ਰੀ ਕਰਤਾਰਪੁਰ ਵਿਖੇ। ਸ੍ਰੀ ਨਾਨਕ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜੋ ਸ੍ਰਿਸ਼ਟ ਕਰਕੇ ਕਿਰਪਾ ਦੇ ਘਰ ਹਨ। ਇੱਕ ਦਿਨ ਅੰਗਦ ਸੰਗ ਬਖਾਨਾ। ਇੱਕ ਦਿਨ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਰਾਜ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਇਹ ਬਚਨ ਕੀਤੇ, ਤੁਮ ਅਬ ਗਮਨ ਹੋ ਆਪਨ ਸਥਾਨਾ। ਕਹਿੰਦੇ ਤੁਸੀਂ ਹੁਣ ਆਪਣੇ ਅਸਥਾਨ ਜੋ ਖਡੂਰ ਸਾਹਿਬ ਹੈ ਉਧਰ ਨੂੰ ਚਲੇ ਜਾਓ ਵਾਪਸ। ਇਹਾਂ ਨਾ ਰਹੀਏ ਆਇਸ ਇਹੀ। ਕਹਿਣਗੇ ਸਾਡੀ ਆਗਿਆ ਤਾਂ ਇਹੀ ਹੈ ਕਿ ਤੁਸੀਂ ਹੁਣ ਕਰਤਾਰਪੁਰ ਵਿੱਚ ਨਾ ਰਹੋ, ਕਿਉਂਕਿ ਤੁਹਾਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਹੈ। ਤੁਸੀਂ ਦੂਸਰੇ ਸਰੂਪ ਦੇ ਵਿੱਚ ਗੁਰੂ ਨਾਨਕ ਹੋ ਕੇ ਤੁਸੀਂ ਸਿੱਖਾਂ ਪ੍ਰਤੀ ਉਪਦੇਸ਼ ਕਰਨਾ ਹੈ। ਇਸ ਪ੍ਰਕਾਰ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਸੀਂ ਵਾਪਸ ਆਪਣੇ ਪਿੰਡ ਨੂੰ ਚਲੇ ਜਾਓ। ਸਮਾ ਸਮੀਪਤ ਜੋ ਨਿਜ ਦੇਹੀ। ਕਿਉਂਕਿ ਸਾਡਾ ਹੁਣ ਜੋਤੀ ਜੋਤ ਸਮਾਉਣ ਦਾ, ਆਪਣੇ ਨਿਜ ਸਰੂਪ ਵਿੱਚ ਸਮਾਉਣ ਦਾ ਸਮਾਂ ਨੇੜੇ ਆ ਗਿਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦਿਨ ਥੋੜੇ ਹੀ ਹਿਰਦੇ ਲਖੀਜੈ। ਦੇਖੋ ਕਹਿੰਦੇ ਆਪਣੇ ਹਿਰਦੇ ਵਿੱਚ ਇੱਕ ਗੱਲ ਜਾਣਨਾ ਕਰੋ ਕਿ ਥੋੜੇ ਦਿਨ ਹੀ ਬਾਕੀ ਰਹਿ ਗਏ ਹਨ। ਅਸੀਂ ਜੋਤੀ ਵਿੱਚ ਆਪਣਾ ਜੋਤ ਸਰੂਪ ਹੋ ਕੇ ਸਮਾ ਜਾਣਾ ਹੈ। ਗ੍ਰਾਮ ਖਡੂਰ ਪਿਆਨੋ ਕੀਜੈ। ਇਸ ਕਰਕੇ ਤੁਸੀਂ ਆਪਣੇ ਜੋ ਗ੍ਰਾਮ ਤੁਹਾਡਾ ਪਿੰਡ ਹੈ ਖਡੂਰ, ਉਸ ਖਡੂਰ ਸਾਹਿਬ ਨੂੰ ਤੁਸੀਂ ਵਾਪਸ ਚਲੇ ਜਾਓ। ਸੁਨ ਅੰਗਦ ਬੰਦੇ ਦੋਏ ਹੱਥ। ਉਸ ਵੇਲੇ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੋਨੋਂ ਹੱਥ ਆਪਣੇ ਜੋੜ ਕਰਕੇ ਬੋਲਿਓ ਬਚਨ ਲਾਏ ਪਦ ਮਾਥਾ। ਆਪਣਾ ਮੱਥਾ ਸਤਿਗੁਰਾਂ ਦੇ ਚਰਨਾਂ ਨਾਲ ਲਾਉਂਦਿਆਂ ਹੋਇਆਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬੇਨਤੀ ਕੀਤੀ, ਰਾਵਰ ਕੀ ਰਜਾਏ ਮਮ ਸੀਸਾ। ਪਾਤਸ਼ਾਹ ਜੀ ਆਪ ਜੀ ਦੀ ਜੋ ਰਜਾ ਹੈ, ਜੋ ਹੁਕਮ ਹੈ, ਆਦੇਸ਼ ਹੈ, ਅਸੀਂ ਆਪਣੇ ਸੀਸ ਤੇ ਰੱਖਦੇ ਹਾਂ। ਇੱਕ ਅਵਰ ਬੂਝੋ ਜਗਦੀਸਾ। ਮਹਾਰਾਜ ਜੀ ਇੱਕ ਅਵਰ ਕਹਿੰਦੇ ਇੱਕ ਮੈਨੂੰ ਸਵਾਲ, ਇੱਕ ਜਿਹੜਾ ਕੁਐਸਚਨ ਪੁੱਛਣ ਦੀ ਆਗਿਆ ਦਿਓ, ਜੋ ਆਪ ਜਗਤ ਦੇ ਈਸ਼ਵਰ ਹੋ। ਤਿਆਗਨ ਤਨ ਕੋ ਸਮਾਜੇ ਆਹੀ। ਮਹਾਰਾਜ ਜਦੋਂ ਆਪ ਜੀ ਨੇ ਜੋਤੀ ਵਿੱਚ ਜੋਤ ਸਰੂਪ ਹੋ
ਕੇ ਸਮਾਉਣਾ ਹੈ ਉਸ ਵਕਤ ਤਬ ਦਰਸੋਂ ਮੈਂ ਆਏ ਕੇ ਨਾਹੀ। ਪਾਤਸ਼ਾਹ ਜੀ ਉਸ ਵੇਲੇ ਮੈਂ ਆਵਾਂ ਕਿ ਨਾ ਆਵਾਂ? ਪਾਤਸ਼ਾਹ ਜੀ ਮੈਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆ ਸਕਦਾ ਹਾਂ ਜਾਂ ਨਹੀਂ ਆ ਸਕਦਾ? ਆਇਸ ਦੇਹੋ ਤਾਂ ਆਓ ਸਮੀਪਾ। ਮਹਾਰਾਜ ਜੇ ਤੁਸੀਂ ਆਗਿਆ ਦਿਓ ਤਾਂ ਮੈਂ ਤੁਹਾਡੇ ਕੋਲ ਜ਼ਰੂਰ ਆਵਾਂਗਾ। ਮੈਂ ਆਉਣਾ ਚਾਹੁੰਦਾ ਤੁਹਾਡੇ ਦਰਸ਼ਨਾਂ ਵਾਸਤੇ। ਸੁਣ ਬੋਲੇ ਬੇਦੀ ਕੁਲ ਦੀਪਾ। ਸੁਣ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਬੇਦੀ ਕੁਲ ਦੇ ਜਿਹੜੇ ਹਨ ਪ੍ਰਕਾਸ਼ਮਾਨ ਹਨ, ਜੋ ਬੇਦੀ ਕੁਲ ਨੂੰ ਉਜਾਗਰ ਕਰਨ ਵਾਲੇ ਹਨ, ਤੁਮ ਨਹਿ ਆਵੋ ਤਬ ਇਤ ਆਸਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਤੁਸੀਂ ਨਹੀਂ ਵਾਪਸ ਆਉਣਾ, ਤੁਸੀਂ ਉੱਥੇ ਖਡੂਰ ਸਾਹਿਬ ਵਿੱਚ ਰਹਿਣਾ ਹੈ। ਹਮ ਆਵਹਿੰਗੇ ਤੁਮਰੇ ਪਾਸਾ। ਅਸੀਂ ਤੁਹਾਡੇ ਕੋਲ ਆਪ ਹੀ ਆਵਾਂਗੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਵਾਅਦਾ ਕੀਤਾ ਗੁਰੂ ਅੰਗਦ ਸਾਹਿਬ ਜੀ ਨਾਲ ਕਿ ਅਸੀਂ ਤੁਹਾਨੂੰ ਮਿਲਣ ਵਾਸਤੇ ਆਵਾਂਗੇ। ਜਿਸ ਬਿਦ ਕੋ ਨਹਿ ਸਕਹਿ ਲਖਾਈ। ਪਰ ਇਹ ਤਰੀਕੇ ਨਾਲ ਤੁਹਾਨੂੰ ਆ ਕੇ ਮਿਲਾਂਗੇ ਜਿਹੜਾ ਤਰੀਕਾ ਕਿਸੇ ਤੋਂ ਬਿਆਨ ਨਹੀਂ ਹੋ ਸਕਦਾ। ਅਸੀਂ ਆਪਣੇ ਸਰੀਰ ਕਰਕੇ ਨਹੀਂ ਆਵਾਂਗੇ, ਪਰ ਤੁਹਾਨੂੰ ਮਿਲਣ ਵਾਸਤੇ ਜ਼ਰੂਰ ਆਵਾਂਗੇ। ਉਹ ਤਰੀਕਾ ਜਿਹੜਾ ਹੈ ਉਹ ਦੱਸਣਾ ਜਿਹੜਾ ਹੈ ਹੋ ਨਹੀਂ ਸਕਦਾ, ਕਿਉਂਕਿ ਅਸੀਂ ਉਹ ਸਰੂਪ ਵਿੱਚ ਆਵਾਂਗੇ ਜਿਹੜੇ ਸਰੂਪ ਵਾਸਤੇ ਕੋਈ ਅੱਖਰ ਹੀ ਨਹੀਂ ਬਣੇ ਹੁਣ ਤੱਕ ਬਿਆਨ ਕਰਨ ਵਾਲੇ, ਵੀ ਅਸੀਂ ਇੱਕ ਇਨਵਿਜ਼ੀਬਲ ਸਰੂਪ ਦੇ ਵਿੱਚ ਤੁਹਾਡੇ ਕੋਲ ਆਵਾਂਗੇ। ਜਿਉਂ ਤਬ ਆਏ ਮਿਲੈ ਤੁਜ ਤਾਈ। ਅਸੀਂ ਉਸ ਵੇਲੇ ਤੁਹਾਨੂੰ ਆ ਕੇ ਆਪ ਹੀ ਮਿਲਾਂਗੇ ਤੇ ਆਪ ਹੀ ਜਿਹੜਾ ਹਨ ਤੁਹਾਡੇ ਕੋਲ ਅਸੀਂ ਚੱਲ ਕੇ ਆਵਾਂਗੇ। ਸੁਨ ਕੈ ਸਰੌਣ ਬਚਨ ਜਗ ਗੁਰ ਕੇ। ਜਦੋਂ ਐਸੇ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਗੁਰੂ ਅੰਗਦ ਸਾਹਿਬ ਜੀ ਨੇ ਸੁਣੇ, ਚੱਲਿਓ ਨਾ ਚਹਿਤ ਨਿਕੇਤ ਵਿਛੁਰ ਕੇ। ਭਾਵੇਂ ਉਹਨਾਂ ਦਾ ਜੀ ਨਹੀਂ ਕਰਦਾ ਸਤਿਗੁਰਾਂ ਤੋਂ ਵਿਛੜ ਕਰਕੇ ਵਾਪਸ ਖਡੂਰ ਸਾਹਿਬ ਨੂੰ ਜਾਣ ਦਾ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ, ਕਿਉਂਕਿ ਗੁਰੂ ਅੰਗਦ ਸਾਹਿਬ ਜੀ ਤੋਂ ਵਿਛੋੜਾ ਨਹੀਂ ਸਹਿਆ ਜਾਂਦਾ। ਤਦ ਪਰ ਜਾਏ ਅਮੋਰ ਸੋ ਪ੍ਰਣ ਜਹੇ। ਪਰ ਅਮੋਰ ਹੈ ਗੁਰੂ ਦੀ ਆਗਿਆ, ਮੋੜੀ ਨਹੀਂ ਜਾਂਦੀ। ਕਿਵੇਂ ਮੋੜੀ ਜਾਵੇ? ਕਿਉਂਕਿ ਜਿਹੜਾ ਹਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹੀ ਪ੍ਰਣ ਰੱਖਿਆ ਹੈ ਵੀ ਗੁਰੂ ਦੀ ਆਗਿਆ ਤੋਂ ਕਿਤੇ ਉਲਟ ਨਹੀਂ ਜਾਣਾ, ਗੁਰੂ ਦੀ ਆਗਿਆ ਮੰਨਣੀ ਹੈ, ਭਾਵੇਂ ਕਿੰਨੀ ਵੀ ਕਠਨ ਕਿਉਂ ਨਾ ਹੋਵੇ। ਭਇਓ ਤਿਆਰ ਚਲਨ ਕੋ ਛਿਨਤ ਹੈ। ਉਸ ਵੇਲੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਵਾਪਸ ਮੁੜਨ ਵਾਸਤੇ ਤਿਆਰੀਆਂ ਕਰ ਲੀਆਂ। ਹੋਇ ਅਧੀਨ ਕਰ ਹੀ ਅਸਤਾੰਗੰ। ਬਹੁਤ ਅਧੀਨ ਹੋ ਕੇ, ਬਹੁਤ ਨਿਮਰਤਾ ਵਿੱਚ ਆ ਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਆਪਣਾ ਮੱਥਾ ਟਿਕਾ ਕੇ ਡੰਡੇ ਵੱਤ ਉਹਨਾਂ ਨੇ ਨਮਸਕਾਰ ਕੀਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ। ਬੰਦ ਹੈ ਚਰਨ ਕਵਲ ਅਨੁਰਾਗੰ। ਬਹੁਤ ਅਨੁਰਾਗੰ ਕਹਿਣਗੇ, ਬੜੇ ਪ੍ਰੇਮ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਹਨ ਚਰਨਾਂ ਤੇ ਮੱਥਾ ਟੇਕਦਾ ਹੈ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਪਰ ਆਪਣਾ ਮੱਥਾ ਨਹੀਂ ਚੁੱਕਦੇ। ਮਨ ਸੌਂਪਿਓ ਗੁਣ ਖਾਨੀ ਪਾਸੂ। ਦੇਖੋ ਆਪਣਾ ਮਨ ਤਾਂ ਗੁਰੂ ਦੇ ਚਰਨਾਂ ਵਿੱਚ ਸੌਂਪ ਦਿੱਤਾ ਹੈ, ਦੇ ਦਿੱਤਾ ਹੈ, ਭੇਟਾ ਚੜਾ ਦਿੱਤਾ ਹੈ ਮਨ ਨੂੰ। ਇਸ ਪ੍ਰਕਾਰ ਕਰਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਹੁਣ ਕੀ ਚੱਕਣ? ਉਹਨਾਂ ਕੋਲ ਕੁਝ ਹੈ ਹੀ ਨਹੀਂ ਵਾਪਸ ਲੈਣ ਵਾਸਤੇ, ਕਿਉਂਕਿ ਸਭ ਕੁਝ ਗੁਰੂ ਨੂੰ ਸੌਂਪ ਦਿੱਤਾ। ਤਨ ਗਮਨਿਓ ਜਿਤ ਦਿਸਾ ਅਵਾਸੂ। ਦੇਖੋ ਹੁਣ ਖਡੂਰ ਸਾਹਿਬ ਵੱਲ ਚੱਲ ਰਿਹਾ ਹੈ ਉਹ ਸਰੀਰ ਕਰਕੇ ਗੁਰੂ ਅੰਗਦ ਸਾਹਿਬ ਜੀ ਜਾ ਰਹੇ ਨੇ ਖਡੂਰ ਸਾਹਿਬ ਨੂੰ, ਪਰ ਮਨ ਤਾਂ ਗੁਰੂ ਨਾਨਕ ਦੇ ਚਰਨਾਂ ਵਿੱਚ ਹੀ ਟਿਕਿਆ ਹੋਇਆ ਹੈ। ਦੋਹਰਾ ਵਿਦਾ ਹੋਏ ਜਗ ਗੁਰੂ ਤੇ ਸ੍ਰੀ ਅੰਗਦ ਸੁਖ ਰਾਸ। ਸੁੱਖਾਂ ਦੀ ਰਾਸ, ਸੁੱਖਾਂ ਨੂੰ ਦੇਣ ਵਾਲੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਵਿਦਾ ਹੋ ਗਏ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ। ਕਰਤਾਰਪੁਰ ਤੋਂ ਹੁਣ ਤੁਰ ਪਏ ਹਨ। ਸਨੇ ਸਨੇ ਆਵਤ ਭਏ ਗ੍ਰਾਮ ਖਡੂਰ ਆਵਾਸ। ਸਨੇ ਸਨੇ ਹੌਲੀ ਹੌਲੀ ਚਲਦੇ ਚਲਦੇ ਖਡੂਰ ਸਾਹਿਬ ਵਿੱਚ ਪਹੁੰਚਦੇ ਹਨ ਗੁਰੂ ਅੰਗਦ ਸਾਹਿਬ ਜੀ। ਚੌਪੇ ਮਿਲਹਿ ਤਬ ਹੈ ਸਗਰੇ ਨਰ ਆਏ। ਉਸ ਵੇਲੇ ਗੁਰੂ ਅੰਗਦ ਸਾਹਿਬ ਜੀ ਦਾ ਆਉਣਾ ਸੁਣ ਕਰਕੇ ਸਾਰੇ ਖਡੂਰ ਸਾਹਿਬ ਦੇ ਵਾਸੀ ਜਿਹੜੇ ਹਨ ਉਹ ਆ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਮਿਲਦੇ ਹਨ। ਬੰਦ ਹੈ ਕੁਸਲ ਬੂਝ ਹਰ ਖਾਈ। ਆ ਕਰਕੇ ਮੱਥਾ ਟੇਕਦੇ ਹਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਸੁਖ ਸਾਂਦ ਵੀ ਪੁੱਛਦੇ ਹਨ। ਬਹੁਤ ਉਹਨਾਂ ਨੂੰ ਖੁਸ਼ੀ ਹੈ ਕਿ ਗੁਰੂ ਅੰਗਦ ਸਾਹਿਬ ਜੋ ਪਹਿਲਾਂ ਭਾਈ ਲਹਿਣਾ ਜੀ ਸਨ ਹੁਣ ਵਾਪਸ ਆ ਗਏ ਹਨ। ਜਥਾ ਜੋਗ ਆਦਰ ਸਭ ਹੀ ਕਾ। ਜਥਾ ਜੋਗ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇਖੋ ਨਿਮਰਤਾ ਦੇ ਪੁੰਜ ਹਨ। ਸਾਰੇ ਹੀ ਆਪਣੇ ਜਿਹੜੇ ਪੁਰਾਣੇ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਹਨ ਉਹਨਾਂ ਦਾ ਬੜਾ ਸਤਿਕਾਰ ਕਰਦੇ ਹਨ। ਗੁਰੂ ਅੰਗਦ ਸਾਹਿਬ ਜੀ ਨੇ ਇਹ ਨਾ ਸੋਚਿਆ ਕਿ ਮੈਂ ਹੁਣ ਗੁਰੂ ਹਾਂ, ਇਹਨਾਂ ਨੂੰ ਮੈਨੂੰ ਮੱਥਾ ਟੇਕਣਾ ਚਾਹੀਦਾ ਹੈ। ਫਿਰ ਵੀ ਨਿਮਰਤਾ ਵਿੱਚ ਆ ਕੇ ਸਾਰਿਆਂ ਦਾ ਜਿਹੜਾ ਹਨ ਸਤਿਕਾਰ ਕਰਦੇ ਹਨ ਆਪ। ਕਰਤ ਭਏ ਤੇਹਣ ਕੁਲ ਟੀਕਾ। ਦੇਖੋ ਐਸਾ ਤ੍ਰੇਹਨ ਕੁਲ ਦੇ ਜਿਹੜੇ ਟੀਕਾ ਹਨ, ਸ਼ਿੰਗਾਰ ਹਨ, ਜੋ ਜਿਹੜਾ ਹਨ ਤ੍ਰੇਹਨ ਕੁਲ ਦੇ ਜਿਹੜੇ ਕਰਾਉਨ ਹਨ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ
ਸਾਰਿਆਂ ਦੀ ਹੀ ਜਿਹੜਾ ਹਨ ਜਥਾ ਯੋਗ ਜਿਹੜਾ ਸਤਿਕਾਰ ਕਰਦੇ ਹਨ। ਸਗਰੀ ਕਲਾ ਬਿਸਾਲ ਦੁਰਾਈ। ਦੇਖੋ ਏਡੀ ਵੱਡੀ ਕਲਾ ਦੇ ਮਾਲਕ ਹਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਦੀਨ ਦੁਨੀ ਦੇ ਮਾਲਕ ਹਨ। ਅੱਜ ਉਹਨਾਂ ਨੂੰ ਉਹ ਗੁਰਿਆਈ ਮਿਲੀ ਹੈ ਜੋ ਸਾਰੇ ਹੀ ਸੰਸਾਰ ਨੂੰ ਬਣਾਉਣ ਵਾਲੀ, ਪਾਲਣ ਵਾਲੀ, ਖਤਮ ਕਰਨ ਵਾਲੀ ਹੈ। ਆ ਪਰਮੇਸ਼ਰ ਰੂਪ ਹੋ ਕੇ ਵੀ ਕਹਿੰਦੇ ਇੰਨੀ ਕਲਾ ਸ਼ਕਤੀ ਦੇ ਮਾਲਕ ਹੁੰਦਿਆਂ ਹੋਇਆਂ ਵੀ ਉਸ ਨੂੰ ਲੁਕੋ ਕੇ ਰੱਖਦੇ ਹਨ, ਦੁਰਾ ਕੇ ਛੁਪਾ ਕੇ ਰੱਖਦੇ ਹਨ, ਕਿਸੇ ਅੱਗੇ ਪ੍ਰਗਟ ਨਹੀਂ ਕਰਦੇ। ਨਹਿ ਕਿਸ ਤੇ ਸੰਗ ਕਬ ਹੈ ਜਨਾਈ। ਕਿਸੇ ਨੂੰ ਵੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਕਿਤੇ ਵੀ ਨਹੀਂ ਦੱਸਿਆ ਕਿ ਸਾਡੇ ਕੋਲ ਇੰਨੀਆਂ ਸ਼ਕਤੀਆਂ ਹਨ, ਵੀ ਅਸੀਂ ਇੰਨੀਆਂ ਸ਼ਕਤੀਆਂ ਦੇ ਮਾਲਕ ਹਾਂ। ਕਿਤੇ ਵੀ ਗੁਰੂ ਅੰਗਦ ਸਾਹਿਬ ਜੀ ਨੇ ਐਸੀ ਗੱਲ ਜਿਹੜੀ ਹੈ ਕਿਸੇ ਕੋਲ ਨਹੀਂ ਕੀਤੀ। ਜੋ ਹਿਰਦੇ ਕਰ ਬਹੁ ਜਗਿਆਸਾ। ਦੇਖੋ ਜੋ ਹਿਰਦੇ ਕਰ, ਜਿਹੜੇ ਕਿ ਮਹਾਰਾਜ ਦਾ ਦੇਖੋ ਉਹਨਾਂ ਦੀ ਮਨ ਦੀ ਅਵਸਥਾ ਬਾਰੇ ਜਿਹੜਾ ਹਨ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਉਹਨਾਂ ਦੀ ਮਨ ਦੇ ਵਿੱਚ ਹਜੇ ਵੀ ਜਗਿਆਸਾ ਹੈ, ਹਜੇ ਵੀ ਉਹ ਆਸਾ ਹੈ, ਹਜੇ ਵੀ ਉਹਨਾਂ ਦੇ ਮਨ 'ਚ ਗੁਰੂ ਨਾਨਕ ਦਾ ਸਤਿਕਾਰ ਹੈ, ਹਜੇ ਵੀ ਗੁਰੂ ਨਾਨਕ ਨੂੰ ਗੁਰੂ ਜਿਹੜਾ ਹਨ ਮੰਨਦੇ ਹਨ ਵੀ ਸਾਡੇ ਗੁਰੂ ਗੁਰੂ ਨਾਨਕ ਜੀ ਹਨ। ਸੋ ਐਸੇ ਪ੍ਰਕਾਰ ਕਰਕੇ ਉਹਨਾਂ 'ਚ ਜਗਿਆਸਾ ਹਜੇ ਵੀ ਜਾਗਦੀ ਹੈ। ਆਏ ਕਰ ਹੈ ਸੇਵਾ ਤਿਨ ਪਾਸਾ। ਤੇ ਫਿਰ ਜੋ ਵੀ ਕੋਈ ਸਿੱਖ ਆਉਂਦਾ ਹੈ ਜੋ ਜਗਿਆਸਾ ਨੂੰ ਧਾਰਨ ਕਰਕੇ ਗੁਰੂ ਅੰਗਦ ਸਾਹਿਬ ਜੀ ਦੀ ਆ ਕੇ ਸੇਵਾ ਕਰਦਾ ਹੈ, ਤਬ ਉਪਦੇਸ ਹੈ ਹਿਤ ਕਲਿਆਣਾ। ਫਿਰ ਉਹਨੂੰ ਉਪਦੇਸ਼ ਗੁਰੂ ਅੰਗਦ ਸਾਹਿਬ ਜੀ ਕਰਦੇ ਹਨ ਉਹਦੀ ਕਲਿਆਣ ਵਾਸਤੇ, ਉਸ ਨੂੰ ਲਿਬਰੇਟ ਕਰਨ ਵਾਸਤੇ। ਪਰੇ ਕੁਬੰਧਨ ਕਰ ਹੈ ਹਨ। ਦੇਖੋ ਜੋ ਸਿੱਖਾਂ ਦੇ ਕੁਬੰਧਨ ਹਨ, ਭੈੜੇ ਬੰਧਨ ਹਨ, ਖੋਟੇ ਕਰਮਾਂ ਕਰਕੇ, ਪਾਪਾਂ ਦੇ ਕਰਮਾਂ ਕਰਕੇ ਜੋ ਬੰਧਨ ਪੈ ਜਾਂਦੇ ਨੇ, ਜੋ ਕੁਬੰਧਨ ਹੁੰਦੇ ਨੇ, ਜੋ ਦੁਖਦਾਈ ਹੁੰਦੇ ਨੇ, ਉਹਨਾਂ ਨੂੰ ਦੂਰ ਕਰਦੇ ਹਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ। ਨਿਜ ਪ੍ਰਤਾਪ ਸੋ ਸਰਬ ਛਿਪਾਵਾ। ਪਰ ਆਪਣਾ ਪ੍ਰਤਾਪ, ਆਪਣੀ ਗਲੋਰੀ ਨੂੰ ਜਿਹੜਾ ਹੈ ਹਮੇਸ਼ਾ ਛੁਪਾ ਕੇ ਰੱਖਦੇ ਹਨ। ਸੂਰਜ ਮਨਹੁ ਬੀਚ ਘਟ ਪਾਵਾ। ਦੇਖੋ ਜਿਵੇਂ ਸੂਰਜ ਹੈ, ਜਿਵੇਂ ਕਾਲੀਆਂ ਘਟਾਵਾਂ ਦੇ ਪਿੱਛੇ ਜਾਂ ਜਿਹੜੀਆਂ ਹਨ ਕਾਲੇ ਬਦਲਾਂ ਦੇ ਪਿੱਛੇ ਸੂਰਜ ਲੁਕ ਜਾਂਦਾ ਹੈ, ਉਸਦੀ ਰੋਸ਼ਨੀ ਧਰਤੀ ਤੱਕ ਨਹੀਂ ਪਹੁੰਚਦੀ, ਪਰ ਸੂਰਜ ਜਿਹੜਾ ਹਨ ਪ੍ਰਕਾਸ਼ਮਾਨ ਹੁੰਦਾ ਹੈ। ਇਸੇ ਪ੍ਰਕਾਰ ਕਰਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀ ਕਲਾ ਨੂੰ ਲੁਕੋ ਕੇ ਰੱਖਦੇ ਹਨ ਤੇ ਪ੍ਰਚਾਰ ਤਾਂ ਇਹੀ ਕਰਦੇ ਨੇ ਵੀ ਗੁਰੂ ਨਾਨਕ ਹੀ ਹੈ ਸਭ ਕੁਝ। ਗੁਰੂ ਨਾਨਕ ਦੀ ਬਾਣੀ ਇਹ ਕਹਿੰਦੀ ਹੈ, ਇਹੀ ਪ੍ਰਚਾਰ ਗੁਰੂ ਅੰਗਦ ਦੇਵ ਜੀ ਕਰਦੇ ਨੇ ਤੇ ਇਹੀ ਅਰਦਾਸ ਵੀ ਗੁਰੂ ਨਾਨਕ ਦਾ ਨਾਮ ਲੈ ਕੇ ਹੀ ਕਰਦੇ ਹਨ। ਕਿਨਹੁ ਨਾ ਅਜਰ ਜਰਿਓ ਇਨ ਜੈਸੇ। ਦੇਖੋ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜਿਨ੍ਹਾਂ ਅਜਰ ਨੂੰ ਜਰਨ ਵਾਲੀ ਸ਼ਕਤੀ ਕਿਸੇ ਨੇ ਜਹਾਂ ਕੋਈ ਵੀ ਸਮੇਂ ਵਿੱਚ ਦੁਨੀਆ ਦੇ ਆ ਤੋਂ ਲੈ ਕੇ ਕਿਸੇ ਨੇ ਨਹੀਂ ਦੇਖੀ। ਇੰਨੀ ਅਜਰ ਨੂੰ ਜਰਨ ਵਾਲੀ ਸ਼ਕਤੀ ਹੈ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਵਿੱਚ। ਤੀਨ ਕਾਲ ਮਹਿ ਭਇਓ ਨਾ ਐਸੇ। ਦੇਖੋ ਤਿੰਨ ਕਾਲਾਂ ਵਿੱਚ, ਪਾਸਟ, ਪ੍ਰੈਜ਼ੈਂਟ ਐਂਡ ਫਿਊਚਰ ਦੇ ਵਿੱਚ ਕਿਤੇ ਵੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਵਰਗੇ ਕਿਤੇ ਨਹੀਂ ਕੋਈ ਹੋਵੇਗਾ। ਨਾ ਕੋਈ ਹੋਇਆ, ਨਾ ਕੋਈ ਹੈ, ਨਾ ਕੋਈ ਹੋਵੇਗਾ, ਕਿਉਂਕਿ ਇੰਨਾ ਅਜਰ ਨੂੰ ਜਰਨ ਦਾ ਜਿਹੜਾ ਹਨ ਹੌਸਲਾ ਜਿਹੜਾ ਹੈ ਕਿਸੇ ਵਿੱਚ ਵੀ ਨਹੀਂ ਹੈਗਾ ਜਿੰਨਾ ਗੁਰੂ ਅੰਗਦ ਸਾਹਿਬ ਜੀ ਨੇ ਛੁਪਾਇਆ ਹੈ। ਉਤਪਤ ਪਾਲਨ ਸਕਤ ਤੇ ਲੋਕਾਂ। ਦੇਖੋ ਕਿੰਨੀ ਸ਼ਕਤੀ ਹੈ, ਬਣਾਉਣ ਦੀ ਸ਼ਕਤੀ ਹੈ। ਉਹ ਚਾਹੇ ਤਾਂ ਇੱਕ ਨਿਮਕ ਵਿੱਚ ਦੁਨੀਆ ਨੂੰ ਖਤਮ ਕਰ ਦੇਣ, ਖਤਮ ਹੋਈ ਦੁਨੀਆ ਨੂੰ ਵਾਪਸ ਫੇਰ ਬਣਾ ਸਕਦੇ ਨੇ, ਫੇਰ ਪਾਲਣਾ ਕਰ ਸਕਦੇ ਨੇ, ਫੇਰ ਉਸ ਦਾ ਨਾਸ਼ ਕਰ ਸਕਦੇ ਹਨ। ਤੇ ਇੱਕ ਦੁਨੀਆ ਨਹੀਂ, ਤਿਰਲੋਕਮ, ਤਿੰਨੇ ਲੋਕ ਜਿਹੜੇ ਪਤਾਲ ਲੋਕ, ਮਾਤ ਲੋਕ, ਆਕਾਸ਼ ਲੋਕ ਜਿਹੜਾ ਹਨ, ਜਿਹੜੇ ਸਾਰਿਆਂ ਨੂੰ ਖਤਮ ਕਰ ਸਕਦੇ ਹਨ। ਸਿੰਧ ਸੁਕਤ ਮਹਿ ਸਭ ਜਨ ਰੋਕੰ। ਦੇਖੋ ਜਿਹੜਾ ਸਿੰਧ ਹੁੰਦਾ ਹੈ, ਮਾਨੋ ਕਹਿੰਦੇ ਸਮੁੰਦਰ ਹੀ ਉਹਨਾਂ ਨੇ ਇੱਕ ਛਿੱਪੀ ਵਿੱਚ, ਇੱਕ ਸ਼ੈਲ ਦੇ ਵਿੱਚ ਰੱਖਿਆ ਹੋਵੇ। ਕਿਸੇ ਨੇ ਸਾਰਾ ਸਮੁੰਦਰ ਲੈ ਕੇ ਇੱਕ ਸ਼ੈਲ ਦੇ ਵਿੱਚ ਪਾ ਲਿਆ ਹੋਵੇ। ਕਹਿੰਦੇ ਇਸ ਤਰ੍ਹਾਂ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਅਜਰ ਨੂੰ ਜਰਨ ਵਾਲੀ ਜਿਹੜੀ ਹੈ ਹੌਸਲਾ, ਉਹਨਾਂ ਦੀ ਹਿੰਮਤ। ਕਹਿੰਦੇ ਏਡਾ ਵੱਡਾ ਜਿਹੜੀ ਸ਼ਕਤੀ ਨੂੰ ਉਹਨਾਂ ਨੇ ਆਪਣੇ ਹਿਰਦੇ ਵਿੱਚ ਸਮਾਈ ਹੋਈ ਹੈ। ਮੁਸਤ ਬਿਖੈ ਨਭ ਸਭ ਲਿਆ ਜੈਸੇ। ਜਿਵੇਂ ਕਹਿੰਦੇ ਵੀ ਆਪਣੀ ਮੁੱਠੀ ਦੇ ਵਿੱਚ, ਜਿਵੇਂ ਕੋਈ ਸਾਰੇ ਆਕਾਸ਼ ਨੂੰ ਜਿਹੜਾ ਹੈ ਆਪਣੀ ਮੁੱਠੀ ਵਿੱਚ ਲੈ ਲਵੇ, ਜਿਵੇਂ ਸਾਰਾ ਹੀ ਆਕਾਸ਼ ਆਪਣੀ ਮੁੱਠੀ ਵਿੱਚ ਬੰਦ ਕਰ ਲਵੇ, ਇੰਨੀ ਸ਼ਕਤੀ ਹੈ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਅਜਰ ਨੂੰ ਜਰਨ ਵਾਲੀ। ਦੇਖੋ ਸ਼ਕਤੀ ਉਹਨਾਂ ਕੋਲ ਆਕਾਸ਼ ਜਿੰਨੀ ਵੱਡੀ ਹੈ, ਪਰ ਉਹਨਾਂ ਨੇ ਆਪਣੇ ਹਿਰਦੇ ਰੂਪੀ ਮੁੱਠੀ ਦੇ ਵਿੱਚ ਸਾਰੀ ਛੁਪਾ ਕੇ ਰੱਖੀ ਹੋਈ ਹੈ। ਇਸ ਬਿਦ ਰਹੇ ਸਦਨ ਨਿਜ ਬੈਸੇ। ਇਸ ਪ੍ਰਕਾਰ ਕਰਕੇ ਖਡੂਰ ਸਾਹਿਬ ਦੇ ਵਿੱਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਰਹਿੰਦੇ ਹਨ। ਤਿਨ ਕੇ ਸ੍ਰੀ ਪਦ ਪੰਕਜ ਤਾਈ। ਤਿਨ ਕੇ
ਕਵੀ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਐਸੇ ਚਰਨਾ ਕਵਲਾਂ ਦੇ ਉੱਤੇ ਕਵ ਸੰਤੋਖ ਸਿੰਘ ਬੰਧਨ ਗਾਏ। ਇਹ ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਬੰਦਨਾ ਕਰਦਾ, ਮੈਂ ਮੱਥਾ ਟੇਕਦਾ ਹਾਂ ਐਸੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ। ਤੇ ਪਛਾਤ ਜੋ ਭਇਓ ਪ੍ਰਸੰਗਾ। ਤੇ ਪਛਾਤ ਹੁਣ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਖਡੂਰ ਸਾਹਿਬ ਜਾਣ ਤੋਂ ਬਾਅਦ ਜਿਹੜਾ ਪ੍ਰਸੰਗ ਹੁਣ ਸ੍ਰੀ ਕਰਤਾਰਪੁਰ ਵਿੱਚ ਹੋਇਆ ਉਹ ਅੱਗੇ ਸੁਣੋ। ਸੁਨੋ ਸਰੋਤਾ ਸੰਗ ਉਮੰਗਾ। ਇਹ ਸਰੋਤਾ ਜਨੋ ਹੁਣ ਉਹ ਪ੍ਰਸੰਗ ਸੁਣੋ ਸ੍ਰੀ ਕਰਤਾਰਪੁਰ ਵਾਲਾ। ਸ੍ਰੀ ਨਾਨਕ ਜਸਤੇ ਨਾ ਉਚਾਟੋ। ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਸ ਤੋਂ ਉਚਾਟ ਨਾ ਹੋ। ਕਿਤੇ ਜਿਹੜਾ ਹੈ ਉਚਾਟ ਦਾ ਮਤਲਬ ਹੁੰਦਾ ਵੀ ਆਨੰਦ ਦੇ ਵਿੱਚ ਕੋਈ ਬੈਠਾ ਹੋਵੇ ਉਹਨੂੰ ਠਾਇਆ ਜਾਵੇ, ਉਚਾਟ ਹੋ ਜਾਂਦਾ ਹੈ। ਕਹਿੰਦੇ ਉਚਾਟ ਨਾ ਹੋ, ਆਪਾਂ ਫੇਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਸ ਕਰਦੇ ਹਾਂ। ਸੁਨ ਸੁਨ ਸਦਾ ਬੰਦ ਨਿਜ ਕਾਟੋ। ਦੇਖੋ ਕਹਿੰਦੇ ਉਹ ਜਸ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਜਿਹਨੂੰ ਸੁਣ ਕਰਕੇ ਸਾਰੇ ਬੰਧਨ ਕੱਟੇ ਜਾਂਦੇ ਨੇ। ਇੱਥੋਂ ਤੱਕ ਕਿ ਮੌਤ ਦਾ ਬੰਧਨ ਵੀ ਕੱਟਿਆ ਜਾਂਦਾ ਹੈ। ਕੋ ਬੰਧਨ ਜਿਹੜੇ ਹੁੰਦੇ ਨੇ ਨੇੜੇ ਨਹੀਂ ਆਉਂਦੇ। ਇਸ ਪ੍ਰਕਾਰ ਕਰਕੇ ਗੁਰੂ ਨਾਨਕ ਦਾ ਜਸ ਉਹਨਾਂ ਦੀ ਪ੍ਰੇਸ ਕਰਨੀ ਬਹੁਤ ਜ਼ਰੂਰੀ ਹੈ ਜੇ ਆਪਾਂ ਚਾਹੁੰਦੇ ਹਾਂ ਸੁਖੀ ਹੋਣ ਵਾਸਤੇ। ਸ੍ਰੀ ਜਗ ਗੁਰ ਕੋ ਜਹ ਦਰਬਾਰਾ। ਸ੍ਰੀ ਜਿਹੜਾ ਹਨ ਸ੍ਰੀ ਜਗ ਗੁਰ ਕਹਿੰਦੇ ਜੋ ਜਗਤ ਦੇ ਗੁਰੂ ਹਨ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਦਰਬਾਰ ਜੋ ਧਰਮਸ਼ਾਲਾ ਵਿੱਚ ਹੈ। ਉਤੋਂ ਅਗਾਰੀ ਚਲ ਦਲ ਭਾਰਾ। ਉਸ ਦੇ ਅੱਗੇ ਇੱਕ ਪਿੱਪਲ ਦਾ ਦਰਖਤ ਹੈ, ਬਹੁਤ ਭਾਰਾ ਦਰਖਤ ਹੈ ਵੱਡਾ। ਸਗਨ ਛਾਓ ਸੋਭਤ ਰਮਣੀਕਾ। ਉਥੇ ਛਾਂ ਜਿਹੜੀ ਹੈ ਬਹੁਤ ਵਧੀਆ ਛਾਂ ਹੈ, ਬਹੁਤ ਹੀ ਗੂੜੀ ਛਾਂ ਹੈ ਤੇ ਉਸ ਦੇ ਥੱਲੇ ਬੈਠ ਕਰਕੇ ਆਰਾਮ ਕਰਨ ਵਾਸਤੇ ਬਹੁਤ ਆਨੰਦਮਈ ਹੈ। ਤਹ ਬੈਠੇ ਹੈ ਬੇਦੀ ਕੋ ਲਟਾਕਾ। ਉੱਥੇ ਬੈਠੇ ਸਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇੱਕ ਵਾਰ। ਕਿਰਪਾ ਭਰੇ ਦਵੈ ਨੈਣ ਰਸੀਲੇ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੈਣ ਅੱਖਾਂ ਹਨ ਉਹ ਕਿਰਪਾ ਦੀਆਂ ਭਰੀਆਂ ਹੋਈਆਂ ਹਨ। ਜੇ ਇੰਨੀ ਜਿਹੜਾ ਹਨ ਇੰਨਾ ਜਿਹੜਾ ਆਨੰਦ ਦੇਣ ਵਾਲੀਆਂ ਨੇ, ਜਿਹਦੇ ਵੱਲ ਵੀ ਗੁਰੂ ਨਾਨਕ ਸਾਹਿਬ ਜੀ ਦੇਖਦੇ ਨੇ, ਆਪਣੀ ਕਿਰਪਾ ਕਰਕੇ ਆਨੰਦ ਉਹਨਾਂ ਦੇ ਹਿਰਦੇ ਵਿੱਚ ਵਸਾ ਦਿੰਦੇ ਹਨ। ਕਲੋਖ ਨਿਕੰਦਨ ਦੇਖ ਛਬੀਲੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਾਪਾਂ ਨੂੰ ਕੱਟਣ ਵਾਲੇ ਨੇ। ਕੋਈ ਪਾਪ ਨਹੀਂ ਰਹਿੰਦਾ ਜਿਹਦੇ ਵੱਲ ਗੁਰੂ ਨਾਨਕ ਸਾਹਿਬ ਜੀ ਇੱਕ ਵਾਰ ਦੇਖ ਲੈਂਦੇ ਹਨ। ਸੋ ਐਸੇ ਛਬੀਲੇ ਸੁੰਦਰ ਨੈਣ ਅੱਖਾਂ ਹਨ ਸਤਿਗੁਰਾਂ ਦੀਆਂ। ਤਤ ਗਿਆਨ ਮੈਂ ਕੋਮਲ ਬੋਲਾ। ਦੇਖੋ ਤਤ ਗਿਆਨ ਮੈਂ, ਤਤ ਗਿਆਨ ਜਿਹੜਾ ਤਤ ਗਿਆਨ ਪਰਮੇਸ਼ਰ ਦਾ ਗਿਆਨ ਹੈ, ਉਸ ਦੇ ਵਿੱਚ ਜਿਹੜਾ ਕੋਮਲ ਬੋਲਾ ਮਹਾਰਾਜ ਦਾ ਇੱਕ ਇੱਕ ਬਚਨ ਆਤਮ ਗਿਆਨ ਹੈ। ਮਹਾਰਾਜ ਦਾ ਇੱਕ ਇੱਕ ਬਚਨ ਅਲਟੀਮੇਟ ਨੌਲੇਜ ਹੈ ਜਿਹੜਾ ਕਿ ਆਪਣੇ ਸਵੈ ਸਰੂਪ ਦੀ ਪਹਿਚਾਣ ਵਾਸਤੇ ਹੁੰਦਾ ਹੈ, ਜੋ ਕਿ ਪਰਮੇਸ਼ਰ ਨੂੰ ਸਾਖਸ਼ਾਤ ਕਰਨ ਵਾਲਾ ਹੈ। ਐਸਾ ਸਤਿਗੁਰਾਂ ਦਾ ਇੱਕ ਇੱਕ ਬਚਨ ਹੈ। ਸਰੌਣ ਸੁਨਾਵਹਿ ਮధుਰ ਅਮੋਲਾ। ਦੇਖੋ ਸਰੌਣ ਜੋ ਕੰਨਾਂ ਦੇ ਨਾਲ ਜੋ ਕਿ ਸੁਣਨ ਕਰਕੇ ਜਿਹੜਾ ਹੈ ਬੜਾ ਹੀ ਜਿਹੜਾ ਹੈ ਮਿਠਾਸ ਜਿਹੜੀ ਜਿਹੜਾ ਹਨ ਮధుਰ ਅਮੋਲਾ, ਇੰਨੀ ਮਿਠਾਸ ਪੈਦਾ ਹੁੰਦੀ ਹੈ ਹਿਰਦੇ ਵਿੱਚ ਜਿਹੜੇ ਕਿ ਜਨਮਾਂ ਜਨਮਾਂਤਰਾਂ ਦੀ ਮੈਲ ਨੂੰ ਲਾ ਕੇ ਰੱਖ ਦਿੰਦੀ ਹੈ। ਸੰਗ ਅਰੰਭੇ ਸਿੱਖ ਜੇ ਪਲਾਏ। ਦੇਖੋ ਜਿਹੜੇ ਸਿੱਖ ਸਨ ਆਪ ਜੀ ਨੇ ਪਿਛਲੀਆਂ ਪ੍ਰਸੰਗਾਂ ਵਿੱਚ ਸੁਣਿਆ ਹੈ, ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧਾਨਕ ਰੂਪ ਧਾਰਨ ਕੀਤਾ ਸੀ ਸ਼ਿਕਾਰੀ ਵਾਲਾ, ਉਸ ਵੇਲੇ ਬੜੇ ਸਿੱਖ ਜਿਹੜੇ ਸਨ ਕਰਤਾਰਪੁਰ ਨੂੰ ਛੱਡ ਕੇ ਚਲੇ ਗਏ ਸਨ। ਸੋ ਸੁਨ ਪਰਖਣ ਬਿਦ ਪਛਤਾਏ। ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਗੁਰੂ ਨਾਨਕ ਸਾਹਿਬ ਜੀ ਨੇ ਉਹ ਤਾਂ ਸਰੂਪ ਜਿਹੜਾ ਧਾਰਨ ਕੀਤਾ ਸੀ ਇੱਕ ਟੈਸਟ ਸੀਗਾ, ਇੱਕ ਜਿਹੜਾ ਹੈ ਮਹਾਰਾਜ ਨੇ ਇੱਕ ਜਿਹੜਾ ਹੈ ਐਸਾ ਜਿਹੜਾ ਹੈ ਪਰਖਣ ਵਾਸਤੇ, ਸਿੱਖੀ ਨੂੰ ਪਰਖਣ ਵਾਸਤੇ ਐਸਾ ਜਿਹੜਾ ਹੈ ਪਲੇ ਆਰੰਭਿਆ ਸੀ। ਤੇ ਜਦੋਂ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਿਆ ਉਹ ਤਾਂ ਬੜੇ ਪਛਤਾਏ ਕਿ ਅਸੀਂ ਤਾਂ ਫੇਲੇ ਹੋ ਗਏ। ਬਾਹਰੋਂ ਆਏ ਹਜੂਰ ਅਗਾਰੀ। ਫੇਰ ਉਹਨਾਂ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ, ਪਛਤਾਵਾ ਆਇਆ, ਉਹ ਵਾਪਸ ਫੇਰ ਕਰਤਾਰਪੁਰ ਵਿੱਚ ਆਏ। ਉਹ ਗੁਰਸਿੱਖ ਨਿਜ ਔਗਣ ਸੰਗ ਬਿਨੈ ਉਚਾਰੀ। ਉਹਨਾਂ ਨੇ ਆਪਣੇ ਔਗਣਾ ਵਾਸਤੇ ਬਖਸ਼ਾਉਣ ਵਾਸਤੇ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ। ਬਖਸ਼ਾਵ ਹੈ ਅਰ ਪਾਸ ਰਹੇ ਹੀ। ਬਖਸ਼ਾਵੇ, ਉਹਨਾਂ ਨੇ ਬਖਸ਼ਾਇਆ ਆਪਣਾ ਪਾਪ, ਉਹਨਾਂ ਨੇ ਬਖਸ਼ਾਇਆ ਆਪਣੀ ਢਲਿਆਈ, ਉਹਨਾਂ ਨੇ ਬਖਸ਼ਾਇਆ ਆਪਣੀ ਬੇਮੁਖਤਾ ਜੋ ਗੁਰੂ ਨੂੰ ਛੱਡ ਕੇ ਚਲੇ ਗਏ ਸਨ। ਸੋ ਮਹਾਰਾਜ ਤੋਂ ਮੁਆਫੀਆਂ ਲੈ ਕੇ ਤੇ ਮਹਾਰਾਜ ਦੇ ਕੋਲੇ ਰਹਿਣ ਲੱਗ ਪਏ। ਫਿਰ ਸੇਵਹਿ ਚਰਨ ਕਮਲ ਸੁਖ ਲੇਹੀ। ਹੁਣ ਸੁਖ ਲੈਣ ਵਾਸਤੇ ਸਤਿਗੁਰਾਂ ਦੀ ਚਰਨਾਂ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਹਨ ਉਹ ਗੁਰਸਿੱਖ। ਸ਼ਬਦ ਅਭਿਆਸ ਹੋਤ ਨਿਤ ਭਾਰੀ। ਸ਼ਬਦ ਦਾ ਅਭਿਆਸ ਰਾਤ ਦਿਨ ਹਰ ਵੇਲੇ ਹੁੰਦਾ ਹੈ ਸ੍ਰੀ ਕਰਤਾਰਪੁਰ ਵਿੱਚ। ਗਾਏ ਸਪ੍ਰੇਮ ਹੈ ਅਰਥ ਵਿਚਾਰੀ। ਦੇਖੋ ਜਿਹੜੇ ਰਾਗੀ ਸਿੰਘ ਹਨ ਉਹ ਕੀਰਤਨ ਕਰਦੇ ਹਨ, ਰਸ
ਰਸੀਲੀ ਆਵਾਜ਼ ਦੇ ਵਿੱਚ ਰਾਗਾਂ ਦੇ ਵਿੱਚ ਬੜੇ ਸੁੰਦਰ ਸੁੰਦਰ ਜਿਹੜੇ ਹਨ ਸ਼ਬਦਾਂ ਦਾ ਕੀਰਤਨ ਕਰਦੇ ਨੇ ਤੇ ਫਿਰ ਉਹਨਾਂ ਦੇ ਅਰਥ ਦਾ ਵੀ ਵਿਚਾਰ ਕਰਦੇ ਹਨ। ਤੁਰਕਨ ਮਹਿ ਮਹਿਮਾ ਬਹੁ ਜਾਗੀ। ਦੇਖੋ ਖਾਸ ਕਰਕੇ ਮੁਸਲਮਾਨਾਂ ਦੇ ਵਿੱਚ, ਕਿਉਂਕਿ ਇਲਾਕਾ ਉਧਰਲਾ ਸੀਗਾ, ਬਹੁਤ ਜ਼ਿਆਦਾ ਮੁਸਲਮਾਨ ਸਨ। ਸੋ ਮੁਸਲਮਾਨ ਜਿਹੜੇ ਤੁਰਕ ਲੋਕ ਸਨ, ਇਹ ਮੁਸਲਮਾਨਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਹੁਤ ਜਸ ਵਧਿਆ, ਬਹੁਤ ਜ਼ਿਆਦਾ ਪ੍ਰਚਾਰ ਮੁਸਲਮਾਨਾਂ ਵਿੱਚ ਹੋਇਆ। ਆ ਮਹਿ ਦਰਸ ਕਰਹਿ ਬੜ ਭਾਗੀ। ਇਹ ਮੁਸਲਮਾਨ ਜਿਹੜੇ ਹਨ ਉਹ ਆਉਂਦੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ, ਤੇ ਆ ਕੇ ਆਪਣੇ ਆਪ ਦੇ ਜਿਹੜੇ ਹਨ ਵੱਡੇ ਭਾਗੇ ਬਣਦੇ ਹਨ। ਇਹਨਾਂ ਦੇ ਭਾਗ ਵੱਡੇ ਹੋ ਜਾਂਦੇ ਹਨ ਸਤਿਗੁਰਾਂ ਨੂੰ ਮਿਲ ਕਰਕੇ। ਜਦੋਂ ਇੱਛਾ ਜਾਗਦੀ ਹੈ ਉਹ ਭਾਗੀਆਂ ਦੀ ਨਿਸ਼ਾਨੀ ਹੈ। ਸੁਨ ਹੈ ਸ਼ਬਦ ਕਰ ਪ੍ਰੇਮ ਵਿਸਾਲਾ। ਉਹ ਵੀ ਆ ਕੇ ਪ੍ਰੇਮ ਨਾਲ ਧਰਮਸ਼ਾਲਾ ਵਿੱਚ ਬਹਿ ਕਰਕੇ ਕੀਰਤਨ ਸੁਣਦੇ ਹਨ, ਸ਼ਬਦਾਂ ਦੇ ਅਰਥ ਸੁਣਦੇ ਹਨ। ਤਿੰਨ ਕੀ ਕਰ ਹੈ ਕਲਿਆਣ ਕਿਰਪਾਲਾ। ਉਹਨਾਂ ਦੀ ਵੀ ਕਲਿਆਣ, ਉਹਨਾਂ ਦੀ ਵੀ ਮੁਕਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੀ ਉਹ ਮੁਸਲਮਾਨਾਂ ਦੀ। ਦੇਸ ਵਿਦੇਸਨ ਤੇ ਚਲ ਆਵਹਿ। ਦੇਸਾਂ ਪ੍ਰਦੇਸ਼ਾਂ ਤੋਂ ਸਾਰੇ ਹੀ ਆਉਂਦੇ ਹਨ ਚੱਲ ਕਰਕੇ। ਪਦ ਪੰਕਜ ਪਰ ਸੀਸ ਝੁਕਾਵਹਿ। ਮਹਾਰਾਜ ਦੇ ਚਰਨ ਕਮਲਾਂ ਤੇ ਆ ਕੇ ਮੱਥਾ ਜਿਹੜਾ ਹਨ ਟਿਕਾਉਂਦੇ ਹਨ, ਮੱਥਾ ਟੇਕਦੇ ਹਨ। ਦਰਸ਼ਨ ਕਰਹਿ ਥਾਪ ਹੈ ਨਿਜ ਪੀਰ। ਦੇਖੋ ਜਿਹੜਾ ਹਨ ਸਤਿਗੁਰਾਂ ਦੇ ਦਰਸ਼ਨ ਕਰਕੇ ਸਤਿਗੁਰਾਂ ਨੂੰ ਆਪਣਾ ਪੀਰ ਬਣਾਉਂਦੇ ਹਨ ਇਹ ਮੁਸਲਮਾਨ ਲੋਕ। ਕਹਿੰਦੇ ਤੁਸੀਂ ਸਾਡੇ ਸਭ ਤੋਂ ਵੱਡੇ ਪੀਰ ਹੋ, ਖੁਦਾ ਰੂਪ ਹੋ। ਇਹ ਖੁਦਾਏ ਕੋ ਕਹੈ ਸਰੀਰ। ਦੇਖੋ ਕਹਿੰਦੇ ਇਹ ਤਾਂ ਖੁਦਾ ਆਪ ਹੀ ਹੈ ਜੋ ਇਹ ਪੰਜ ਭੂਤਕ ਸਰੀਰ ਵਿੱਚ ਹੈ। ਇਹ ਤਾਂ ਆਪ ਸਾਡਾ ਖੁਦਾ ਉਹ ਅੱਲਾ ਹੀ ਹੈ। ਆਏ ਮੁਰੀਦ ਹੋਏ ਬਹੁ ਤੁਰਕਾ। ਉਹ ਆ ਕਰਕੇ ਤੁਰਕ ਲੋਕ, ਮੁਸਲਮਾਨ ਲੋਕ ਸਤਿਗੁਰਾਂ ਦੇ ਮੁਰੀਦ ਸਿੱਖ ਬਣਦੇ ਹਨ, ਚੇਲੇ ਬਣਦੇ ਹਨ, ਸਤਿਗੁਰਾਂ ਨੂੰ ਆਪਣਾ ਪੀਰ ਥਾਪਦੇ ਹਨ। ਇਸ ਪ੍ਰਕਾਰ ਕਰਕੇ ਸਿੱਖੀ ਨੂੰ ਧਾਰਨ ਕਰਦੇ ਹਨ। ਸੁਨ ਸੁਨ ਬਚਨ ਹਨੈ ਭ੍ਰਮ ਉਰਕਾ। ਸੁਣ ਸੁਣ ਕੇ ਸਤਿਗੁਰਾਂ ਦੇ ਕਲਿਆਣਕਾਰੀ ਬਚਨਾਂ ਨੂੰ ਉਹਨਾਂ ਦੇ ਹਿਰਦੇ ਵਿੱਚੋਂ ਸਾਰਾ ਭਰਮ ਦੂਰ ਹੁੰਦਾ ਹੈ। ਤਿਜ ਬਾਹਿਜ ਅਰ ਬੈਸ ਕਨੇਰੇ। ਦੇਖੋ ਪੰਡਿਤ ਲੋਕ ਆਉਂਦੇ ਨੇ, ਖੱਤਰੀ ਲੋਕ ਆਉਂਦੇ ਨੇ, ਵੈਸ਼ ਲੋਕ ਵੀ ਆਉਂਦੇ ਹਨ ਬਹੁਤ ਸਾਰੇ। ਆਵਹਿ ਸੂਦਰ ਲਗਹਿ ਗੁਰ ਪੈਰੇ। ਸੂਦਰ ਲੋਕ ਵੀ ਆਉਂਦੇ ਨੇ। ਸੋ ਚਾਰੇ ਜਾਤੀਆਂ ਵਾਸਤੇ ਸਾਂਝਾ ਉਪਦੇਸ਼ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਹੈ ਤੇ ਸਤਿਗੁਰਾਂ ਦੇ ਚਰਨੀ ਆ ਕੇ ਸਾਰੇ ਲੱਗਦੇ ਹਨ। ਪਰਮ ਗਿਆਨ ਘਨ ਲਖ ਮਨ ਮਾਹੀ। ਪਰਮ ਗਿਆਨ ਉਸ ਪਰਮੇਸ਼ਰ ਦਾ ਸ੍ਰਿਸ਼ਟ ਗਿਆਨ, ਗਿਆਨ ਰੂਪੀ ਬੱਦਲ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਜੋ ਕਿ ਗਿਆਨ ਰੂਪੀ ਮੀਂਹ ਵਰਸਾ ਕਰਕੇ ਹਰ ਇੱਕ ਛੋਟੇ ਜਿਹੜੇ ਹਨ ਜਾਂ ਵੱਡੇ ਜਾਂ ਮੂਰਖ ਜਾਂ ਗਿਆਨੀਆਂ ਨੂੰ ਸਾਰਿਆਂ ਨੂੰ ਇੱਕ ਸਾਰ ਗਿਆਨ ਦੀ ਵਰਖਾ ਕਰਕੇ ਸਾਰਿਆਂ ਦੇ ਹਿਰਦਿਆਂ ਵਿੱਚ ਪਰਮੇਸ਼ਰ ਦਾ ਸਿਮਰਨ, ਪਰਮੇਸ਼ਰ ਦਾ ਅਪਰੋਖ ਗਿਆਨ ਪੈਦਾ ਕਰਦੇ ਹਨ। ਸੇਵ ਹੈ ਚਰਨ ਸ਼ਬਦ ਅਵਗਾਹੀ। ਦੇਖੋ ਵਿਚਾਰਦੇ ਹਨ ਸ਼ਬਦਾਂ ਨੂੰ, ਵਿਚਾਰ ਕਰਕੇ ਗੁਰੂ ਬਾਣੀ ਦਾ ਤੇ ਉਹਨਾਂ ਦੇ ਅੰਦਰ ਸੋਝੀ ਆਉਂਦੀ ਹੈ। ਇਸ ਪ੍ਰਕਾਰ ਕਰਕੇ ਨਿਸ਼ਕਾਮਤਾ ਦੇ ਨਾਲ ਸੇਵਾ ਕਰਦੇ ਹਨ। ਸੁਨ ਹੈ ਬਚਨ ਬੈਠ ਹੈ ਚਾਹ ਓਰੇ। ਸੁਣਦੇ ਹਨ ਸਤਿਗੁਰਾਂ ਦੇ ਬਚਨ ਧਿਆਨ ਦੇ ਨਾਲ ਚਾਰੇ ਪਾਸੇ ਬੈਠ ਕਰਕੇ। ਧੰਨ ਧੰਨ ਭਨ ਹੀ ਕਰ ਜੋਰੀ। ਧੰਨ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਇਹੀ ਜਿਹੜਾ ਹਨ ਹੱਥ ਜੋੜ ਕੇ ਇਹੀ ਜਿਹੜਾ ਅਲਾਪ ਸਿਮਰਨ ਕਰਦੇ ਹਨ। ਸਤਿਗੁਰ ਵਿੱਚ ਬਿਰਾਜ ਹੈ ਐਸੇ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸੰਗਤ ਦੇ ਵਿਚਾਲੇ ਇਸ ਤਰ੍ਹਾਂ ਬਿਰਾਜਿਆ ਕਰਦੇ ਹਨ, ਇਸ ਤਰ੍ਹਾਂ ਬੈਠਿਆ ਕਰਦੇ ਹਨ। ਉੱਡ ਗਨ ਵਿਖਿਆ ਚੰਦਰਮਾ ਜੈਸੇ। ਜਿਵੇਂ ਤਾਰਿਆਂ ਦੇ ਵਿਚਾਲੇ ਚੰਦਰਮਾ ਹੁੰਦਾ ਹੈ ਕਾਲੀ ਰਾਤ ਸਮੇਂ, ਇਸ ਪ੍ਰਕਾਰ ਕਰਕੇ ਬੜੇ ਸੁੰਦਰ ਲੱਗਦੇ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਜੋ ਕਿ ਉਹਨਾਂ ਨੂੰ ਘੇਰਿਆ ਹੋਇਆ ਹੈ ਸਿੱਖਾਂ ਰੂਪੀ ਤਾਰਿਆਂ ਨੇ। ਸਭ ਹਿਨ ਕੋ ਉਪਦੇਸ਼ ਬਤਾਵਾ। ਸਾਰਿਆਂ ਨੂੰ ਉਪਦੇਸ਼ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਰਦੇ ਹਨ ਕਿਸ ਤਰ੍ਹਾਂ ਇਹ ਜਿਹੜੇ ਹਨ ਸੰਸਾਰ ਦੇ ਦੁੱਖਾਂ ਨੂੰ ਦੂਰ ਕਰਕੇ ਤੇ ਉਸ ਪਰਮੇਸ਼ਰ ਦੇ ਸਿਮਰਨ ਦਾ ਆਨੰਦ ਮਾਣਨਾ ਹੈ। ਇਸ ਪ੍ਰਕਾਰ ਦਾ ਜਿਹੜਾ ਉਪਦੇਸ਼ ਸਤਿਗੁਰੂ ਜੀ ਦਿੰਦੇ ਹਨ। ਸੁਨੋ ਸਿੱਖ ਮਾਨੁਖ ਤਨ ਪਾਵਾ। ਦੇਖੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਮਹਾਰਾਜ ਜੀ ਕਿਵੇਂ ਕਰਿਆ ਕਰਦੇ ਸਨ। ਪਾਤਸ਼ਾਹ ਜੀ ਕਿਹਾ ਕਰਦੇ ਸਨ, ਸੁਣੋ ਸਿੱਖੋ, ਜਿਹੜਾ ਹਨ ਇਹ ਮਨੁੱਖ ਦੇ ਇਹ ਜਿਹੜਾ ਸਰੀਰ ਮਿਲਿਆ ਹੈ, ਇਹ ਜਿਹੜਾ ਹੈ ਪੰਜ ਭੂਤਕ ਸਰੀਰ ਵਿੱਚ ਮਨੁੱਖ ਦੇ ਮਿਲੀ ਹੈ। ਦੁਰਲਭ ਹੈ ਅਮੋਲ ਪਦਾਰਥ। ਦੇਖੋ ਇਹ ਸਭ ਤੋਂ ਦੁਰਲਭ ਹੈ। ਇਹ ਦੇਹ ਜਿਹੜੀ ਹੈ ਮਨੁੱਖਾ ਜਨਮ ਜਿਹੜਾ ਹੈ ਇਹ ਬਹੁਤ ਔਖਾ ਲੱਭਣਾ ਹੈ। ਇਹ ਜਿਹੜਾ ਹਨ ਮੰਗਿਆ ਵੀ ਨਹੀਂ ਮਿਲਦਾ। ਜੇ ਕੋਈ ਪ੍ਰਾਪਤ ਕਰਨਾ ਚਾਹੇ ਵੀ ਪ੍ਰਾਪਤ ਨਹੀਂ ਹੁੰਦਾ ਤੇ ਅਮੋਲ ਹੈ, ਇਸ ਦਾ ਮੁੱਲ ਕੋਈ ਨਹੀਂ ਹੈਗਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇੱਥੇ ਦੱਸਿਆ
ਕਿ ਦੇਖੋ ਸਭ ਤੋਂ ਦੁਰਲੱਭ ਤੇ ਸਭ ਤੋਂ ਅਮੋਲ ਪ੍ਰਾਈਸਲੈਸ ਜਿਹੜੀ ਚੀਜ਼ ਕਿਹੜੀ ਹੈ? ਇਹ ਮਨੁੱਖਾ ਦੇਹ ਹੈ। ਇਹ ਸਮਾਂ ਜਿਹੜਾ ਮਿਲਿਆ ਹੈ ਇਹਦੇ ਨਾਲੋਂ ਹੋਰ ਕੁਝ ਵੀ ਕੀਮਤੀ, ਕੁਝ ਵੀ ਜ਼ਿਆਦਾ ਵੈਲਿਊਬਲ ਇੱਥੇ ਜੀਵਨ ਕਾਲ ਦੇ ਲਾਈਫ ਟਾਈਮ ਦੇ ਵਿੱਚ ਹੈ ਨਹੀਂ। ਨਿਜ ਸਰੂਪ ਲਖ ਕਰੋ ਸਕਾਰ। ਇਸ ਕਰਕੇ ਇਸ ਨੂੰ ਸਫਲਾ ਕਰੋ। ਸਫਲਾ ਕਿਵੇਂ ਕਰਨਾ ਹੈ? ਆਪਣੇ ਨਿਜ ਸਰੂਪ ਦੀ ਪਛਾਣ ਕਰਕੇ। ਇਹ ਪਛਾਣਨਾ ਹੈ ਕਿ ਅੰਦਰ ਆਤਮਾ ਸਰੂਪ ਕਰਕੇ ਪਰਮੇਸ਼ਰ ਵਸਦਾ ਹੈ। ਜਦੋਂ ਜਿਨ੍ਹਾਂ ਨੂੰ ਇਹ ਗਿਆਨ ਹੁੰਦਾ ਹੈ ਉਹਨਾਂ ਦਾ ਇਹ ਸਰੀਰ ਸਫਲ ਹੁੰਦਾ ਹੈ। ਵਿਸਿਆਨ ਸੁਖ ਸਭ ਜੋਨਨ ਮਾਹੀ। ਦੇਖੋ ਵਿਸ਼ਿਆਂ ਦੇ ਜਿਹੜੇ ਸੁੱਖ ਨੇ, ਜੋ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ, ਸ਼ਬਦ ਸਪਰਸ਼ ਰਸ ਰੂਪ ਤੇ ਗੰਧ, ਇਹ ਸਾਰੇ ਹੀ ਜਿਹੜੇ ਵਿਸ਼ਿਆਂ ਦੇ ਵਿੱਚ ਲੱਗ ਕਰਕੇ ਥੋੜੇ ਸਮੇਂ ਦਾ ਤਾਂ ਸੁੱਖ ਇਨਸਾਨ ਮਾਣਦਾ ਹੈ, ਪਰ ਮਹਾਰਾਜ ਕਹਿੰਦੇ ਇਹ ਵਿਸ਼ਿਆਂ ਦੇ ਜਿਹੜੇ ਸੁੱਖ ਨੇ ਇਹ ਸਾਰੇ ਹੀ ਜੂਨਾਂ ਵਿੱਚ ਪਾਉਣ ਵਾਲੇ ਨੇ। ਇਹਨਾਂ ਦਾ ਜਿਹੜਾ ਹੈ, ਇਹਨਾਂ ਦਾ ਅਲਟੀਮੇਟ ਜਿਹੜਾ ਰਿਜ਼ਲਟ ਕੀ ਨਿਕਲਦਾ ਹੈ? ਬੰਦੇ ਨੂੰ ਬੜੀਆਂ ਜੂਨਾਂ ਵਿੱਚ ਜਾਣਾ ਪੈਂਦਾ ਹੈ, ਜੂਨਾਂ ਭੋਗਣੀਆਂ ਪੈਂਦੀਆਂ ਨੇ। ਕਿਉਂ? ਕਿਉਂਕਿ ਵਿਸ਼ੇ ਵਿਕਾਰਾਂ ਦੀ ਭੋਗਣ ਦੀ ਇੱਛਾ ਕਰਕੇ। ਇਹ ਇੱਛਾ ਜਦੋਂ ਤੱਕ ਬਣੀ ਰਹਿੰਦੀ ਹੈ ਜੂਨਾਂ ਵੀ ਬਣੀਆਂ ਰਹਿੰਦੀਆਂ ਨੇ। ਸੋ ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਵਿੱਚ ਜਾ ਕੇ ਇਨਸਾਨ ਭੜਕਦਾ ਰਹਿੰਦਾ ਹੈ। ਇੱਕ ਵਿਚਾਰ ਨਰ ਤਨ ਬਿਨ ਨਾਹੀ। ਦੇਖੋ ਇੱਕ ਪਰਮੇਸ਼ਰ ਦੇ ਵਿਚਾਰ ਤੋਂ ਬਗੈਰ ਇਹ ਜਿਹੜਾ ਮਨੁੱਖਾ ਸਰੀਰ ਹੈ ਇਹ ਜਿਹੜਾ ਹੈ ਯੂਸਲੈਸ ਹੈ, ਇਹਦਾ ਕੋਈ ਮਾਇਨਾ ਨਹੀਂ ਰੱਖਦਾ। ਇੱਕ ਪਰਮੇਸ਼ਰ ਦੀ ਵਿਚਾਰ ਤੋਂ ਇਲਾਵਾ ਬਾਕੀ ਸਭ ਕੁਝ ਯੂਸਲੈਸ ਹੈ। ਔਰ ਮੈਂ ਇਸ ਬਿਦ ਕਰੋ ਵਿਚਾਰ। ਇਸ ਕਰਕੇ ਆਪਣੇ ਹਿਰਦੇ ਵਿੱਚ ਇਸ ਪ੍ਰਕਾਰ ਦਾ ਵਿਚਾਰ ਕਰੋ। ਕੋ ਮੈਂ ਹਾਂ ਕੋ ਜਗ ਕੋ ਕਾਰਨ। ਬਸ ਇਹੀ ਆਪਣੇ ਆਪ ਨੂੰ ਪੁੱਛੋ, ਮੈਂ ਕੀ ਹਾਂ, ਮੈਂ ਕੌਣ ਹਾਂ, ਮੈਂ ਜਿਹੜਾ ਹੈ ਇਹ ਜਗਤ ਦਾ ਜਿਹੜਾ ਹਨ ਕੋ ਜਗ ਕੋ ਕਾਰਨ। ਇਹ ਜਗਤ ਪਰਮੇਸ਼ਰ ਨੇ ਕਿਉਂ ਬਣਾਇਆ ਹੈ? ਪਹਿਲੀ ਗੱਲ ਹੈ ਮੈਂ ਕੌਣ ਹਾਂ, ਤੇ ਦੂਸਰਾ ਵੀ ਪਰਮੇਸ਼ਰ ਨੇ ਇਹ ਸੰਸਾਰ ਨੂੰ ਕਿਉਂ ਬਣਾਇਆ ਹੈ। ਕਿਉਂਕਿ ਸਵਾਲ ਤਾਂ ਇਹੀ ਉੱਠਦਾ ਹੈ ਨਾ ਜਦੋਂ ਗਿਆਨ ਵਾਲਿਆਂ ਨੂੰ, ਕਿ ਜੇ ਪਰਮੇਸ਼ਰ ਨੇ ਇੱਕ ਦਿਨ ਮਾਰਨਾ ਹੀ ਹੈ ਤਾਂ ਫਿਰ ਜਨਮ ਕਿਉਂ ਦਿੱਤਾ? ਜਨਮ ਦੇ ਕੇ ਫਿਰ ਸਾਰੇ ਸੰਸਾਰ ਦੇ ਦੁੱਖ ਭੋਗ ਕੇ ਬੰਦਾ ਕਮਾਈਆਂ ਕਰਦਾ ਹੈ, ਬਹੁਤ ਕੁਝ ਬਣਾਉਂਦਾ ਹੈ, ਅਖੀਰ ਕਰ ਫਿਰ ਮਰ ਜਾਂਦਾ ਹੈ। ਦੇਖੋ ਫਿਰ ਤੇਰਾ ਹੈ ਸਵਾਲ ਉੱਠਦਾ ਹੈ ਵੀ ਇਹ ਸੰਸਾਰ ਬਣਿਆ ਹੀ ਕਿਉਂ ਹੈ? ਪਰਮਾਤਮਾ ਨੇ ਇਹ ਖੇਡ ਐਸੀ ਕਿਉਂ ਬਣਾਈ ਹੈ ਜਿਹਦੇ ਵਿੱਚ ਆਉਣਾ ਤੇ ਜਾਣਾ ਪੈਂਦਾ ਹੈ? ਤੇ ਫਿਰ ਇਹ ਸਾਰੀ ਖੇਡ ਪਰਮਾਤਮਾ ਦੇ ਵਿੱਚ ਮੈਂ ਕੌਣ ਹਾਂ, ਮੈਂ ਅਸਲ ਸਰੂਪ ਮੇਰਾ ਕੀ ਹੈ, ਜੇ ਮੈਂ ਇਹ ਸੰਸਾਰ ਵਿੱਚ ਕੀ ਲੈਣ ਵਾਸਤੇ ਆਇਆ ਹਾਂ? ਨਿਰਣੈ ਸਤਿ ਅਸਤਿ ਕਰੀਜੈ। ਇਸ ਕਰਕੇ ਸੱਚ ਤੇ ਝੂਠ ਦਾ ਨਿਰਣਾ ਕਰਨਾ ਚਾਹੀਦਾ ਹੈ ਵੀ ਸੱਚ ਕੀ ਹੈ, ਝੂਠ ਕੀ ਹੈ। ਇਹਦੀ ਪਹਿਚਾਨ ਇਨਸਾਨ ਨੂੰ ਚਾਹੀਦੀ ਹੈ। ਇਹ ਜਿਹੜਾ ਹਨ ਇਹ ਝੂਠ ਤੇ ਸੱਚ ਜਿਹੜਾ ਹੈ ਵੀ ਪਰਮਾਤਮਾ ਸੱਚ ਹੈ, ਸੰਸਾਰ ਝੂਠ ਹੈ। ਇਸ ਪ੍ਰਕਾਰ ਕਰਕੇ ਇਸ ਦਾ ਨਿਰਣਾ, ਇਸ ਦਾ ਜਿਹੜਾ ਹੈ ਅਲਟੀਮੇਟ ਜਿਹੜਾ ਹੈ ਅੰਡਰਸਟੈਂਡਿੰਗ, ਇਸ ਦਾ ਜਿਹੜਾ ਕਨਸੈਪਚੁਅਲੀ ਬੰਦੇ ਨੂੰ ਸਮਝਣਾ ਚਾਹੀਦਾ ਹੈ। ਤਜਹੁ ਅਸਤਿ ਸਤਿ ਗਹਿਲੀਜੈ। ਜਿਹਦੇ ਕਰਕੇ ਕਿਉਂ ਸੱਤ ਤੇ ਅਸਤ ਦੀ ਪਹਿਚਾਨ ਕਰਨੀ ਹੈ? ਕਿਉਂਕਿ ਅਸਤ ਝੂਠ ਨੂੰ ਛੱਡਣਾ ਹੈ, ਸੱਤ ਨੂੰ ਗ੍ਰਹਿਣ ਕਰਨਾ ਹੈ, ਸੱਤ ਦੇ ਨਾਲ ਆਪਣਾ ਜੀਵਨ ਜੋੜਨਾ ਹੈ, ਅਸੱਤ ਨਾਲੋਂ ਤੋੜਨਾ ਹੈ, ਤੇ ਸੱਤ ਨਾਲ ਪ੍ਰੇਮ ਕਰਨਾ ਹੈ, ਅਸੱਤ ਨੂੰ ਪਿੱਛੇ ਛੱਡਣਾ ਹੈ, ਇਗਨੋਰ ਕਰਨਾ ਹੈ ਅਸੱਤ ਨੂੰ। ਸੋ ਅਸੱਤ ਦੇ ਵਿੱਚ ਦੁੱਖ ਤੇ ਸੁੱਖ ਜਿਹੜੇ ਹੁੰਦੇ ਨੇ ਇਹਨਾਂ ਨੂੰ ਅਭਾਵ ਕਰਨਾ ਹੈ। ਇਹਨੂੰ ਭਾਵ ਦਾ ਮਤਲਬ ਹੁੰਦਾ ਵੀ ਕੋਈ ਮੀਨਿੰਗ ਨਹੀਂ ਇਹਨਾਂ ਦਾ। ਸੋ ਸੱਤ ਦੇ ਵਿੱਚ ਹੀ ਸਭ ਕੁਝ ਹੈ। ਇਹ ਜਿਹੜੀ ਅੰਡਰਸਟੈਂਡਿੰਗ, ਇਹ ਗਿਆਨ ਚਾਹੀਦਾ ਹੈ। ਦੇਹਾਦਿਕ ਪਰ ਪੰਜ ਪਸਾਰਾ। ਦੇਖੋ ਇਹ ਦੇਹ ਜਿਹੜੀ ਹੈ ਸੰਸਾਰ ਵਿੱਚ ਜਿਹੜੀਆਂ ਦੇਹਾਂ ਇਹ ਮਨੁੱਖ ਸਰੀਰ ਬਣੇ ਨੇ, ਇਹ ਪੰਜ ਤੱਤਾਂ ਤੋਂ ਹੀ ਬਣੇ ਹਨ। ਲਖੋ ਅਸਤਿ ਸਤ ਆਧਾਰਾ। ਇਸ ਕਰਕੇ ਇਹਨਾਂ ਦੇ ਤੱਤ ਵੀ ਅਸਤ ਨੇ, ਜਿਨ੍ਹਾਂ ਤੋਂ ਇਹ ਪੰਜ ਭੂਤਕ ਸਰੀਰ ਬਣਿਆ ਹੈ। ਜਿਹੜੇ ਪ੍ਰਿੰਸੀਪਲ ਐਲੀਮੈਂਟਸ ਹਨ ਉਹ ਵੀ ਜਿਹੜੇ ਅਸਤ ਨੇ। ਸੋ ਅਸਤ ਤੋਂ ਅੱਗੇ ਦੇਹ ਵੀ ਅਸਤ ਹੀ ਬਣੀ ਹੋਈ ਹੈ। ਇਸ ਪ੍ਰਕਾਰ ਕੇ ਜਿਹੜਾ ਹਨ ਤੇ ਇਹ ਸੱਤ ਜਿਹੜਾ ਅਸਤ ਹੈ ਨਾ, ਝੂਠ ਹੈ ਸਾਰਾ, ਫਾਲਸ ਹੈ ਜਿਹੜਾ, ਇਹ ਸਾਰਾ ਪ੍ਰਪੰਚ ਝੂਠਾ ਹੈ। ਪਰ ਇਹ ਇੱਕ ਸੱਚੇ ਦੇ ਆਸਰੇ ਤੇ ਹੈ। ਸੱਚੇ ਦੇ ਆਸਰੇ ਤੇ ਅਸਤ ਖੜਾ ਹੈ। ਇਹ ਸੰਸਾਰ ਕਿਉਂ ਹੈ? ਕਿਉਂਕਿ ਪਰਮੇਸ਼ਰ ਹੈ। ਇਹ ਜਿਹੜਾ ਹਨ ਆਪਾਂ ਇਹ ਪੰਜ ਭੂਤਕ ਸਰੀਰ ਦੇ ਵਿੱਚ ਕਿਉਂ ਹਾਂ? ਕਿਉਂਕਿ ਪਰਮੇਸ਼ਰ ਹੈ। ਕਿਉਂਕਿ ਪਰਮੇਸ਼ਰ ਦੇ ਹੁੰਦਿਆਂ ਹੀ ਇਹ ਦੇਹ ਜਿਹੜੀ ਹੈ ਕਾਇਮ ਰਹਿੰਦੀ ਹੈ। ਸੋ ਇਸ ਪ੍ਰਕਾਰ ਕਰਕੇ ਇਹ ਝੂਠੀ ਦੇਹ ਜਿਹੜੀ ਹੈ ਸੱਤ ਦੇ ਆਸਰੇ ਤੇ ਹੈ। ਜਿਸ ਤਰ੍ਹਾਂ ਭਾਈ ਮਨੀ ਸਿੰਘ ਨੇ ਗਿਆਨ ਰਤਨਾਵਲੀ ਵਿੱਚ ਬੜਾ ਸੁੰਦਰ ਲਿਖਿਆ ਹੈ, ਕਹਿੰਦੇ ਦੇਖੋ ਇਹ ਪੰਜ ਵਿਰੋਧੀ ਤੱਤ ਨੇ। ਇਹ ਜਿਹੜਾ ਹੈ ਜਿੱਥੇ ਅੱਗ ਹੈ ਉੱਥੇ ਪਾਣੀ ਹੈ, ਹਵਾ ਹੈ, ਉੱਥੇ ਆਕਾਸ਼ ਹੈ, ਉੱਥੇ ਧਰਤੀ ਹੈ। ਇਹ ਸਾਰੇ ਇੱਕ ਦੂਜੇ ਤੋਂ ਜਿਹੜੇ ਹਨ ਉਲਟ ਨੇ। ਇਹਨਾਂ ਦੇ ਸੁਭਾਅ ਕੈਰੈਕਟਰਿਸਟਿਕਸ ਜਿਹੜੇ ਨੇ ਉਲਟ ਨੇ। ਪੰਜ ਜਿਹੜੇ ਹਨ ਤੱਤ ਨੇ, ਪਰ ਇਹ ਪੰਜੇ ਤੱਤ ਜਿਹੜੇ ਨੇ ਇਕੱਠੇ ਕਰਕੇ ਪਰਮੇਸ਼ਰ ਨੇ ਇਸ ਸਰੀਰ ਵਿੱਚ ਰੱਖੇ।
ਪਰ ਜਦੋਂ ਤੱਕ ਇਹਦੇ ਵਿੱਚ ਆਤਮਾ ਹੈ ਤਾਂ ਇਹ ਤੱਤ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੇ ਨੇ, ਇੱਕ ਦੂਜੇ ਨੂੰ ਆਸਰਾ ਦਿੰਦੇ ਨੇ, ਇੱਕ ਦੂਜੇ ਨੂੰ ਪਾਲਦੇ ਨੇ। ਪਰ ਜਿੱਦਣ ਇਹ ਆਤਮਾ ਅੰਦਰੋਂ ਨਿਕਲ ਜਾਂਦੀ ਹੈ ਨਾ ਸਰੀਰ ਦੇ, ਜਦੋਂ ਬੰਦੇ ਦੀ ਡੈਥ ਹੋ ਜਾਂਦੀ ਹੈ, ਬੰਦਾ ਮਰ ਜਾਂਦਾ ਹੈ, ਇਹੀ ਤੱਤ ਜਿਹੜੇ ਹਨ ਸਰੀਰ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ। ਇਸ ਕਰਕੇ ਮਰੇ ਹੋਏ ਸਰੀਰ ਜਿਹੜੇ ਉਹ ਗਲਣਾ ਸ਼ੁਰੂ ਕਰ ਦਿੰਦੇ ਨੇ, ਉਹ ਗਲ ਜਾਂਦੇ ਨੇ, ਕਿਉਂਕਿ ਉਹ ਤੱਤ ਹੀ ਇੱਕ ਦੂਜੇ ਤੋਂ ਜਿਹੜੇ ਵਿਰੋਧੀ ਹੋ ਕੇ ਉਹ ਤੱਤਾਂ ਨੇ ਇਹਨੂੰ ਖਾਣਾ ਸ਼ੁਰੂ ਕਰ ਦੇਣਾ ਹੈ। ਦੇਖੋ ਇਹੀ ਤੱਤ ਨੇ ਆਪਾਂ ਨੂੰ ਇੱਕ ਬੇਬੀ ਤੋਂ ਲੈ ਕੇ ਹੁਣ ਤੱਕ ਆਪਾਂ ਨੂੰ ਪਾਲਿਆ ਹੈ। ਇਹ ਤੱਤ ਇਕੱਠੇ ਹੋ ਕੇ ਆਪਣੇ ਸਰੀਰ ਵਿੱਚ ਰਹਿੰਦੇ ਨੇ। ਪਰ ਜਿੱਦਣ ਬੰਦਾ ਮਰਦਾ ਹੈ ਨਾ, ਉਸ ਦਿਨ ਤੋਂ ਹੀ ਉਸਦੇ ਸਰੀਰ ਤੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਉਸ ਦਿਨ ਤੋਂ ਹੀ ਜਿਹੜੇ ਹਨ ਇਹ ਤੱਤ ਫਿਰ ਇਸ ਸਰੀਰ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ, ਇੱਕ ਦੂਜੇ ਦਾ ਵਿਰੋਧ ਕਰਕੇ। ਇਸ ਪ੍ਰਕਾਰ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹ ਸੱਤ ਨੂੰ ਜਾਣਨਾ ਕਰੋ, ਅਸੱਤ ਨੂੰ ਪਿੱਛੇ ਛੱਡੋ। ਸਾਚੀ ਹੋਤ ਜੇਵਰੀ ਜੈਸੇ। ਦੇਖੋ ਕਹਿੰਦੇ ਜਿਵੇਂ ਰੱਸੀ ਜਿਹੜੀ ਹੈ ਉਹ ਸੱਚ ਹੈ, ਜਿਵੇਂ ਜਿਹੜਾ ਰੱਸੀ ਪਈ ਹੋਵੇ ਤਾਂ ਉਹ ਸੱਚੀ ਸੱਚਮੁੱਚ ਉਹ ਰੱਸੀ ਹੋਈ ਹੈ। ਇਹ ਅਤੇ ਝੂਠੋ ਲਖ ਤੈਸੇ। ਪਰ ਹਨੇਰੇ ਦੇ ਭਾਵ ਕਰਕੇ, ਹਨੇਰੇ ਦੇ ਹੋਣ ਕਰਕੇ ਉਹ ਰੱਸੀ ਸੱਪ ਲੱਗਦੀ ਹੈ। ਹੁਣ ਦੇਖੋ ਉਹ ਰੱਸੀ ਨੂੰ ਜਦੋਂ ਆਪਾਂ ਸੱਪ ਮੰਨਿਆ, ਕਿਉਂ ਸੱਪ ਮੰਨਿਆ? ਹਨੇਰੇ ਕਰਕੇ, ਹਨੇਰੇ ਦੀ ਉਪਾਧੀ ਕਰਕੇ, ਹਨੇਰੇ ਦੇ ਹੋਣ ਕਰਕੇ ਇੱਕ ਰੱਸੀ ਵੀ ਸੱਪ ਬਣ ਗਈ। ਹੁਣ ਰੱਸੀ ਦਾ ਸੱਪ ਬਣਨਾ ਉਹ ਹਨੇਰੇ ਦੇ ਕਰਕੇ ਹੈ। ਉਹ ਰੱਸੀ ਸੱਪ ਬਣੀ ਹਨੇਰੇ ਦੇ ਕਰਕੇ। ਹੁਣ ਉਹ ਸੱਪ ਬਣਿਆ ਕਿਉਂ? ਕਿਉਂਕਿ ਉਹਨੂੰ ਹਨੇਰੇ ਦਾ ਆਸਰਾ ਮਿਲਿਆ। ਹੁਣ ਇੱਥੇ ਜਿਹੜਾ ਅਸੱਤ ਹੈ ਨਾ, ਹਨੇਰਾ ਅਸੱਤ ਹੈ। ਹੁਣ ਅਸੱਤ ਦਾ ਜਿਹੜਾ ਹੈ ਉਹ ਭਰੋਸਾ ਲੈ ਕੇ, ਉਹ ਜਿਹੜਾ ਆਸਰਾ ਲੈ ਕੇ ਉਹ ਰੱਸੀ ਸੱਪ ਲੱਗਣ ਲੱਗ ਗਈ। ਦੇਖੋ ਹੁਣ ਇਸੇ ਤਰ੍ਹਾਂ ਹੀ ਇਹ ਪ੍ਰਪੰਚ ਸੰਸਾਰ ਹੈ। ਇਹ ਜਿਹੜਾ ਹੈ ਨਾ, ਜਿੰਨਾ ਵੀ ਕੁਝ ਆਪਾਂ ਦੇਖਦੇ ਹਾਂ ਹੈ ਤਾਂ ਸੱਤ ਦੇ ਆਸਰੇ, ਪਰਮੇਸ਼ਰ ਦੇ ਆਸਰੇ ਹੈ। ਪਰ ਆਪਾਂ ਨੂੰ ਦੂਸਰੇ ਲੋਟ ਕਿਉਂ ਦਿਸਦਾ ਹੈ? ਅਗਿਆਨਤਾ ਕਰਕੇ, ਹਨੇਰੇ ਰੂਪ ਅਗਿਆਨਤਾ ਕਰਕੇ ਉਹ ਸਾਰਾ ਹੀ ਆਪਾਂ ਨੂੰ ਜਿਹੜਾ ਹਨ, ਜਿਵੇਂ ਜਿਹੜਾ ਰੱਸੀ ਸੱਪ ਬਣ ਗਈ, ਇਸੇ ਤਰ੍ਹਾਂ ਹੀ ਆਪਾਂ ਨੂੰ ਇਹ ਸੰਸਾਰ ਸੱਚਾ ਲੱਗਣ ਲੱਗ ਗਿਆ। ਉਹ ਰੱਸੀ ਅਸੱਤ ਹੈ, ਵਿਚਾਰੀ ਆਪਣੇ ਆਪ ਹਿੱਲ ਨਹੀਂ ਸਕਦੀ, ਸੱਪ ਹਿਲਦਾ ਹੈ। ਦੇਖੋ ਸੱਪ ਜਿਹੜਾ ਹੈ ਉਹਦੇ 'ਚ ਚੇਤਨਤਾ ਹੈ। ਇਸੇ ਪ੍ਰਕਾਰ ਕਰਕੇ ਆਪਾਂ ਨੂੰ ਦੁਨੀਆ ਇਹ ਚੇਤਨਤਾ ਕਿਉਂ ਲੱਗਦੀ ਹੈ? ਕਿਉਂਕਿ ਇਹਦੇ ਵਿੱਚ ਜਿਹੜਾ ਹਨ ਅਭਾਵ ਜਿਹੜਾ ਅਗਿਆਨਤਾ ਕਰਕੇ। ਜੇ ਗਿਆਨ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਵੇ ਤਾਂ ਸਭ ਕੁਝ ਪ੍ਰਮਾਤਮਾ ਹੀ ਹੈ। ਹੰਤਾ ਮਮਤਾ ਇਉ ਲਖ ਤਿਆਗ ਹੋ। ਇਸ ਕਰਕੇ ਹੰਕਾਰ ਤੇ ਅਟੈਚਮੈਂਟ ਜਿਹੜੀ ਮਮਤਾ ਹੈ, ਇਹ ਹੰਕਾਰ ਹੋਣਾ ਤੇ ਦੂਸਰਿਆਂ ਨੂੰ ਆਪਣਾ ਸਮਝਣਾ, ਆਪਾਂ ਨੂੰ ਆਪਣੇ ਆਪ ਨੂੰ ਉਹਨਾਂ ਦਾ ਸਮਝਣਾ ਤੇ ਉਹਨਾਂ ਨੂੰ ਆਪਣਾ ਸਮਝਣਾ, ਇਹ ਮਮਤਾ ਹੈ। ਸੋ ਇਹ ਹੰਤਾ ਤੇ ਮਮਤਾ ਜਿਹੜੀ ਹੈ ਇਸ ਨੂੰ ਤਿਆਗ ਦੇਣਾ ਚਾਹੀਦਾ ਹੈ। ਨਿਜ ਸਰੂਪ ਸਨਮੁਖ ਅਨੁਰਾਗ ਇਸ ਕਰਕੇ ਆਪਣੇ ਨਿਜ ਸਰੂਪ ਆਤਮਾ ਸਰੂਪ ਨਾਲ ਹੀ ਪ੍ਰੇਮ ਕਰਨਾ ਚਾਹੀਦਾ ਹੈ ਹਰ ਵੇਲੇ। ਭ੍ਰਮਾ ਵਰਤ ਤੇ ਨਿਕਸ ਉਤੰਗਾ। ਤੇ ਪਰਮਾਵਰਤ ਕਹਿਣਗੇ ਇਹ ਜਿਹੜੀ ਹੈ ਘੁੰਮਣ ਘੇਰੀ ਟਵਿਸਟਰ ਜਿਹੜੀ ਹੁੰਦੀ ਹੈ, ਜਾਂ ਜਿਹੜੀ ਬਰਮੁਡਾ ਟ੍ਰਾਇੰਗਲ ਵਰਗੀ। ਸੋ ਜਿਹੜੀ ਘੁੰਮਣ ਘੇਰੀ ਹੈ, ਕਹਿੰਦੇ ਕਿ ਇਹ ਸੰਸਾਰ ਦਾ ਜਿਹੜੀ ਅਗਿਆਨਤਾ ਹੈ ਨਾ, ਇਹ ਘੁੰਮਣ ਘੇਰੀ ਹੈ, ਇੱਕ ਟਵਿਸਟਰ ਹੈ, ਇਹ ਉਹ ਬਰਮੁਡਾ ਟ੍ਰਾਇੰਗਲ ਹੈ। ਕਹਿੰਦੇ ਨਿਕਸ ਉਤੰਗਾ, ਉਹਦੇ ਵਿੱਚੋਂ ਨਿਕਲਣਾ ਪਵੇਗਾ। ਨਹੀਂ ਤਾਂ ਇਹ ਜਿਹੜਾ ਹਨ, ਜਿਵੇਂ ਡਾਰਕਨੈਸ ਦਾ ਕੋਈ ਵੀ ਜਿਹੜਾ ਹੈ ਹੱਦਬੰਦੀ ਨਹੀਂ ਹੁੰਦੀ। ਡਾਰਕਨੈਸ ਕੈਨ ਰੀਮੇਨ ਫॉर ਮਿਲੀਅਨ ਟ੍ਰਿਲੀਅਨਸ ਆਫ ਈਅਰਸ। ਜੋ ਸੂਰਜ ਨਾ ਚੜੇ ਕਿ ਹਨੇਰੇ ਦਾ ਹਨੇਰਾ ਰਹਿਣਾ ਹੈ, ਉਹਦੇ ਵਿੱਚ ਕਿਹੜੇ ਕੋਈ ਪਾਬੰਦੀ ਹੈ? ਤੇ ਹਨੇਰਾ ਕਿੱਥੋਂ ਤੱਕ ਹਨੇਰਾ ਰਹਿਣਾ ਹੈ, ਕਿੰਨਾ ਕੁ ਹਨੇਰਾ ਹੋਣਾ ਹੈ, ਉਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ। ਸੋ ਇਸ ਪ੍ਰਕਾਰ ਕਰਕੇ ਇਹ ਜਿਹੜਾ ਹੈ ਇਹ ਅਗਿਆਨਤਾ ਇਸ ਐਸੀ ਘੁੰਮਣ ਘੇਰੀ ਹੈ ਜਿਹਦੇ ਵਿੱਚ ਬੰਦਾ ਇੱਕ ਵਾਰੀ ਫਸ ਜਾਂਦਾ ਹੈ ਨਾ, ਫਿਰ ਮੁਕਤੇ ਨਹੀਂ ਉਹ ਨਿਕਲਦਾ। ਇਸ ਕਰਕੇ ਹੀ ਆਪਾਂ 84 ਲੱਖ ਜੂਨਾਂ ਵਿੱਚ ਜਿਹੜੇ ਹਨ ਮੁੜ ਮੁੜ ਕੇ ਜੰਮਦੇ ਮਰਦੇ ਰਹਿੰਦੇ ਹਾਂ। ਜਨਮ ਸਫਲ ਕਰ ਮਿਲ ਸਤ ਸੰਗਾ। ਪਰ ਹੁਣ ਜਨਮ ਸਫਲ ਕਰਨ ਵਾਸਤੇ ਸਤ ਸੰਗ ਦੀ ਲੋੜ ਹੈ। ਉਹ ਸਤ ਸੰਗ ਜਿਹੜਾ ਸਤ ਸੰਗ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਵਖਾਣੀ ਹੈ, ਜਿੱਥੇ ਇੱਕੋ ਨਾਮ ਦਾ ਵਖਾਣ ਹੋਵੇ, ਜਿੱਥੇ ਪਰਮੇਸ਼ਰ ਦਾ ਹੀ ਸਿਮਰਨ ਹੋਵੇ। ਕਹਿੰਦੇ ਉਹ ਐਸੀ ਸਤਸੰਗ ਚਾਹੀਦੀ ਹੈ। ਸਤਸੰਗ ਵਿੱਚ ਬਹਿ ਕੇ ਹੀ ਜਿਹੜਾ ਬੰਦੇ ਦਾ ਜੀਵਨ ਸੁਧਰਦਾ ਹੈ। ਬਿਨ ਵਿਚਾਰ ਨਰ ਦੇਹ ਅਕਾਰਥ। ਦੇਖੋ ਵਿਚਾਰ ਤੋਂ ਬਗੈਰ ਇਹ ਸਰੀਰ ਯੂਸਲੈਸ ਹੈ, ਅਕਾਰਥ ਹੈ। ਇਹ ਜਿਹੜਾ ਹਨ ਇਹ ਬੇਵਜ੍ਹਾ ਹੈ, ਇਹ ਵਿਅਰਥ ਹੈ ਇਹ ਸਰੀਰ ਉਸ ਪਰਮੇਸ਼ਰ ਦੀ ਵਿਚਾਰ ਤੋਂ ਬਗੈਰ। ਨਾਮ ਸਿਮਰ ਜੇ ਲਹਿ ਨਾ ਪਰਮਾਰਥ। ਇਸ ਕਰਕੇ ਨਾਮ ਸਿਮਰ, ਜਿਗਾ ਨਾ ਨਾਮ ਨੂੰ ਸਿਮਰਨਾ ਕਰ, ਦੇਖਾ ਜੇ ਨਾ ਲਹਿ ਪਰਮਾਰਥ। ਜੇ ਤੂੰ ਐਸਾ ਪਰਮਾਤਮਾ ਦਾ ਰਸਤਾ ਨਹੀਂ ਲਵੇਂਗਾ ਫਲ ਹੋਤ ਦੁੱਖ ਕੋ ਅਧਿਕਾਰੀ। ਫੇਰ ਤਾਂ ਤੂੰ ਦੁੱਖਾਂ ਦਾ ਅਧਿਕਾਰੀ ਬਣਾਂਗਾ, ਤੂੰ ਦੁੱਖਾਂ ਦਾ ਕੁਆਲੀਫਾਈਡ ਹੋਵੇਂਗਾ ਵੀ ਤੈਨੂੰ ਦੁੱਖ ਮਿਲਣੇ ਹੀ ਚਾਹੀਦੇ ਨੇ, ਕਿਉਂਕਿ ਤੂੰ ਦੁੱਖ ਤਾਂ ਆਪਣੇ ਆਪੇ ਚੂਜ਼ ਕੀਤੇ ਨੇ, ਤੂੰ ਸਿਲੈਕਟ ਕਰ ਲੈ ਦੁੱਖ ਆਪਣੇ ਵਾਸਤੇ। ਇਸ ਕਰਕੇ ਤੇਰੀ ਇਹ ਦੇਹ ਸਾਰੀ ਨਿਫਲ ਹੋ ਜਾਏਗੀ।
ਯੂਸਲੈਸ ਹੋ ਜਾਏਗੀ। ਤੈਨੂੰ ਓਪਰਚੁਨਿਟੀ ਮਿਲੀ ਸੀ ਇਸ ਡੇ ਨੂੰ ਸਫਲ ਕਰਨ ਵਾਸਤੇ, ਜਨਮ ਤੇ ਮਰਨ ਦੇ ਸਾਈਕਲ ਤੋਂ ਬਾਹਰ ਆਉਣ ਵਾਸਤੇ, ਪਰ ਉਹ ਓਪਰਚੁਨਿਟੀ ਜਿਹੜੀ ਤੂੰ ਗਵਾ ਲਈ। ਹੁਣ ਉਹ ਜਿਹੜਾ ਹੈ ਤੈਨੂੰ ਮੁੜ ਕੇ ਇਹ ਜਿਹੜਾ ਹੈ ਮੌਕਾ ਨਹੀਂ ਮਿਲਣਾ। तीन अवस्था रह अबिचारी, ਇਸ ਕਰਕੇ ਇਹ ਸਰੀਰ ਜਿਹੜਾ 3 ਅਵਸਥਾ ਵਿੱਚ ਰਹਿੰਦਾ ਹੈ। सत जोन अधिक दुख पावा, ਨਿਕਸਤ ਜੋਨ ਕਹਿਣ ਲਗੇ ਇਸ ਜਿਹੜਾ ਨਾ ਜਾਂ ਜੰਮਣ ਦੇ ਸਮੇਂ ਵੀ ਇਹ ਦੁੱਖ ਪਾਉਂਦਾ ਹੈ। ਹੁਣ ਜਨਮ ਲੈ ਕੇ ਆਪਾਂ 3 ਅਵਸਥਾ ਦੇ ਵਿੱਚ ਲੰਘ ਕੇ ਜਾਂਦੇ ਹਾਂ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਬੰਦਾ ਜੰਮਦਾ ਹੈ ਨਾ ਉਦੋਂ ਵੀ ਬੜਾ ਦੁੱਖ ਭੋਗਦਾ ਹੈ। 9 ਮਹੀਨੇ ਜਿਹੜਾ ਮਾਤਾ ਦੇ ਕੁੱਖ ਦੇ ਵਿੱਚ ਪੁੱਠਾ ਲਟਕਦਾ ਰਹਿੰਦਾ ਹੈ, ਕਿੰਨਾ ਉਹਨੂੰ ਦੁੱਖ ਹੈ, ਕਿੰਨੀ ਗਰਮੀ ਦੇ ਵਿੱਚ, ਤੇ ਜਿਹੜਾ ਹੈ ਹਨੇਰ ਕੁੱਪ ਦੇ ਵਿੱਚ ਉਹ ਬੈਠਾ ਰਹਿੰਦਾ ਜਿੱਥੇ ਉਹਦਾ ਸਰੀਰ ਬਣਦਾ ਹੈ। ਕਹਿੰਦੇ ਇਸ ਪ੍ਰਕਾਰ ਕਰਕੇ ਜਦੋਂ ਉਹਦਾ ਜਨਮ ਹੁੰਦਾ ਉਦੋਂ ਵੀ ਬੜਾ ਉਹਨੂੰ ਦੁੱਖ ਹੁੰਦਾ ਹੈ। वहर तनक तन तरपुन आवा, ਜਦੋਂ ਉਹ ਜਿਹੜਾ ਹਨ ਗਰਭ ਤੋਂ ਬਾਹਰ ਆਉਂਦਾ ਹੈ, ਜਦੋਂ ਉਹਨੂੰ ਉਹਦੀ ਡਿਲੀਵਰੀ ਹੁੰਦੀ ਹੈ ਸੰਸਾਰ ਤੇ, ਜਦੋਂ ਉਹ ਜਨਮ ਤੋਂ ਲੈ ਕੇ ਇਸ ਸੰਸਾਰ ਤੇ ਆਉਂਦਾ ਹੈ ਤਾਂ ਕਹਿੰਦੇ ਫਿਰ बल बहीन मूर्खता भारी, ਦੇਖੋ ਫਿਰ ਉਹ ਬੇਬੀ ਹੁੰਦਾ ਹੈ। ਬੇਬੀ ਦੇ ਸਮੇਂ ਦੇ ਵਿੱਚ ਕੀ ਹੁੰਦਾ, ਉਹਦੇ ਕੋਲ ਬਲ ਤਾਕਤ ਨਹੀਂ ਹੁੰਦੀ। ਬੇਬੀ ਜਿਹੜੇ ਨੇ ਬੜੇ ਕਮਜ਼ੋਰ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਮੂਰਖਤਾ ਹੁੰਦੀ ਹੈ। ਵਿਚਾਰੇ ਨੂੰ ਕੋਈ ਸਮਝ ਨਹੀਂ ਹੁੰਦੀ ਦੁਨੀਆ ਦੀ, ਵੀ ਇਹ ਦੁਨੀਆ 'ਚ ਕੀ ਕਰਨਾ ਹੈ ਕੀ ਨਹੀਂ ਕਰਨਾ। ਦੇਖੋ ਸਿਆਣਾ ਬੰਦਾ ਜਿਹੜਾ ਹੁੰਦਾ ਹੈ ਨਾ, ਉਹ ਜਿਹੜਾ ਹਨ ਉਹ ਸੋਚਦਾ ਹੈ ਨਾ ਕਿ ਮੈਂ ਰੋਣਾ ਮੈਂ ਰੋਵਾਂ ਕਿ ਨਾ ਰੋਵਾਂ, ਅੱਧੀ ਰਾਤ ਦਾ ਸਮਾਂ ਮੈਂ ਲੋਕਾਂ ਨੂੰ ਛੇੜਾਂਗਾ, ਇਹ ਕਰਾਂਗਾ, ਹੁਣ ਜਿਹੜਾ ਹੈ ਜਿਹੜਾ ਮੈਂ ਕੀ ਕਰਾਂ। ਇਹ ਬੱਚੇ ਨੂੰ ਕੁਝ ਨਹੀਂ ਪਤਾ ਹੁੰਦਾ। ਕਹਿੰਦੇ ਐਸੀ ਜਿਹੜੀ ਇਹਦੀ ਹਾਲਾਤ ਹੁੰਦੀ ਹੈ ਇਹ ਮੂਰਖਤਾ ਭਾਰੀ, ਇਹਦੇ 'ਚ ਬਹੁਤ ਮੂਰਖਤਾ ਹੁੰਦੀ ਆ, ਇਹਨੂੰ ਕੋਈ ਗੱਲ ਦਾ ਨਹੀਂ ਪਤਾ ਹੁੰਦਾ। ਗ੍ਰਹਿ ਕ੍ਰਿਤ ਕਰਤ ਗੇਰ ਮਹਤਾਰੀ, ਦੇਖੋ ਕਹਿੰਦੇ ਮਾਂ ਜਿਹੜੀ ਹੈ ਬੱਚੇ ਨੂੰ ਜਿਹੜਾ ਹੈ ਸੁੱਟ ਕੇ ਪੰਘੂੜੇ ਦੇ ਵਿੱਚ ਉਹ ਕੰਮ ਕਰਦੀ ਹੈ। ਦੇਖੋ ਇਹ ਬੱਚਾ ਜਿਹੜਾ ਹੈ ਮਾਂ ਨੂੰ ਜਿਹੜਾ ਹੈ ਛੱਡਦਾ ਹੀ ਨਹੀਂ, ਆਪਣਾ ਹੀ ਸਵਾਰਥ ਦੇਖਦਾ ਹੈ। ਉਹ ਕਹਿੰਦਾ ਵੀ ਮਾਂ ਮੈਨੂੰ ਚੁੱਕੀ ਫਿਰੇ ਤੇ ਉਹਨੂੰ ਕੀ ਪਰਵਾਹ, ਮਾਂ ਕੋਈ ਕੰਮ ਕਰੇ ਨਾ ਕਰੇ, ਭਾਵੇਂ ਆਪਦੇ ਜਿਹੜਾ ਪਤੀ ਤੋਂ ਗਾਲਾਂ ਖਾਂਦੀ ਫਿਰੇ ਵਿਚਾਰੀ ਬਾਅਦ ਵਿੱਚ। ਬੱਚੇ ਨੇ ਤਾਂ ਆਪਣਾ ਹੀ ਕੰਮ ਕਰਨਾ ਹੈ ਨਾ, ਉਹਨੇ ਰੋਣਾ ਉਹਨੇ ਰੋਈ ਜਾਣਾ, ਉਹਨੂੰ ਕੀ ਪਰਵਾਹ ਕਿਸੇ ਦੀ। ਕਹਿੰਦੇ ਇਸ ਕਰਕੇ ਜਿਹੜੀ ਮਾਂ ਹੁੰਦੀ ਹੈ ਬੱਚੇ ਨੂੰ ਪੰਘੂੜੇ ਵਿੱਚ ਛੱਡ ਕੇ ਫੇਰ ਜਾ ਕੇ ਆਪਣਾ ਕੰਮ ਕਰਦੀ ਹੈ। ਦੋਹਰਾ ਬਾਲ ਅਵਸਥਾ ਕੇ ਵਿਖੇ ਏਤੇ ਹੋਤ ਬੇਕਾਰ। ਹੁਣ ਦੇਖੋ ਬਾਲ ਅਵਸਥਾ ਦੇ ਵਿੱਚ ਲੋਕੀ ਕਹਿੰਦੇ ਆ ਨਾ ਜਿਹੜੀ ਬੇਬੀ ਦੀ ਉਮਰ ਹੈ, ਜਿਹੜਾ ਹੁਣ ਬੇਬੀ ਹੋਣਾ ਜੀ ਕਹਿੰਦੇ ਬਹੁਤ ਸੋਹਣੀ ਉਮਰ ਹੈ, that is the best part of life। ਕਹਿੰਦੇ you enjoy ਜੋ ਤੁਸੀਂ ਬੇਬੀ ਹੁੰਦੇ ਆ, ਕੋਈ ਫਿਕਰ ਨਹੀਂ ਹੁੰਦਾ। ਇੱਥੇ ਅਸਲੀਅਤ ਸੁਣ ਲਓ, ਕਿਸੇ ਨੇ ਬੇਬੀ ਨੂੰ ਪੁੱਛਿਆ ਵੀ ਉਹ ਸੁਖੀ ਆ ਕਿ ਨਹੀਂ ਸੁਖੀ? ਹਾਂਜੀ ਆਪਾਂ ਹੀ ਕਹਿੰਦੇ ਬੇਬੀ ਬੜਾ ਸੁਖੀ ਹੈ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਵਿੱਚ ਦੱਸਦੇ ਨੇ ਕਿ ਬੇਬੀ ਵਿਚਾਰੇ ਕਿੰਨੇ ਦੁਖੀ ਹੁੰਦੇ ਨੇ, ਕਿੰਨੇ ਡਿਪਰੈਸ ਹੁੰਦੇ ਨੇ ਵਿਚਾਰੇ। ਕਹਿੰਦੇ ਪਹਿਲੀ ਗੱਲ ਕੀ ਹੁੰਦੀ ਹੈ, ਬਾਲ ਅਵਸਥਾ ਕੇ ਵਿਖੇ ਕਹਿੰਦੇ ਬਹੁਤ ਸਾਰੇ ਵਿਕਾਰ ਹੁੰਦੇ ਨੇ, ਬੜੇ ਦੁੱਖ ਹੁੰਦੇ ਨੇ। ਭਰਾਤ ਜਲਨਤਾ ਚਪਲਤਾ ਇੱਛ ਦੀਨਤਾ ਧਾਰ। ਦੇਖੋ ਇੱਕ ਬੇਬੀ ਦੇ ਵਿੱਚ ਭਰਮ ਹੁੰਦਾ ਹੈ, ਭੁਲੇਵਾ ਹੁੰਦਾ ਹੈ, ਉਹਨੂੰ ਕੋਈ ਗੱਲ ਦੀ ਸਮਝ ਨਹੀਂ ਪੈਂਦੀ, ਉਹ ਦੇਖੀ ਜਾਂਦਾ ਅੱਖਾਂ ਕੱਢ ਕੇ ਇੱਧਰ ਉੱਧਰ ਨੂੰ, ਕੁਛ ਨੂੰ ਸਮਝ ਨਹੀਂ ਪੈਂਦੀ ਵੀ ਕੀ ਹੋ ਰਿਹਾ ਹੈ। ਉਹ ਭਰਮ ਭੁਲੇਖੇ ਵਿੱਚ ਹੁੰਦਾ ਹੈ, ਉਹਦੇ 'ਚ ਮੂਰਖਤਾ ਪ੍ਰਬਲ ਹੁੰਦੀ ਹੈ। ਫਿਰ ਜਲਨਤਾ ਕੀ ਹੁੰਦਾ, ਉਹਦੇ 'ਚ ਸੜੇਵਾ ਬਹੁਤ ਹੁੰਦਾ ਹੈ। ਜੇ ਕਿਤੇ ਉਹਨੇ ਦੇਖ ਲਿਆ ਮਾਂ ਨੇ ਮੈਨੂੰ ਛੱਡ ਕੇ ਕਿਸੇ ਹੋਰ ਨੂੰ ਚੁੱਕ ਲਿਆ, ਇਹਨੇ ਰਾਟ ਪਾ ਦੇਣਾ, ਇੱਥੇ ਇਹਨੇ ਰੋਣ ਲੱਗ ਜਾਣਾ ਵੀ ਮੈਨੂੰ ਕਿਉਂ ਛੱਡਿਆ, ਉਹਨੂੰ ਕਿਉਂ ਚੱਕਿਆ। ਫਿਰ ਜਦੋਂ ਜਿਹੜਾ ਘਰ ਦੇ ਵਿੱਚ 2 ਬੇਬੀ ਹੋ ਜਾਂਦੇ ਨੇ, ਹਾਂਜੀ, ਸੋ ਇਹ ਜਿਹੜਾ ਪਹਿਲਾ ਬੇਬੀ ਹੁੰਦਾ ਦੂਜੇ ਬੇਬੀ ਨੂੰ ਟੌਰਚਰ ਕਰਨਾ ਸ਼ੁਰੂ ਕਰ ਦਿੰਦਾ, ਉਹਨੂੰ ਜੇ ਚੱਕ ਕੇ ਸਿੱਟੀ ਜਾਂਦਾ ਥੱਲੇ ਜਾਂ ਉਹਨੂੰ ਕੁੱਟੇਗਾ ਮਾਰੇਗਾ। ਉਹਦੇ 'ਚ ਜਲਨਤਾ ਬਹੁਤ ਹੁੰਦੀ ਹੈ, ਜੈਲਸੀ ਬਹੁਤ ਹੁੰਦੀ ਹੈ। ਤੀਜੀ ਚਪਲਤਾ ਕਹਿੰਦਾ ਉਹਦੇ ਵਿੱਚ ਜਿਹੜੀ ਚੰਚਲਤਾ ਬਹੁਤ ਹੁੰਦੀ ਹੈ, ਉਹਨੇ ਇੱਕ ਥਾਂ ਤੇ ਟਿਕਣਾ ਕੋਈ ਨਹੀਂ ਹੈਗਾ। ਜਿਹੜਾ ਹਨ ਜਦੋਂ ਵੀ ਜਿਹੜਾ ਹਨ ਜੇ ਤਾਂ ਹਜੇ ਉਹ ਬੇਬੀ ਆ, ਤੁਰਨ ਨਹੀਂ ਲੱਗਿਆ, ਕਰੋਲ ਨਹੀਂ ਕਰਨ ਲੱਗਿਆ, ਉਹਨੇ ਬੈਠੇ ਨੇ ਹੱਥ ਪੈਰ ਜੇ ਮਾਰੀ ਜਾਣੇ ਨੇ। ਹਾਂਜੀ ਉਹ ਚੰਚਲਤਾ ਹੈ। ਜਦੋਂ ਥੋੜਾ ਜਿਹਾ ਵੱਡਾ ਹੁੰਦਾ ਫਿਰ ਕਰੋਲਿੰਗ ਕਰਨ ਲੱਗ ਜਾਂਦਾ, ਫਿਰ ਸਾਰੇ ਘਰ ਨੂੰ ਹੀ ਪੁੱਠਾ ਕਰਕੇ ਰੱਖ ਦਿੰਦਾ ਹੈ। ਜੋ ਤੁਰਨ ਲੱਗ ਗਿਆ ਤਾਂ ਫਿਰ ਤਾਂ ਛੱਡ ਦੋ ਹੀ ਗੱਲਾਂ, ਫਿਰ ਤਾਂ ਉਹਨੇ ਕੋਈ ਚੀਜ਼ ਹੀ ਨਹੀਂ ਛੱਡਣੀ ਘਰ ਦੀ। ਸੋ ਇਸ ਪ੍ਰਕਾਰ ਕਰਕੇ ਉਹਦੇ ਵਿੱਚ ਇੱਛ ਹੁੰਦੀ ਆ, ਲਾਲਚ ਬਹੁਤ ਜ਼ਿਆਦਾ ਹੁੰਦਾ ਹੈ। ਬੱਚੇ ਨੂੰ ਖਾਣਾ ਦੇ ਦਿਓ ਉਹਨੇ ਸਾਰਾ ਹੀ ਖਾ ਜਾਣਾ ਹੈ, ਭਾਵੇਂ ਮੂੰਹ 'ਚ ਪਾ ਲੈ, ਭਾਵੇਂ ਉਲਟੀ ਉਹ ਕਰਨੀ ਪਵੇ, ਬਾਅਦ ਵਿੱਚ ਖਾਣਾ ਉਹਨੇ ਜ਼ਰੂਰ ਹੁੰਦਾ ਹੈ ਸਾਰਾ। ਜੇ ਨਹੀਂ ਖਾਧਾ ਵੀ ਉਹ ਖਰਾਬ ਕਰ ਦਿੰਦਾ, ਚੱਕ ਕੇ ਛੱਡ ਦਿੰਦਾ ਵੀ ਹੋਰ ਨਾ ਕੋਈ ਖਾਵੇ। ਸੋ ਇਸ ਪ੍ਰਕਾਰ ਕਰਕੇ ਕਹਿੰਦੇ ਉਸ ਵੇਲੇ ਜਿਹੜਾ ਹੈ ਦੀਨਤਾ ਧਾਰ, ਕਹਿਣਗੇ ਫੇਰ ਉਹ ਜਿਹੜਾ ਪਰਵਸ ਹੁੰਦਾ ਹੈ ਉਹ ਆਪਣੇ ਆਪ ਕੁਝ ਨਹੀਂ ਕਰ ਸਕਦਾ। ਉਹ ਤਾਂ ਜਿਹੜਾ ਪਿਸ਼ਾਬ ਟੱਟੀ ਵੀ ਆਪਣੀ ਨਹੀਂ ਕਰ ਸਕਦਾ ਵਿਚਾਰਾ। ਹਾਂਜੀ ਉਹ ਵੀ ਮਾਂ ਉਹਦੇ ਅੱਜ ਕੱਲ੍ਹ ਪੈਂਪਸ ਬਣ ਕੇ ਤੁਰੇ ਫਿਰਦੇ ਨੇ ਸਾਰੇ ਬੱਚੇ। ਹਾਂਜੀ ਉਹਨੂੰ ਤਾਂ ਇਹ ਵੀ ਨਹੀਂ ਪਰਵਾਹ ਹੈਗੀ, ਉਹਨੂੰ ਜਿਹੜਾ ਹਨ ਉਹ ਪਰ ਆਸਰੇ ਹੈ, ਉਹ ਆਪਣੇ ਆਪ ਵਿੱਚ ਆਪਣਾ ਕੰਮ ਨਹੀਂ ਕਰ ਸਕਦਾ। ਚੌਪੇ ਪ੍ਰਥਮ ਅਸਕਤ ਜਾਣੀਏ ਜੈਸੇ। ਦੇਖੋ ਇਹ ਬੇਬੀ ਪਣੇ ਦੇ ਵਿੱਚ ਉਹਦੇ ਵਿੱਚ ਅਸ਼ਕਤ ਹੁੰਦਾ, ਉਹਦੇ ਵਿੱਚ ਸ਼ਕਤੀ ਨਹੀਂ ਹੁੰਦੀ, ਬਲ ਨਹੀਂ ਹੁੰਦਾ, ਉਹਦੇ ਵਿੱਚ ਤਾਕਤ
ਕਿਰਤ ਸਟਰੰਗ ਨਹੀਂ ਹੁੰਦਾ। ਕਛੂ ਨਾ ਕ੍ਰਿਤ ਹੋਤ ਹੈ ਜੈਸੇ। ਤੇ ਕੋਈ ਵੀ ਉਹ ਤੇ ਆਪਣਾ ਆਪ ਦਾ ਕੰਮ ਨਹੀਂ ਹੁੰਦਾ, ਸਾਰਾ ਹੀ ਉਹ ਡੀਕਦਾ ਮਾਈ ਦਵੇ ਆ ਕੇ। ਉਹਨ ਮੂਰਖ ਕਛ ਸਮਝ ਨਾ ਸਕੇ। ਫਿਰ ਉਹ ਮੂਰਖ ਹੈ, ਉਹਨੂੰ ਸਮਝਾਈ ਜਾਓ ਬੇਬੀ ਨੂੰ, ਭਾਈ ਤੂੰ ਆਈ ਨਹੀਂ ਕਰਨਾ, ਇਹ ਤੂੰ ਬੋਤਲ ਜਿਹੜੀ ਹੈ ਸੱਟਣੀ ਨਹੀਂ, ਕਿਉਂਕਿ ਇਹ ਚ ਤੇਰਾ ਦੁੱਧ ਹੈ, ਤੂੰ ਦੁੱਧ ਪੀਣਾ ਹੈ, ਤਾਂ ਇਹ ਦੁੱਧ ਦੀ ਬੋਤਲ ਤੂੰ ਚਲਾ ਕੇ ਥੱਲੇ ਨਹੀਂ ਮਾਰੀ, ਜੇ ਟੁੱਟ ਗਈ ਫੇਰ ਤੂੰ ਕੀ ਪੀਵੇਂਗਾ। ਇਹ ਜਿਹੜਾ ਬਿੰਡੂ ਹੁੰਦਾ ਇਹਨੂੰ ਤੂੰ ਜਿਹੜੀਆਂ ਹਨ ਦੰਦੀਆਂ ਨਹੀਂ ਵੱਢਣੀਆਂ, ਖਰਾਬ ਹੋ ਜਾਏਗਾ, ਫੇਰ ਤੂੰ ਦੁੱਧ ਕਿੱਥੋਂ ਪੀਊਗਾ। ਉਹ ਮੂਰਖ ਹੁੰਦਾ ਵਿਚਾਰਾ, ਉਹਨੂੰ ਕੀ ਪਿਆ, ਉਹਨੇ ਦੰਦੀਆਂ ਵੱਢੀ ਜਾਣੀਆਂ, ਉਹਨੂੰ ਤਾਂ ਕੋਈ ਪਰਵਾਹ ਨਹੀਂ ਹੁੰਦੀ। ਭਰਮ ਭਰਿਓ ਅਨ ਅਨ ਕੋ ਤਕਏ। ਹਾਂ ਭਰਮ ਭਰਿਓ ਕਹਿਣ ਲੱਗੇ, ਉਹਦੇ ਵਿੱਚ ਭਰਮੇ ਪਿਆ ਰਹਿੰਦਾ ਹੈ, ਉਹ ਹੋਰ ਚੀਜ਼ ਨੂੰ ਦੇਖ ਕੇ ਡਰੀ ਜਾਂਦਾ ਹੈ। ਜਦੋਂ ਹੁਣ ਮਾਂ ਥੋੜੀ ਜਿਹੀ ਪਾਸੇ ਹੋਰ ਕੋਈ ਆ ਗਿਆ, ਉਹਨੂੰ ਭਰਮ ਹੋ ਜਾਣਾ, ਮੇਰੀ ਮਾਂ ਛੱਡ ਕੇ ਚਲੀ ਗਈ, ਬਸ ਹੁਣ ਮੇਰਾ ਕੀ ਬਣੂ, ਹਾਂਜੀ ਇਹ ਕੀ ਹੋ, ਆਹ ਕੌਣ ਆ ਗਿਆ ਹੁਣ, ਹਾਂਜੀ ਇਹ ਭੈੜੀ ਜਿਹੀ ਸ਼ਕਲ ਵਾਲਾ ਕਿਹੜਾ ਆ ਗਿਆ, ਜਾਂ ਇਹ ਮੇਤੋਂ ਸੋਹਣਾ ਕਿਹੜਾ ਆ ਗਿਆ, ਬਸ ਇਸ ਦੀਆਂ ਗੱਲਾਂ ਵਿੱਚ ਪਿਆ ਰਹਿੰਦਾ ਵਿਚਾਰਾ। ਅੱਡ ਅੱਡ ਸਭ ਕੁਝ ਦੇਖੀ ਜਾਂਦਾ ਹੈ। ਕਈ ਤਾਂ ਬੱਚੇ ਕੰਧਾਂ ਨੂੰ ਦੇਖ ਕੇ ਰੋਈ ਜਾਂਦੇ ਹਨ। ਬਹੁਤ ਜਲਨਤਾ ਜੋ ਕੁਛ ਚਾਹੀ। ਹਾਂ ਬਹੁਤ ਜਲਨਤਾ ਹੁੰਦੀ ਹੈ, ਉਹਨੂੰ ਬੜੀ ਜੈਲਸੀ, ਇੰਨੀ ਜੈਲਸੀ ਹੁੰਦੀ ਹੈ, ਜੋ ਕੁਝ ਚਾਹੀ, ਜੋ ਲੈਣਾ ਉਹਨੇ ਲੈਣਾ ਹੀ ਹੈ, ਉਹਨੇ ਪਿੱਟੀ ਜਾਣਾ, ਉਹਨੇ ਕਿਹਾ ਮੈਂ ਲੈਣਾ ਹੀ ਹੈ, ਭਾਵੇਂ ਉਹਦੇ ਮੂਹਰੇ ਅੱਗ ਰੱਖ ਦੋ, ਭਾਵੇਂ ਉਹਦੇ ਮੂਹਰੇ ਚਾਕੂ ਰੱਖ ਦੋ, ਭਾਵੇਂ ਉਹਦੇ ਮੂਹਰੇ ਬੰਬ ਵੀ ਰੱਖ ਦੋ, ਉਹ ਵੀ ਉਹ ਮੰਗੇਗਾ, ਮੈਨੂੰ ਦੇ ਦਿਓ ਬਸ ਹੁਣ। ਤੇ ਜੇ ਨਾ ਦਿੱਤਾ ਰੋਈ ਜਾਣਾ ਉਹਨੇ, ਕਿਉਂਕਿ ਹੁਣ ਕਹਿੰਦਾ ਮੈਂ ਆਪਣੇ ਮਨ 'ਚ ਠਾਣ ਲਿਆ, ਮੈਂ ਲੈਣਾ ਹੀ ਹੈ। ਜਲਤ ਰਹਿਤ ਸੋ ਪਾਵਤ ਨਾਹੀ। ਹਾਂ ਕਹਿਣਗੇ ਜਲਤ ਰਹਿਤ, ਉਹ ਜਲਦਾ ਹੀ ਰਹਿੰਦਾ ਹੈ, ਈਰਖਾ ਵਿੱਚ ਬੈਠਾ ਰਹਿੰਦਾ ਵਿਚਾਰਾ, ਜੈਲਸ ਜਾ ਹੋਇਆ। ਕਈ ਬੱਚੇ ਜਿਹੜੇ ਹਨ ਬੜੇ ਰੁੱਸੇ ਹੀ ਰਹਿੰਦੇ ਹਨ, ਉਹਨਾਂ ਦੇ ਮੂੰਹ ਦੇਖ ਕੇ ਵੀ ਜਿਹੜਾ ਹਨ ਬੜੇ ਦੁਖੀ ਜਿਹੇ ਹੋ ਜਾਂਦੇ ਮਾਂ-ਬਾਪ ਵੀ, ਬੜਾ ਸੁੱਖ ਦੇਈਦਾ ਹੈ, ਫੇਰ ਇਹਦਾ ਮੂੰਹ ਇਹ ਜਿਹਾ ਬਿੰਗਾ ਜਿਹਾ ਹੀ ਰਹਿੰਦਾ ਹੈ। ਸੋ ਕਹਿੰਦੇ ਸੋ ਪਾਵਤ ਨਾਹੀ, ਕਦੇ ਸੁੱਖ ਨਹੀਂ ਪਾਉਂਦਾ। ਇੱਕ ਥਲ ਠਹਿਰ ਰਹਿ ਨਾ ਸਕਤ। ਫੇਰ ਕਹਿੰਦੇ ਉਹਦੀ ਆਦਤ ਕੀ ਹੈ, ਬਾਂਦਰ ਵਾਂਗੂ ਟਪੂਸੀਆਂ ਮਾਰਦਾ ਫਿਰਦਾ, ਇੱਕ ਥਾਂ ਤੇ ਮਹਿੰਦਾ ਕੋਈ ਨਹੀਂ ਹੈਗਾ, ਕਿਤੇ ਬਿਠਾ ਦੋ ਉਹਨੇ ਬਾਂਦਰ ਵਾਂਗੂ ਟੱਪ ਕੇ ਦੂਜੇ ਪਾਸੇ ਪਹੁੰਚ ਜਾਣਾ ਹੈ। ਹਾਂਜੀ ਸੋ ਇੱਕ ਜਿਹੜਾ ਹਨ ਅੱਖਾਂ ਤੋਂ ਓਲੇ ਹੋ ਜਾਵੇ ਤੇ ਬੱਚਾ ਜਿਹੜਾ ਹੈ ਕਿਤੇ ਤੇ ਕਿਤੇ ਚੜ ਜਾਂਦਾ ਹੈ, ਜੇ ਥੋੜਾ ਟਾਈਮ ਦੇ ਦਿਓ ਤਾਂ ਛੱਤ ਤੇ ਚੜ ਜਾਂਦਾ ਹੈ। ਹਾਂਜੀ ਸੋ ਇਸ ਪ੍ਰਕਾਰ ਕਰਕੇ ਜਿਹੜੇ ਬੱਚੇ ਹੁੰਦੇ ਨੇ, ਇਹ ਜਿਹੜੇ ਬਾਂਦਰ ਦੀ ਤਰ੍ਹਾਂ ਹੁੰਦੇ ਨੇ, ਚੰਚਲ ਹੁੰਦੇ ਹਨ। ਉਹਨੇ ਠਹਿਰੇ ਚੰਚਲਤਾ ਅਸ। ਹਾਂ ਕਹਿਣ ਲੱਗੇ ਉਹ ਕਹਿੰਦੇ ਠਹਿਰਦੇ ਨਹੀਂ ਕਿਤੇ ਵੀ, ਇੰਨੀ ਚੰਚਲਤਾ ਹੁੰਦੀ ਹੈ, ਇੱਕ ਥਾਂ ਤੇ ਤਾਂ ਇੱਕ ਮਿੰਟ ਵੀ ਨਹੀਂ ਖੜ ਸਕਦੇ, ਇੱਕ ਮਿੰਟ ਨਹੀਂ ਉਹਨਾਂ ਨੂੰ। ਜਿਹੜਾ ਤੁਸੀਂ ਕਹਿ ਸਕਦੇ ਹੋ ਤੇ ਖੜ ਜੀ, ਮੈਂ ਹੁਣ ਆਈ, ਬਸ ਹੋ ਗਿਆ ਕੰਮ, ਉਹਨੇ ਜਰਾ ਹਾਂ ਹੋਰ ਦਾ ਹੋਰੇ ਬਣਾ ਦੇਣਾ ਹੈ। ਜੇ ਕਿਚਨ 'ਚ ਵਾੜ ਦੋ ਪਤਾ ਨਹੀਂ ਕੀ ਕਰੇਗਾ ਉਹ। ਇੱਛਾ ਸਦਾ ਪਦਾਰਥ ਕੇਰੀ। ਹਾਂ ਫਿਰ ਇੱਛਾ ਰਹਿੰਦੀ ਹੈ ਉਹਦੇ ਮਨ ਵਿੱਚ ਵੀ ਪਦਾਰਥ ਮੈਨੂੰ ਇਹ ਮਿਲ ਜਾਵੇ, ਜੋ ਕੋਈ ਖਿਡੌਣਾ ਦੇਖ ਲਿਆ, ਕੋਈ ਕੁਝ ਹੋਰ ਦੇਖ ਲਿਆ, ਇੱਥੋਂ ਤੱਕ ਕਿ ਵੱਡੀਆਂ ਜਿਹੜੀਆਂ ਖਿਡੌਣੇ ਹੁੰਦੇ ਉਹ ਵੀ ਮੰਗਣ ਲੱਗ ਜਾਂਦੇ ਨੇ। ਪਿਓ ਤੇ ਉਹਦਾ ਹੈਂਡਫੋਨ ਹੀ ਨਹੀਂ ਛੱਡਦੇ ਬੱਚੇ ਜਿਹੜੇ ਅੱਜ ਕੱਲ ਇੰਨੇ ਜਿਹੜੇ ਹਨ, ਇਹ ਗੱਲ ਦੇ ਪਿੱਛੇ ਪੈ ਗਏ, ਹੈਂਡਫੋਨ ਹੀ ਨਹੀਂ ਛੱਡਦੇ। ਪਤਾ ਨਹੀਂ ਜੰਮਣ ਤੋਂ ਪਹਿਲਾਂ ਹੀ ਸਿੱਖ ਕੇ ਆਏ ਹੁੰਦੇ ਨੇ, ਉਹਨਾਂ ਨੂੰ ਬਿਲਕੁਲ ਪਤਾ ਹੁੰਦਾ ਇਹਦਾ ਲੌਕ ਕਿੱਥੋਂ ਖੋਲਣਾ ਹੈ, ਇਹਦੇ ਗੇਮਸ ਕਿੱਥੋਂ ਲੈਣੇ ਨੇ, ਉਹ ਸਾਰਾ ਉਹਨਾਂ ਨੂੰ ਪਹਿਲਾਂ ਤੋਂ ਹੀ ਗਿਆਨ ਹੁੰਦਾ ਹੈ। ਪਤਾ ਨਹੀਂ, ਮੈਨੂੰ ਤਾਂ ਲੱਗਦਾ ਵੀ ਜੰਮਣ ਤੋਂ ਪਹਿਲਾਂ ਉਹਨਾਂ ਦੀ ਟ੍ਰੇਨਿੰਗ ਹੋ ਕੇ ਆਈ ਹੁੰਦੀ ਹੈ। ਸੋ ਉਹ ਸਭ ਕੁਝ ਜਾਣਦੇ ਹੁੰਦੇ ਨੇ, ਚਾਹੇ ਉਹਨੂੰ ਆਈਪੈਡ ਦੇ ਦਿਓ, ਚਾਹੇ ਜਿਹੜਾ ਕੰਪਿਊਟਰ ਦੇ ਦਿਓ, ਸਭ ਕਿਤੇ ਹੱਥ ਪੈਰ ਜੇ ਮਾਰੀ ਜਾਂਦੇ ਨੇ। ਸੋ ਉਹ ਨਹੀਂ ਛੱਡਦੇ। ਸੋ ਇਸ ਪ੍ਰਕਾਰ ਕਰਕੇ ਬਹੁਤ ਦੀਨਤਾ ਸਭਨ ਅਗੇਰੇ। ਪਰ ਸਾਰਿਆਂ ਦੇ ਅੱਗੇ ਦੀਨਤਾ ਹੈ। ਜਿਹੜਾ ਬੇਬੀ ਹੁੰਦਾ ਹੈ ਨਾ, ਉਹ ਸਭ ਤੋਂ ਮੰਗਦਾ ਹੈ, ਉਹਦਾ ਆਪਣਾ ਕੁਝ ਨਹੀਂ ਹੁੰਦਾ, ਉਹ ਮੰਗਦਾ ਹੀ ਹੈ। ਵਿਚਾਰੇ ਦੀ ਉਮਰ ਜਿਹੜੀ ਯੰਗ ਏਜ ਹੁੰਦੀ ਹੈ ਨਾ ਬੇਬੀ, ਉਹ ਮੰਗਦਾ ਹੀ ਆ ਵਿਚਾਰਾ, ਉਹ ਸਾਰਿਆਂ ਤੋਂ ਮੰਗ ਕੇ ਹੀ ਚੀਜ਼ ਲੈਂਦਾ ਹੈ। ਮੂੜ ਗੁੰਗ ਅਪਵਿੱਤਰ ਰਹਾਈ। ਦੇਖੋ ਪਹਿਲੀ ਗੱਲ, ਵਿਚਾਰਾ ਮੂਰਖ ਤਾਂ ਹੁੰਦਾ ਜਾਂ ਮੂੜ ਵਿਚਾਰੇ ਨੂੰ ਕੋਈ ਸਮਝ ਨਹੀਂ ਪੈਂਦੀ, ਪਤਾ ਨਹੀਂ ਕਿਹੜੀ ਦੁਨੀਆ ਚੋਂ ਆਇਆ, ਕਿਹੜੀ ਜੂਨ ਚੋਂ ਵਿਚਾਰਾ ਆਇਆ, ਹਾਂਜੀ ਕਿੱਥੋਂ ਆਇਆ, ਆਪਾਂ ਨੂੰ ਕੀ ਪਤਾ ਹੁਣ ਵਿਚਾਰੇ ਦਾ। ਦੂਜਾ ਗੁੰਗਾ ਹੁੰਦਾ ਵਿਚਾਰਾ, ਬੋਲ ਕੇ ਨਹੀਂ ਦੱਸ ਸਕਦਾ, ਮੇਰਾ ਇਹ ਦੁੱਖ ਹੈ, ਮੈਨੂੰ ਇਹ ਚਾਹੀਦਾ। ਕਈ ਵਾਰੀ ਬੱਚਾ ਰੋਈ ਜਾਂਦਾ ਹੁੰਦਾ ਵੀ ਜਿਹੜਾ ਹੈ ਮੈਨੂੰ ਕੋਈ ਖਿਡੌਣਾ ਦੇ ਦੇ, ਮਾਂ ਚੱਕ ਕੇ ਦੁੱਧ ਮੂੰਹ ਚ ਪਾ ਦਿੰਦੀ ਹੈ, ਹਾਂਜੀ ਵੀ ਤੂੰ ਚੁੱਪ ਕਰ, ਦੁੱਧ ਪੀ ਲਾ, ਵੀ ਤੂੰ ਦੁੱਧ ਕਰਕੇ ਰੋਂਦਾ ਹੋਣਾ ਹੈ। ਹਾਂਜੀ ਉਹ ਵਿਚਾਰਾ ਕਹਿੰਦਾ ਹੋਊਗਾ ਵੀ ਮੈਨੂੰ ਦੁੱਧ ਨਹੀਂ ਚਾਹੀਦਾ, ਉਹ ਤਾਂ ਰੋਂਦਾ ਵਿਚਾਰਾ, ਚੱਕ ਕੇ ਬੋਤਲ ਹੋਰ ਉਹਦੇ ਮੂੰਹ ਚ ਪਾ ਦਿੱਤੀ। ਹਾਂਜੀ ਵਿਚਾਰਾ ਗੁੰਗਾ ਤਾਂ ਹੁੰਦਾ ਹੀ ਹੈ, ਕੋਈ ਚੀਜ਼ ਮੰਗੇ ਉਹ ਚੀਜ਼ ਹੋਰ ਮੰਗੇ, ਮਾਂ ਲਿਆ ਕੇ ਹੋਰ ਕੁਝ ਦੇ ਦਿੰਦੀ ਹੈ। ਹਾਂਜੀ ਫਿਰ ਉਹ ਵਿਚਾਰਾ ਬੜਾ ਫਰਸਟ੍ਰੇਟਡ ਹੁੰਦਾ ਹੈ। ਬੇਬੀਜ਼ ਜਿਹੜੇ ਨੇ ਬਹੁਤ ਫਰਸਟ੍ਰੇਟਡ ਨੇ ਦੁਨੀਆ ਤੇ ਆ ਕੇ ਵਿਚਾਰੇ, ਉਹ ਸਮਾਂ ਮਸਾਂ ਹੀ ਕੱਢਦੇ ਨੇ ਰੋ ਪਿੱਟ ਕੇ, ਤੇ ਅਪਵਿੱਤਰ ਰਹਿੰਦੇ ਨੇ ਵਿਚਾਰੇ, ਉੱਥੇ ਟੱਟੀ ਪਿਸ਼ਾਬ ਉੱਥੇ ਕਰੀ ਜਾਂਦੇ ਨੇ ਵਿਚਾਰੇ, ਜੇ ਨਾ ਕੋਈ ਉਹਨਾਂ ਦਾ ਪੈਂਪਸ ਬਦਲਾਵੇ। ਕਈ ਤਾਂ ਜਿਹੜੇ ਹਨ ਲੀਕਿੰਗ ਹੋਏ ਫਿਰਦੇ ਹੁੰਦੇ ਨੇ ਵਿਚਾਰੇ, ਹਾਂਜੀ ਉਹਨਾਂ ਦੇ ਪੈਂਪਸ ਵੀ ਕਈ ਕਿਲੋ ਦੇ ਵਿਚਾਰੇ, ਹਾਂਜੀ ਟੈਂਗਲਿੰਗ ਜੇ ਹੁੰਦੇ ਫਿਰਦੇ ਨੇ, ਹਾਂਜੀ ਬੁਰਾ ਹਾਲ ਹੁੰਦਾ ਬੱਚਿਆਂ ਦਾ। ਵਾਂਛਿਤ ਵਸਤ ਨਾ ਉਚਰ ਸਕਾਏ। ਕਿਉਂਕਿ ਉਹ ਵਾਂਛਿਤ ਜੋ ਉਹਨਾਂ ਨੂੰ ਚੀਜ਼ ਦੀ ਲੋੜ ਹੈ, ਕਹਿਣ ਲੱਗੇ ਉਹ ਚੱਕ ਵੀ ਨਹੀਂ ਸਕਦੇ,
ਉਹਨਾਂ ਨੂੰ ਚੀਜ਼ ਚੰਗੀ ਲੱਗਦੀ ਆ ਪਰ ਚੱਕਣ ਜੋਗੇ ਵੀ ਨਹੀਂ ਹੁੰਦੇ। ਮਾਤ ਪਿਤਾ ਕੋ ਭੈ ਨਿਤ ਰਹੇ। ਫਿਰ ਉਹ ਆਪਣੇ ਮਾਤਾ ਪਿਤਾ ਤੋਂ ਡਰਦੇ ਹੀ ਰਹਿੰਦੇ ਨੇ ਵੀ ਪਤਾ ਨਹੀਂ ਕਦੋਂ ਇਹਨਾਂ ਨੇ ਗੁੱਸੇ ਹੋਣਾ, ਪਤਾ ਨਹੀਂ ਕਦੋਂ ਚਪੇੜ ਵੱਜ ਜਾਣੀ ਆ ਮੂੰਹ ਤੇ ਆ ਕੇ, ਹਾਂਜੀ ਪਤਾ ਨਹੀਂ ਇਹਨਾਂ ਨੇ ਕੀ ਕਰ ਦੇਣਾ ਹੈ। ਮਾਂ-ਬਾਪ ਤੋਂ ਡਰੇ ਹੀ ਰਹਿੰਦੇ ਹਨ ਹਰ ਵੇਲੇ। ਲੇਕਿਨ ਵਿਖਿਆ ਅਨਾਦਰ ਲਹੇ। ਫਿਰ ਉਹਨਾਂ ਦਾ ਅਨਾਦਰ ਹੁੰਦਾ ਜੀ। ਸਿਆਣੇ ਬੰਦੇ ਨੂੰ ਨਾ ਤੀਸਰੇ ਬੰਦੇ ਦੇ ਮੂਹਰੇ ਗੁੱਸੇ ਹੋਣਾ, ਕਹਿੰਦਾ ਵੀ ਭਾਈ ਮੇਰੀ ਇੱਜ਼ਤ ਦਾ ਸਵਾਲ ਹੈ। ਹੁਣ ਬੱਚਿਆਂ ਨੂੰ ਕਿਹੜਾ ਕੋਈ ਇੱਜ਼ਤ ਦਾ ਸਵਾਲ ਪੁੱਛਦਾ ਹੈ? ਜੇ ਗੁਰਦੁਆਰੇ 'ਚ ਉਹਨੇ ਕੋਈ ਗਲਤੀ ਕੀਤੀ ਸਾਰਿਆਂ ਦੇ ਸਾਹਮਣੇ ਚਪੇੜ ਮਾਰਨੀ ਉਹਦੇ ਵਿਚਾਰੇ ਦੇ। ਕਿਤੇ ਬੇਬੀ ਨੂੰ ਵੀ ਪੁੱਛ ਕੇ ਦੇਖੋ ਵਿਚਾਰੇ ਦੇ ਦਿਲ 'ਚ ਕੀ ਬੀਤਦੀ ਹੈ ਵੀ ਮੈਨੂੰ ਜੇ ਕੁੱਟਣਾ ਸੀ ਘਰ ਜਾ ਕੇ ਕੁੱਟ ਲੈਂਦੇ, ਸਾਰਿਆਂ ਦੇ ਸਾਹਮਣੇ ਕਿਉਂ ਕੁੱਟਣਾ ਸੀ? ਹਾਂਜੀ, ਸੋ ਇਸ ਪ੍ਰਕਾਰ ਕਰਕੇ ਵਿਚਾਰੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੈ। ਅਨਾਦਰ, ਉਹਨਾਂ ਦੀ ਬੇਇੱਜ਼ਤੀ ਹੁੰਦੀ ਹੋ ਰਹਿੰਦੀ ਹੈ। ਕਈ ਤਾਂ ਵਿਚਾਰੇ ਜਿਹੜੇ ਹਨ ਸ਼ਾਪਿੰਗ ਕੰਪਲੈਕਸ 'ਚ ਕੁੱਟ ਖਾਂਦੇ ਵੀ ਦੇਖੇ ਨੇ। ਕਈ ਜਿਹੜੇ ਹਨ ਉਹਨਾਂ ਦੇ ਮਾਂ-ਬਾਪ ਘੜੀਸੀ ਫਿਰਦੇ ਨੇ, ਉਹ ਜਿਹੜੇ ਲੰਮੇ ਪੈ ਜਾਂਦੇ ਨੇ ਢੀਠਪਣਾ ਜਾ ਕਰਕੇ ਉਹ ਮਾਂ-ਬਾਪ ਖਿੱਚ ਕੇ ਹੀ ਲੈ ਜਾਂਦੇ ਨੇ ਜਿਵੇਂ ਹੁੰਦੇ ਨੇ। ਸੋ ਕਈ ਜਿਹੜੇ ਘੜੀਸੇ ਜਾਂਦੇ ਨੇ, ਕਈ ਕੁੱਟੇ ਜਾਂਦੇ ਨੇ, ਹਾਂਜੀ ਕਈਆਂ ਨੂੰ ਸੱਟਿਆ ਜਾਂਦਾ ਕਿਤੇ ਨਾ ਕਿਤੇ। ਸੋ ਬੁਰਾ ਹਾਲ ਹੈ ਜੀ ਬੱਚਿਆਂ ਦਾ। ਕੂਕਰ ਦਵਾਰਨ ਕੋ ਜਾਏ। ਜਿਵੇਂ ਕੁੱਤੇ ਹੁੰਦੇ ਹਨ ਦਰ-ਦਰ ਜਾ ਕੇ ਜਿਹੜਾ ਹਨ ਬੁਰਾ ਜਿਹਾ ਮੂੰਹ ਦਿਖਾ ਕੇ, ਉਹ ਪਿੱਟੀਫੁਲ ਫੇਸ ਦਿਖਾ ਕੇ ਲੋਕਾਂ ਨੂੰ ਦਿਖਾਉਂਦੇ ਵੀ ਪਾ ਦੋ ਜੀ 2 ਰੋਟੀਆਂ। ਬਾਰ-ਬਾਰ ਅਪਮਾਨ ਹੈ ਪਾਏ। ਫੇ ਕੀ ਹੁੰਦਾ ਹੈ, ਉਸ ਕੁੱਤੇ ਜਿਹੜੇ ਆਏ ਹੁੰਦੇ ਹਨ ਉਹਨਾਂ ਨੂੰ ਕੋਈ ਰੋੜੇ ਮਾਰਦਾ ਹੈ, ਕੋਈ ਜਿਹੜਾ ਹੈ ਗਾਲਾਂ ਕੱਢਦਾ ਹੈ, ਕੋਈ ਲੱਤਾਂ ਮਾਰਦਾ ਵੀ ਜਾ ਭਾਈ ਪਾਸੇ ਹੋ ਜਾ ਤੂੰ। ਇਸ ਤਰ੍ਹਾਂ ਦਾ ਅਪਮਾਨ ਉਹ ਸਹਿੰਦੇ ਹਨ। ਬਾਲ ਅਵਸਥਾ ਅਸ ਦੁੱਖ ਖਾਨੀ। ਦੇਖੋ ਇਹ ਦੁੱਖਾਂ ਦੀ ਖਾਣ ਹੈ ਬਾਲ ਅਵਸਥਾ, ਜਿਹੜਾ ਕਿ ਸਿਆਣੇ ਲੋਕ ਪੜ੍ਹੇ ਲਿਖੇ ਕਹਿੰਦੇ ਹਨ that life was the best life as a baby। ਦੇਖੋ ਅਸਲੀਅਤ ਤਾਂ ਇਹ ਹੈ, ਉਹ ਪੜ੍ਹੇ ਲਿਖਿਆਂ ਨੂੰ ਕੀ ਪਤਾ ਵਿਚਾਰਿਆਂ ਨੂੰ। ਜਿਸ ਮਹਿ ਸੁਖ ਕੀ ਰੰਚ ਨਾ ਜਾਣੀ। ਦੇਖੋ ਉੱਥੇ ਰੱਤੀ ਭਰ ਵੀ ਸੁੱਖ ਨਹੀਂ ਹੈਗਾ ਇਹ ਬਾਲ ਅਵਸਥਾ ਵਿੱਚ। ਤਾਤੇ ਸਿਮਰਨ ਸ੍ਰੀ ਕਰਤਾਰਾ। ਇਸ ਕਰਕੇ ਪਰਮਾਤਮਾ ਦਾ ਸਿਮਰਨ ਹੀ ਕਰਨਾ ਚਾਹੀਦਾ, ਉਸ ਪਰਮੇਸ਼ਰ ਦਾ, ਕਿ ਮੁੜ ਕੇ ਜੂਨ ਮਿਲੇ, ਮੁੜ ਕੇ ਨਾ ਫਿਰ ਆਪਾਂ ਨੂੰ ਆਉਣਾ ਪਵੇ ਸੰਸਾਰ ਤੇ ਬੇਬੀ ਬਣ ਕੇ। ਨਾਰ ਤਨ ਧਰ ਕੇ ਕਰੋ ਉਧਾਰਾ। ਇਸ ਕਰਕੇ ਜਦੋਂ ਆਪਾਂ ਨੂੰ ਇਹ ਮਨੁੱਖਾ ਸਰੀਰ ਮਿਲ ਗਿਆ, ਉਸ ਪਰਮੇਸ਼ਰ ਦਾ ਸਿਮਰਨ ਕਰਕੇ ਇਸ ਦਾ ਉਧਾਰ ਕਰੋ, ਮੁਕਤੀ ਪ੍ਰਾਪਤ ਕਰੋ, ਜਿਸ ਕਰਕੇ ਮੁੜ ਕੇ ਨਾ ਜਨਮ ਹੋਵੇ। ਬਹੁਰੋ ਜੁਬਾ ਅਵਸਥਾ ਪਾਏ। ਹੁਣ ਦੂਜੀ ਅਵਸਥਾ ਆ ਗਈ ਜੀ ਜਵਾਨੀ ਦੀ। ਹੁਣ ਜਵਾਨੀ ਚੜੀ ਮੁੰਡੇ ਨੂੰ, ਕੁੜੀ ਨੂੰ। ਕਾਮ ਪਿਸਾਚ ਲਗਾ ਹੈ ਤਬ ਤਾਏ। ਉਸ ਵੇਲੇ ਇੱਕ ਭੂਤ ਚਿੰਬੜ ਜਾਂਦਾ ਜਿਹਨੂੰ ਕਾਮ ਕਹਿੰਦੇ ਹਨ, ਲਸਤ। ਸੋ ਲਸਤ ਦਾ ਜਿਹੜਾ ਭੂਤ ਜਿਹੜਾ ਹੁੰਦਾ ਹੈ ਇਹ ਬੜਾ ਦੁਖਦਾਈ ਹੈ, ਬੜਾ ਡਰਾਉਣਾ ਹੈ। ਇਹ ਆ ਕੇ ਚਿੰਬੜ ਜਾਂਦਾ ਹੈ। ਖਿਰਿਓ ਸਰੋਜ ਚਿੱਤ ਬਹੁ ਭਾਂਤੀ। ਦੇਖੋ ਖਿਰਿਓ ਸਰੋਜ, ਜਿਵੇਂ ਕਮਲ ਫੁੱਲ ਖਿੜਦਾ ਹੈ, ਕਹਿਣ ਲੱਗੇ ਇਸੇ ਤਰ੍ਹਾਂ ਹੀ ਚਿੱਤ ਦੇ ਵਿੱਚ ਇਹ ਭੂਤ ਜਿਹੜਾ ਕਾਮ ਹੈ ਨਾ ਇਹ ਖਿੜ ਜਾਂਦਾ ਹੈ ਪੂਰਾ। ਇੱਛ ਪੰਖਰੀ ਜਹ ਬਿਗਸਾਤੀ। ਇੱਛਾ ਰੂਪੀ ਪੰਖੜੀਆਂ ਇਹਦੀਆਂ ਇਸ ਤਰ੍ਹਾਂ ਖੁੱਲ ਜਾਂਦੀਆਂ ਹਨ, ਓਪਨ ਵਾਈਡ ਹੋ ਜਾਂਦੀਆਂ ਹਨ ਸਾਰੇ ਪਾਸੇ। ਜਿਉ ਨਿਰਧਨੀ ਧਨੀ ਕੇ ਪਾਸਾ। ਜਿਵੇਂ ਕੋਈ ਨਿਰਧਨ ਹੋਵੇ, ਜਿਹਦੇ ਕੋਲ ਧਨ ਨਾ ਹੋਵੇ, ਉਹ ਆਸ ਰੱਖ ਕੇ ਇੱਕ ਧਨੀ ਬੰਦੇ ਕੋਲ, ਅਮੀਰ ਬੰਦੇ ਕੋਲ ਜਾਂਦਾ ਹੈ। ਕਰਹਿ ਸਥਿਤੀ ਧਾਰ ਔਰ ਆਸਾ। ਕਹਿਣ ਲੱਗੇ ਉਹ ਕਰਹਿ ਸਥਿਤੀ, ਕਹਿਣਗੇ ਉਹ ਜਿਹੜਾ ਹਨ ਟਿਕਾਉਣਾ ਕਰਦਾ ਆਪਣੇ ਆਪ ਨੂੰ, ਆਸਾਂ ਧਾਰਨ ਕਰਦਾ ਵੀ ਮੇਰੀ ਆਸਾਂ ਇੱਥੇ ਪੂਰੀ ਹੋ ਜਾਣੀ ਆ, ਮੈਨੂੰ ਇੱਥੋਂ ਮਾਇਆ ਮਿਲ ਜਾਣੀ ਹੈ ਕਿਉਂਕਿ ਅਮੀਰ ਹੈ। ਤਿਉ ਪਿਖ ਜੁਆ ਜੋ ਸਰਬ ਵਿਕਾਰਾ। ਇਸੇ ਪ੍ਰਕਾਰ ਜਿਵੇਂ ਇੱਕ ਨਿਰਧਨ ਧਨ ਕੋਲ ਜਾਂਦਾ ਨਾ, ਇਹ ਕਾਮ ਜਿਹੜਾ ਹੈ ਨਾ ਨਿਰਧਨ ਹੈ। ਇਹ ਜਵਾਨੀ ਅਵਸਥਾ ਉਹ ਰਿਚ ਅਵਸਥਾ ਹੈ। ਉੱਥੇ ਜਾ ਕੇ ਇਹ ਜਵਾਨੀ ਜਿਹੜੀ ਹੈ ਇਸ ਨੂੰ ਜਾ ਕੇ ਘੇਰ ਲੈਂਦਾ ਹੈ। ਆਏ ਸਥਿਤ ਹੋਏ ਨਰਨ ਮਝਾਰਾ। ਦੇਖੋ ਇਹ ਆ ਕੇ ਆਪਣਾ ਘਰ ਕਰ ਜਾਂਦਾ। ਇਹ ਕਾਮ ਜਿਹੜਾ ਲਸਟ ਹੁੰਦਾ ਹੈ ਨਾ, ਸੈਕਸ਼ੂਅਲ ਡਿਜ਼ਾਇਰ ਜਿਹੜਾ, ਇਹ ਅੰਦਰ ਜਾ ਕੇ ਘਰ ਕਰ ਜਾਂਦਾ ਹੈ ਬੰਦੇ ਦੇ। ਕਹਿੰਦਾ ਹੁਣ ਮੈਂ ਇਹਨੂੰ ਖਾਊਂਗਾ, ਹੁਣ ਇਹ ਤੋਂ ਮੈਂ ਆਪਣੀਆਂ ਇੱਛਾ ਪੂਰੀਆਂ ਕਰਾਵਾਂਗਾ। ਕਾਮ ਪਿਸਾਚ ਲਗਿਓ ਤਿਸ ਤਾਈ। ਸੋ ਇਸ ਕਰਕੇ ਜਵਾਨੀ ਅਵਸਥਾ ਵਿੱਚ ਕਾਮ ਜਿਹੜਾ ਹੈ ਇਹ ਆ ਕੇ ਬੰਦੇ ਨੂੰ ਚਿੰਬੜ ਕੇ ਇਸ ਤੋਂ ਸਾਰੇ ਜਿਹੜੇ ਹਨ ਪੁੱਠੇ ਸਿੱਧੇ ਕੰਮ ਵਿਸ਼ੇ ਵਿਕਾਰ ਕਰਾਉਂਦਾ ਹੈ। ਨਾਰ ਗਰਤ ਮਹਿ ਦੇ ਅਡਗਾਈ। ਦੇਖੋ ਜਿਹੜਾ ਹਨ ਔਰਤਾਂ ਜਿਹੜਾ ਹਨ ਮਰਦਾਂ ਦੇ ਵਿੱਚ ਤੇ ਮਰਦ ਜਿਹੜੇ ਹਨ ਔਰਤਾਂ ਦੇ ਵਿੱਚ। ਸੋ ਇਹਨਾਂ ਦੀ ਐਸੀ ਗਿਰਾਵਟ ਹੋ ਜਾਂਦੀ ਹੈ, ਇਹ ਐਸੇ ਟੋਏ ਵਿੱਚ ਜਾ ਡਿੱਗਦੇ ਹਨ ਇਹ ਕਾਮ ਦੇ। ਤਿਸ ਮਹਿ ਪਰਿਓ ਮਹਾ ਦੁਖ ਪਾਵੈ। ਉਹਦੇ ਵਿੱਚ ਪੈ ਕਰਕੇ ਬਹੁਤ ਦੁੱਖ ਭੋਗਣਾ ਪੈਂਦਾ ਹੈ। ਇਕ ਸਿਓ ਜਾਏ ਨਾ ਜਨਮ ਗਵਾਵੈ। ਦੇਖੋ ਜਨਮ ਸਾਰਾ ਵਿਅਰਥ ਚਲਿਆ ਜਾਂਦਾ ਹੈ, ਪਰ ਇਸ ਕਾਮ ਤੋਂ ਛੁਟਕਾਰਾ ਨਹੀਂ ਮਿਲਦਾ। ਕਾਮ ਐਸਾ ਹੈ ਕਿ ਬੰਦਾ ਮੌਤ ਤੱਕ ਵੀ ਪਹੁੰਚ ਜਾਂਦਾ ਹੈ ਨਾ, ਕਾਮ ਵਾਸ਼ਨਾ ਹਜੇ ਵੀ ਨਹੀਂ ਮੁੱਕਦੀ। ਇਸ ਕਰਕੇ ਫਿਰ ਅਗਲਾ ਜਨਮ ਤਿਆਰ ਹੁੰਦਾ ਹੈ। ਜਿਨ ਭੋਗੋ ਕੋ ਸੁਖ ਲਖ ਭੋਗੇ। ਕਹਿੰਦੇ ਜਿਨ ਭੋਗੋ, ਜਿਨ੍ਹਾਂ ਨੂੰ ਸੁੱਖ ਕਰਕੇ ਭੋਗਿਆ ਸੀ ਵੀ ਇਹਨਾਂ ਨੂੰ ਭੋਗ ਕਰਕੇ, ਕਾਮ ਦਾ ਭੋਗ ਕਰਨ ਕਰਕੇ ਸਾਨੂੰ ਸੁੱਖ ਮਿਲੇਗਾ, ਜਿਨ੍ਹਾਂ ਤੇ ਸੁੱਖ ਦੀ ਆਸ ਰੱਖ ਕੇ ਉਹ ਕਾਰਜ ਕੀਤੇ ਸਨ, ਸੋ ਸਭ ਦੁੱਖ ਕੋ ਕਾਰਨ ਸੋਗੇ। ਪਰ ਉਹੀ ਕਾਰਜ ਦੁੱਖ ਦੇ ਕਾਰਨ ਬਣ ਕੇ ਖੜੇ ਹੋ ਜਾਂਦੇ ਨੇ। ਉਹਨਾਂ ਦੇ ਕਰਕੇ ਦੁੱਖ ਮਿਲਦਾ ਹੈ,
ਜਿਨ੍ਹਾਂ ਤੋਂ ਸੁੱਖ ਦੀ ਆਸ ਰੱਖ ਕੇ ਕੀਤੇ ਸਨ। ਜਿਉ ਕੰਚਨ ਘਟ ਬਿਖ ਕੋ ਪੂਰਾ। ਦੇਖੋ ਜਿਵੇਂ ਜਿਵੇਂ ਜਿਹੜਾ ਹਨ ਜਿਉ ਕੰਚਨ ਘਟ, ਜਿਵੇਂ ਇੱਕ ਸੋਨੇ ਦਾ ਭਾਂਡਾ ਹੋਵੇ, ਇਹ ਜਵਾਨੀ ਜਿਹੜੀ ਹੈ ਸੋਨੇ ਦਾ ਭਾਂਡਾ ਹੈ, ਪਰ ਇਹਦੇ ਵਿੱਚ ਜੇ ਜ਼ਹਿਰ ਪਾ ਕੇ ਪੀਣੀ ਹੋਵੇ, ਕਰੈ ਪਾਨ ਪਿਖ ਕਹਿ ਤਹਿ ਰੂਰਾ। ਹਾਂ, ਕਹਿਣ ਲੱਗੇ ਉਸ ਦੇ ਵਿੱਚ ਜ਼ਹਿਰ ਪਈ ਹੋਈ ਤੇ ਬੰਦਾ ਉਹਨੂੰ ਜਿਹੜਾ ਹੈ ਸਵਾਦ ਲਈ ਜਾਣ ਕੇ ਪੀ ਲਵੇ ਤਾਂ ਉਹਨੇ ਮਰਨਾ ਹੀ ਹੈ, ਉਹਨੂੰ ਤਾਂ ਅੱਗੇ ਮੌਤ ਹੀ ਆਉਣੀ ਆ ਨਾ, ਭਾਵੇਂ ਸੋਨੇ ਦਾ ਭਾਂਡਾ ਹੋਵੇ। ਪਰ ਜੇ ਅੰਦਰ ਜ਼ਹਿਰ ਹੈ ਨਾ ਤੇ ਉਹਨੂੰ ਅੰਮ੍ਰਿਤ ਕਰਕੇ ਕੋਈ ਪੀਣਾ ਕਰੇ ਫਿਰ ਵੀ ਤਾਂ ਉਹ ਮਰੇਗਾ ਨਾ ਜ਼ਹਿਰ ਕਰਕੇ। ਕਿਉਂ ਵਿਚਾਰ ਬਿਨ ਸੁੰਦਰ ਨਾਰੀ। ਇਸ ਕਰਕੇ ਬਿਨਾਂ ਵਿਚਾਰਿਆਂ ਜਿਹੜੀਆਂ ਸੁੰਦਰ ਨਾਰੀਆਂ ਹਨ, ਜਿਹੜੇ ਸੁੰਦਰ ਮਰਦ ਹਨ, ਭੋਗੇ ਹੋਏ ਅਧੀਨ ਦੁਖਕਾਰੀ। ਉਹਨਾਂ ਨੂੰ ਜਿਹੜਾ ਹਨ ਸੁੰਦਰ ਜਾਣ ਕੇ ਸੁਖਦਾਈ ਜਾਣ ਕੇ ਭੋਗਦੇ ਹਨ, ਪਰ ਅਧੀਨ, ਪਰ ਉਹ ਫਿਰ ਦੁੱਖਾਂ ਦੇ ਅਧੀਨ ਹੋ ਜਾਂਦਾ ਹੈ। ਜਿਹੜਾ ਹਨ ਬੰਦਾ ਜਿਹੜਾ ਹੈ ਉਹਨਾਂ ਨੂੰ ਸੁੱਖਾਂ ਕਰਕੇ ਭੋਗਦਾ ਹੈ, ਉਹ ਆਪ ਬਿਮਾਰੀ ਦਾ ਘਰ ਬਣ ਕੇ ਬਹਿ ਜਾਂਦਾ ਹੈ। ਸੋ ਜਿਹੜੀ ਇਹ ਕਾਮ ਅਵਸਥਾ ਹੈ, ਇਹਦੇ ਵਿੱਚ ਚਾਹੇ ਤਾਂ ਬੰਦੇ ਨੂੰ ਏਡਸ ਲੱਗ ਜਾਂਦੀ ਹੈ, ਉਹ ਤਾਂ ਫਿਜ਼ੀਕਲ ਜਿਹੜੀਆਂ ਹਨ ਉਹ ਡਿਜ਼ੀਜ਼ ਲੱਗ ਗਈ। ਦੂਜੀ ਜਿਹੜੀ ਮਨ ਕਰਕੇ ਵੀ ਇੱਕ ਡਿਜ਼ੀਜ਼ ਲੱਗਦੀ ਹੈ ਮਨ ਨੂੰ, ਉਹ ਵਿਸ਼ੇ ਵਿਕਾਰਾਂ ਦੀ, ਉਹ ਨਹੀਂ ਕਿਤੇ ਵੀ ਜਾਂਦੀ। ਸੋ ਬੰਦਾ ਸਰੀਰ ਕਰਕੇ ਮਨ ਕਰਕੇ ਗਿਰਾਵਟ ਵਿੱਚ ਚਲਿਆ ਜਾਂਦਾ ਹੈ, ਜੋ ਬੜੀ ਦੁਖਦਾਈ ਹੁੰਦੀ ਹੈ। ਜੁਵਾ ਆਵਈ ਨਿਸਾ ਪ੍ਰਘੋਰਾ। ਦੇਖੋ ਕਹਿੰਦੇ ਇਹ ਭਿਆਨਕ ਰਾਤ ਮੰਗੋ ਇਹ ਜਵਾਨੀ ਆਉਂਦੀ ਹੈ। ਪੰਜ ਚੋਰ ਕਰ ਹੀ ਵੱਡ ਜੋਰਾ। ਫੇ ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਕੇ ਬੰਦੇ ਨੂੰ ਘੇਰ ਲੈਂਦੇ ਹਨ। ਤੇ ਦੇਖੋ ਜਿਹੜਾ ਜਵਾਨ ਬੰਦਾ ਹੁੰਦਾ ਉਹ ਕਿਸੇ ਦੀ ਗੱਲ ਵੀ ਨਹੀਂ ਸੁਣਦਾ। ਉਹਨੂੰ ਜੇ ਸਮਝਾ ਦਈਏ ਭਾਈ ਤੂੰ ਇਹ ਕਾਰਜ ਨਹੀਂ ਕਰਨੇ, ਤੂੰ ਕਲੱਬਾਂ ਵਿੱਚ ਨਹੀਂ ਜਾਣਾ, ਤੂੰ ਜਿਹੜਾ ਹਨ ਪੱਬਾਂ ਵਿੱਚ ਨਹੀਂ ਜਾਣਾ, ਉਹ ਪਤਾ ਕੀ ਕਹਿੰਦਾ ਹੈ, ਕਹਿੰਦਾ ਮੈਂ ਤਾਂ ਉੱਥੇ ਜਾ ਕੇ ਕੋਕੋ ਕੋਲਾ ਹੀ ਪੀਣਾ, ਮੈਂ ਕਿਹੜੇ ਨਸ਼ਾ ਪੀਣਾ, ਹਾਂਜੀ ਮੈਂ ਕਿਹੜੇ ਨੱਚਦਾ, ਮੈਂ ਤਾਂ ਫਰੈਂਡਸ ਨਾਲ ਜਾਂਦਾ ਹਾਂ ਕੰਪਨੀ ਦੇਣ ਵਾਸਤੇ। ਭਾਈ ਉਹਨਾਂ ਨੂੰ ਜਿਹੜਾ ਹੈ ਫੇ ਕਹੀਦਾ ਜੀ ਰਾਤ ਨੂੰ ਨਹੀਂ ਬਾਹਰ ਜਾਣਾ, ਉਹ ਰਾਤ ਨੂੰ ਹੀ ਬਾਹਰ ਜਾਂਦੇ ਨੇ। ਸੋ ਜਿੰਨਾ ਮਰਜ਼ੀ ਇਹਨਾਂ ਨੂੰ ਸਮਝਾ ਲਓ ਇਹ ਨਹੀਂ ਸਮਝਦੇ, ਕਿਉਂਕਿ ਉਹ ਪੰਜ ਭੂਤਾਂ ਨੇ ਇਹਨਾਂ ਤੇ ਜ਼ੋਰ ਪਾਇਆ ਹੁੰਦਾ ਹੈ। ਇਹ ਕਿਸੇ ਦੀ ਗੱਲ ਨਹੀਂ ਸੁਣਦੇ, ਪਰ ਜਦੋਂ ਪੈਂਦੀ ਹੈ ਤਾਂ ਉਦੋਂ ਹੀ ਪਤਾ ਲੱਗਦਾ ਹੈ। ਸਤ ਸੰਤੋਖ ਵਿਰਾਗ ਵਿਚਾਰਾ। ਦੇਖੋ ਸਤ ਹੋਇਆ, ਸੰਤੋਖ ਹੋਇਆ, ਵਿਰਾਗ ਹੋਇਆ, ਜਿਹੜਾ ਵਿਚਾਰ ਹੈ ਪਰਮੇਸ਼ਰ ਦਾ। ਸ਼ਾਂਤ ਆਤਮਾ ਧਨ ਇਹ ਭਾਰਾ। ਸ਼ਾਂਤ ਆਤਮਾ, ਜਿਹੜੀ ਆਤਮਾ ਦੀ ਸ਼ਾਂਤੀ, ਜਿਹੜਾ ਹਨ ਆਤਮਾ ਦੇ ਵਿੱਚ ਸੁੱਖ, ਕਹਿੰਦੇ ਇਹੀ ਤਾਂ ਵੱਡਾ ਧਨ ਹੈ ਬੰਦੇ ਕੋਲ। ਜਿਨ੍ਹਾਂ ਨੂੰ ਕਾਮ ਨੇ ਆ ਕੇ ਲੁੱਟਣਾ ਹੈ, ਕਾਮ ਕੀ ਲੁੱਟਦਾ ਹੈ, ਬੰਦੇ ਤੋਂ ਸੱਤ ਲੁੱਟ ਲੈਂਦਾ ਹੈ, ਉਹਦੇ ਵਿੱਚੋਂ ਸੰਤੋਖ ਨੂੰ ਲੁੱਟ ਲੈਂਦਾ ਹੈ, ਉਹਦੇ ਵਿਰਾਗ ਨੂੰ ਲੁੱਟ ਲੈਂਦਾ ਹੈ, ਉਹਦੀ ਵਿਚਾਰ ਨੂੰ ਲੁੱਟ ਲੈਂਦਾ, ਉਹਦੀ ਸ਼ਾਂਤੀ ਨੂੰ ਲੁੱਟ ਲੈਂਦਾ ਹੈ, ਤੇ ਉਹਦੇ ਆਤਮ ਗਿਆਨ ਨੂੰ ਵੀ ਲੁੱਟ ਕੇ ਰੱਖ ਦਿੰਦਾ ਹੈ। ਸਰਬਸ ਚੋਰ ਖਸੋਟ ਲੈ ਜਾਈ। ਕਹਿੰਦੇ ਇਹ ਚੋਰ ਜਿਹੜਾ ਹੈ ਕਾਮ, ਇਹ ਸਾਰੇ ਹੀ ਜਿਹੜੇ ਦੈਵੀ ਗੁਣ, ਚੰਗੇ ਗੁਣ, ਵਰਚੂਸ ਨੂੰ ਲੁੱਟ ਕੇ ਲੈ ਜਾਂਦੇ ਹਨ। ਜਨਮ ਮਰਨ ਦਾਰਿਦ ਦੁਖ ਪਾਏ। ਫਿਰ ਗਰੀਬੀ ਆ ਜਾਂਦੀ ਹੈ। ਜਿਹੜਾ ਲੁੱਟਿਆ ਗਿਆ ਬੰਦਾ ਨਾ, ਜਿਹਦੇ ਕੋਲ ਸਤ ਸੰਤੋਖ ਵਿਰਾਗ ਵਿਚਾਰ ਸ਼ਾਂਤ ਸਾਰਾ ਲੁੱਟਿਆ ਜਾਂਦਾ ਹੈ ਨਾ, ਫਿਰ ਉਹ ਕੀ ਹੁੰਦਾ ਹੈ, ਉਹ ਕੰਗਾਲ ਹੋ ਜਾਂਦਾ ਹੈ, ਉਹ ਗਰੀਬ ਹੋ ਜਾਂਦਾ, ਫਿਰ ਜਨਮ ਮਰਨ 'ਚ ਜਾ ਕੇ ਭਟਕਦਾ ਹੈ। ਜਿਵੇਂ ਕੋਈ ਬੰਦਾ ਘਰੋਂ ਨਿਕਲ ਜਾਵੇ ਨਾ, ਉਹ ਫਿਰ ਦਰ ਦਰ ਜਾ ਕੇ ਠੋਕਰਾਂ ਖਾਂਦਾ ਹੈ, ਮੰਗਦਾ ਫਿਰਦਾ ਹੈ। ਇਸੇ ਪ੍ਰਕਾਰ ਕਰਕੇ ਜੇ ਆਪਾਂ ਆਪਣੇ ਜੀਵਨ ਕਾਲ ਦੇ ਵਿੱਚ ਇਹ ਦੈਵੀ ਗੁਣਾਂ ਨੂੰ ਲੁਟਾ ਲਿਆ ਕਾਮ ਤੋਂ, ਤਾਂ ਫਿਰ ਕੀ ਹੋਏਗਾ, ਫਿਰ ਇੱਕ ਜੂਨ ਤੋਂ ਦੂਜੀ ਜੂਨ, ਦੂਜੇ ਤੋਂ ਤੀਜੀ, ਇਹ ਜੂਨਾਂ ਵਿੱਚ ਫਿਰ ਆਪਾਂ ਭਟਕਦੇ ਫਿਰਦੇ ਹਾਂ। ਇਹਨੇ ਤਸ ਕਰਤੇ ਹੋਇਆ ਛੇ ਸੁਚੇਤੂ। ਦੇਖੋ ਇਹ ਚੋਰਾਂ ਤੋਂ ਸੁਚੇਤ ਹੋਣਾ ਚਾਹੀਦਾ ਹੈ ਵੀ ਇਹ ਚੋਰ ਜਿਹੜੇ ਹਨ ਆਪਣਾ ਜਿਹੜਾ ਸਮਾਂ ਵੀ ਲੁੱਟਦੇ ਹਨ, ਆਪਣੇ ਵਿੱਚੋਂ ਦੈਵੀ ਗੁਣਾਂ ਨੂੰ ਵੀ ਲੁੱਟਦੇ ਹਨ। ਕੋਈ ਬੰਦਾ ਕਹਿੰਦਾ ਹੈ ਨਾ ਕੋਈ ਨਹੀਂ ਜਵਾਨੀਆਂ ਕਰ ਲੈਂਦੋ, ਬੁੱਢਾ ਹੋ ਕੇ ਠੀਕ ਹੋ ਜਾਏ। ਭਾਈ ਇਹਦੇ ਵਿੱਚ ਗੱਲ ਜਿਹੜੀ ਹਨ ਜਵਾਨੀ ਬੁੱਢੇ ਦੀ ਨਹੀਂ ਹੁੰਦੀ, ਮੌਤ ਤਾਂ ਕਿਸੇ ਵੇਲੇ ਵੀ ਆ ਸਕਦੀ ਹੈ। ਪਰ ਗੱਲ ਇਹ ਹੈ ਕਿ ਜਦੋਂ ਕੋਈ ਬੰਦਾ ਲੁੱਟਿਆ ਜਾਂਦਾ ਹੈ ਨਾ, ਉਹ ਲੁੱਟ ਮਾਰ ਦੇ ਕਰਕੇ ਉਹ ਜਿਹੜਾ ਹਨ ਜੇ ਜਵਾਨੀ ਵਿੱਚ ਲੁੱਟੇਗਾ, ਬੁੱਢੇ ਵਿੱਚ ਕਿਹੜੇ ਉਹਨੇ ਠੀਕ ਆਉਣਾ ਹੈ। ਬੁੱਢੇ ਵਿੱਚ ਤਾਂ ਵੀ ਉਹੀ ਕੰਮ ਕਰੇਗਾ ਜਿਹੜਾ ਉਹਨੇ ਜਵਾਨੀ ਵਿੱਚ ਕੀਤੇ ਹਨ। ਦਰਬ ਆਤਮਾ ਰੱਖੈ ਨਿਕੇਤੂ। ਸੋ ਦਰਬ ਆਤਮਾ, ਜਿਹੜਾ ਦਰਬ ਹੈ, ਜਿਹੜੀ ਮਾਇਆ ਹੈ ਨਾ, ਜਿਹਦੇ ਕਰਕੇ ਆਪਾਂ ਨੂੰ ਪ੍ਰਾਲਬੱਧ ਕਰਕੇ ਇਹ ਜਨਮ ਮਿਲਿਆ ਹੈ, ਜਿਹੜੀ ਆਪਣਾ ਕੈਪੀਟਲ ਸੀਗਾ, ਉਹ ਜਿਹੜਾ ਹੈ ਆਪਣੇ ਘਰ, ਇਹ ਸਰੀਰ ਰੂਪੀ ਘਰ ਵਿੱਚ ਜਿਹੜਾ ਰੱਖਿਆ ਹੋਇਆ ਪਰਮੇਸ਼ਰ ਨੇ। ਧਨ ਸੇ ਨਰ ਪਾਵ ਹੈ ਪਦ ਪੂਰੀ। ਕਹਿੰਦੇ ਉਹ ਧਨ ਹਨ ਜਿਨ੍ਹਾਂ ਨੇ ਉਹ ਆਤਮਾ ਦੀ ਪਹਿਚਾਣ ਕਰ ਲਈ, ਇਹ ਜਿਹੜਾ ਹਨ ਜਨਮ ਪਾ ਕੇ। ਆਨੰਦ ਬਿਖੈ ਥਿਤ ਤਹਿ ਬਦਰੂ। ਉਹਨਾਂ ਨੂੰ ਤਾਂ ਆਨੰਦ ਹੀ ਆਨੰਦ ਹੈ, ਉਹਨਾਂ ਨੂੰ ਕਿਤੇ ਦੁੱਖ ਨਹੀਂ ਉਹਨਾਂ ਦੇ ਕੋਲ ਆਉਂਦਾ, ਜਿਨ੍ਹਾਂ ਨੇ ਪਰਮੇਸ਼ਰ ਨੂੰ ਧਿਆਇਆ ਹੈ, ਜਿਨ੍ਹਾਂ ਨੇ ਆਪਣਾ ਧਨ ਬਚਾ ਕੇ ਰੱਖਿਆ ਤੇ ਪਰਮੇਸ਼ਰ ਦੀ ਭਗਤੀ ਵਿੱਚ ਲਾਇਆ। ਪਰਮ ਸਤਰ ਇਹ ਜੋਬਨ ਜਾਨੋ। ਦੇਖੋ ਇਹ ਸਭ ਤੋਂ ਵੱਡਾ ਸ਼ਤਰੂ ਬੰਦੇ ਦਾ ਕੀ ਹੈ, ਜਵਾਨੀ। ਜਵਾਨੀ ਵਿੱਚ ਇਹ ਲੋਕ ਜਿਹੜੇ ਹਨ ਬੜੇ ਵਿਗੜਦੇ ਤਿਗੜਦੇ ਹੁੰਦੇ ਹਨ। ਕਾਮ ਕ੍ਰੋਧ ਇਹ ਸਤਰ ਪਛਾਨੋ। ਕਾਮ ਕ੍ਰੋਧ ਇਹ ਜਿਹੜੇ ਹਨ ਇਹਨਾਂ ਨੂੰ ਸ਼ਤਰੂ ਦੁਸ਼ਮਣ ਮੰਨੋ
ਆਪਣੇ ਇਹ ਵੱਡੇ ਦੁਸ਼ਮਣ ਹਨ। ਬਾਰ-ਬਾਰ ਇਹ ਕਰਹਿ ਪ੍ਰਹਾਰਾ। ਦੇਖੋ ਬਾਰ-ਬਾਰ ਆ ਕੇ ਬੰਦੇ ਤੇ ਪ੍ਰਹਾਰ ਅਟੈਕ ਕਰਦੇ ਨੇ, ਇਹ ਜਿਹੜਾ ਹਮਲਾ ਕਰਦੇ ਨੇ ਬੰਦੇ ਤੇ, ਕਿੰਨੇ ਤਰੀਕੇ ਨਾਲ ਇਹ ਚੀਜ਼ਾਂ ਫੇਰ ਮੁੜ ਕੇ ਆ ਕੇ ਬੰਦੇ ਨੂੰ ਸਤਾਉਂਦੀਆਂ ਹਨ, ਕਹਿੰਦੀਆਂ ਤੂੰ ਵੀ ਕਰ ਲਾ, ਤੂੰ ਵੀ ਇਹ ਕਰ ਲਾ, ਤੂੰ ਉਹ ਕਰ ਲਾ। ਤੇ ਉਹ ਬੰਦੇ ਨੂੰ ਜਿਹੜਾ ਹੈ ਆਸਰਾ ਪਰਮੇਸ਼ਰ ਦਾ ਹੀ ਲੈਣਾ ਚਾਹੀਦਾ ਹੈ, ਗੁਰੂ ਦੇ ਕਿਰਪਾ ਸਦਕਾ ਹੀ ਬਚ ਸਕਦੇ ਹਾਂ। ਖੰਡ ਖੰਡ ਮਨ ਕੋ ਕਰ ਡਾਰਾ। ਦੇਖੋ ਇਹ ਜਿਹੜੀਆਂ ਹਨ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹਨ, ਇਹ ਮਨ ਦੇ ਟੁਕੜੇ ਟੁਕੜੇ ਕਰਕੇ ਰੱਖ ਦਿੰਦੇ ਨੇ, ਇਹ ਬੰਦੇ ਨੂੰ ਜਸਟੀਫਾਈਡ ਵੀ ਕਰਨਾ ਸ਼ੁਰੂ ਕਰ ਦਿੰਦੇ ਨੇ। ਪਹਿਲਾਂ ਤਾਂ ਬੱਚਾ ਜਾਂਦਾ ਪੱਬਾਂ ਨੂੰ ਤੇ ਕਹਿੰਦਾ ਮੈਂ ਕੋਕ ਪੀਂਦਾ ਹਾਂ, ਫਿਰ ਹੌਲੀ ਹੌਲੀ ਕਰਕੇ ਫਿਰ ਕਹਿੰਦਾ ਜਿਵੇਂ ਮੈਂ ਵਾਈਨ ਨਹੀਂ ਪੀਂਦਾ, ਮੈਂ ਸਿਰਫ ਬੀਅਰ ਪੀਂਦਾ ਹਾਂ, ਮੈਂ ਬੀਅਰ ਵੀ ਇੱਕ ਗਲਾਸ ਹੀ ਪੀਂਦਾ ਹਾਂ। ਹੌਲੀ ਹੌਲੀ ਕਰਕੇ ਵਾਈਨ ਪੀਣਾ ਸ਼ੁਰੂ ਕਹਿੰਦੇ ਮੈਂ ਵਾਈਨ ਨਹੀਂ ਪੀਂਦਾ, ਮੈਂ ਬ੍ਰੈਂਡੀ ਨਹੀਂ ਪੀਂਦਾ, ਫਿਰ ਬ੍ਰੈਂਡੀ ਵੀ ਪੀਣੀ ਸ਼ੁਰੂ ਕਰ ਦਿੰਦਾ ਹੈ। ਫਿਰ ਕਹਿੰਦਾ ਜੀ ਮੈਂ ਵੋਡਕਾ ਨਹੀਂ ਪੀਂਦਾ, ਮੈਂ ਇਹੀ ਪੀਂਦਾ ਹਾਂ। ਫਿਰ ਕਿੰਨਾ ਹੀ ਕੰਮ ਜਿਹੜਾ ਅੱਗੇ ਤੋਂ ਅੱਗੇ, ਫਿਰ ਕੀ ਹੁੰਦਾ ਉਸ ਤੋਂ ਬਾਅਦ ਉਹਦਾ ਵੀ ਨਸ਼ਾ ਘਟ ਜਾਂਦਾ ਹੈ। ਫਿਰ ਜਿਹੜਾ ਨੱਕ ਵਿੱਚ ਸੂਟੇ ਮਾਰਨੇ ਸ਼ੁਰੂ ਕਰ ਦਿੰਦਾ ਹੈ, ਫਿਰ ਜਿਹੜਾ ਨੱਕ ਦੇ ਵਿੱਚ ਜਿਹੜਾ ਹੈ ਖਿੱਚ ਖਿੱਚ ਕੇ ਡਰੱਗਸ ਨੂੰ ਲਈ ਜਾਂਦਾ ਆਪਣੇ ਅੰਦਰ, ਫਿਰ ਫੂਕਣਾ ਸ਼ੁਰੂ ਕਰ ਦਿੰਦਾ ਹੈ, ਫਿਰ ਅਖੀਰ ਤੇ ਆਪੇ ਫੂਕਿਆ ਜਾਂਦਾ ਹੈ। ਜੋ ਸਾਵਣ ਹੈ ਬਰਖਾ ਭਾਰੀ। ਜਿਵੇਂ ਸਾਵਣ ਦੇ ਮਹੀਨੇ 'ਚ ਬਹੁਤ ਸਾਰੀ ਬਰਖਾ ਹੁੰਦੀ ਹੈ, ਮੀਂਹ ਪੈਂਦਾ ਹੈ, ਸਰਤਾ ਕੋ ਪ੍ਰਵਾਹੇ ਬਲਕਾਰੀ। ਵੇ ਉਹ ਸਰਤਾ ਨਦੀਆਂ ਭਰ ਜਾਂਦੀਆਂ ਨੇ ਉੱਤੇ ਤੱਕ, ਤੇ ਉਹਨਾਂ ਦਾ ਪ੍ਰਵਾਹ ਬਹੁਤ ਸਟਰੋਂਗ ਜਿਹੜਾ ਉਹਨਾਂ ਦੀ ਕਾਰਨ ਬਹੁਤ ਸਟਰੋਂਗ ਹੋ ਜਾਂਦੀ ਹੈ, ਤਕੜੀ ਹੋ ਜਾਂਦੀ ਹੈ। ਤਿਉ ਜੋਬਨ ਕੇ ਆਵਨ ਕਰਕੇ। ਇਸ ਕਰਕੇ ਕਹਿੰਦੇ ਜਦੋਂ ਜੋਬਨ ਆਉਂਦਾ ਹੈ ਨਾ, ਉਹ ਜਿਵੇਂ ਜਲ ਦਾ ਪ੍ਰਵਾਹ ਹੁੰਦਾ ਨਾ, ਇਸੇ ਤਰ੍ਹਾਂ ਹੀ ਆਉਂਦਾ ਹੈ। ਜਵਾਨੀ ਦਾ ਜਿਹੜਾ ਹੈ ਪ੍ਰਵਾਹ ਐਸਾ ਹੀ ਤਕੜਾ ਹੈ, ਜਵਾਨੀ ਦੇ ਵਿੱਚ ਕੋਈ ਨਹੀਂ ਕਿਸੇ ਦੀ ਸੁਣਦਾ। ਤ੍ਰਿਸ਼ਨਾ ਹੋਤ ਅਧਿਕ ਬਲ ਧਰ ਕੇ। ਦੇਖੋ ਤ੍ਰਿਸ਼ਨਾ, ਉਹਦੇ ਵਿੱਚ ਭੁੱਖ ਜਿਹੜੀ ਹੈ, ਉਹਦੇ ਵਿੱਚ ਅੰਦਰ ਵਿਕਾਰ ਕਰਨ ਦੀ ਇੱਛਾ ਜਿਹੜੀ ਇੰਨੀ ਪ੍ਰਬਲ ਹੁੰਦੀ ਹੈ, ਜਿਵੇਂ ਨਦੀ ਹੁੰਦੀ ਹੈ ਜਿਹਦੇ ਵਿੱਚ ਬਹੁਤ ਸਾਰੀ ਕਾਰਨ ਹੁੰਦੀ ਹੈ, ਉਹ ਫਿਰ ਜਿਹੜਾ ਹੈ ਰੋੜ ਕੇ ਲੈ ਜਾਂਦੀ ਸਾਰੇ ਜੀਵਨ ਨੂੰ। ਜਿਉ ਸਾਗਰ ਗੰਭੀਰ ਅਪਾਰੇ। ਜਿਵੇਂ ਸਾਗਰ ਹੁੰਦੇ ਨੇ ਬਹੁਤ ਡੂੰਘੇ, ਮੱਛ ਕੱਛ ਹੈ ਨੰਕਰ ਮਝਾਰੇ। ਉਹਦੇ ਵਿੱਚ ਜਿਹੜਾ ਹਨ ਮਗਰ ਮੱਛ ਵਰਗੇ ਜਾਂ ਵੱਡੇ ਵੱਡੇ ਜੀ ਜੰਤ ਜਿਹੜੇ ਹੁੰਦੇ ਨੇ ਅੰਦਰ, ਸੋ ਉਹ ਜਿਹੜੇ ਹਨ ਉਹ ਜੀ ਜੰਤੂ ਜਿਹੜੇ ਸਾਰੇ ਉਸ ਵੱਡੇ ਸਮੁੰਦਰ ਵਿੱਚ ਹੋਇਆ ਕਰਦੇ ਹਨ। ਤਰਨੋ ਕਠਨ ਤਾਹੇ ਕੋ ਹੋਈ। ਦੇਖੋ ਉਹ ਸਮੁੰਦਰ ਨੂੰ ਕੌਣ ਤਰ ਲੇਗਾ ਜਿਹਦੇ ਵਿੱਚ ਮਗਰ ਮੱਛ, ਕ੍ਰੋਕੋਡਾਈਲ ਵਰਗੇ, ਐਲੀਗੇਟਰ ਵਰਗੇ ਵੱਡੇ ਵੱਡੇ ਮੱਛ ਜਿਹੜੇ ਹਨ ਮਗਰ ਮੱਛ ਬੈਠੇ ਹੋਣ, ਉਹ ਜਿਹੜੇ ਹਨ ਨਦੀ ਨੂੰ ਜਾਂ ਸਮੁੰਦਰ ਨੂੰ ਕੌਣ ਪਾਰ ਕਰ ਸਕਦਾ ਹੈ। ਚੱਡਾ ਜਹਾਜ਼ ਪਾਏ ਤਟ ਸੋਈ। ਬਸ ਜਹਾਜ਼ ਤੇ ਚੜਨਾ ਇੱਕੋ ਇੱਕ ਤਰੀਕਾ ਹੈ ਉਸ ਨੂੰ ਪਾਰ ਕਰਨ ਦਾ। ਸੋ ਜਹਾਜ਼ ਕੀ ਹੈ? ਨਾਨਕ ਨਾਮ ਜਹਾਜ਼ ਹੈ। ਨਾਨਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਨਾਮ ਹੀ ਹੈ ਜਿਹੜਾ ਜਹਾਜ਼ ਹੈ, ਜਿਹੜਾ ਇਹ ਸਮੁੰਦਰੋਂ ਪਾਰ ਕਰਨ ਵਾਲਾ ਹੈ। ਤਿਉ ਜੋਬਨ ਹੈ ਸਹਿਤ ਵਿਕਾਰਾ। ਇਸ ਕਰਕੇ ਇਹ ਜੋਬਨ ਜਵਾਨੀ ਜਿਹੜੀ ਸਾਰੀ ਵਿਕਾਰਾਂ ਵਿੱਚ ਲੰਘ ਜਾਂਦੀ ਹੈ। ਤਰਨੋ ਕਠਨ ਨਾ ਪਾਵ ਹੈ ਪਾਰਾ। ਇਸ ਕਰਕੇ ਸੰਸਾਰ ਨੂੰ ਤਰਨਾ ਬੜਾ ਔਖਾ ਹੈ, ਕਿਉਂਕਿ ਇਹ ਵਿਕਾਰਾਂ ਦੇ ਵਿੱਚ ਬੰਦਾ ਗਲ ਜਾਂਦਾ ਹੈ, ਉਹਦੀ ਸੋਚਣੀ ਭੈੜੀ ਹੋ ਜਾਂਦੀ ਹੈ, ਉਹ ਸਾਰੀ ਗੱਲ ਨੂੰ ਜਸਟੀਫਾਈਡ ਕਰਦਾ ਰਹਿੰਦਾ ਹੈ। ਜਿਵੇਂ ਸ਼ਰਾਬੀ ਬੰਦੇ ਹੁੰਦੇ ਆ ਨਾ, ਪਿਛਲੇ ਸਮਿਆਂ ਵਿੱਚ ਕੀ ਕਰਿਆ ਕਰਦੇ ਸਨ ਲੋਕ, ਜਾਂ ਕੋਈ ਸ਼ਰਾਬੀ ਹੋਵੇ, ਕੋਈ ਡਰੱਗਿਸਟ ਹੋਵੇ, ਉਹਦਾ ਵਿਆਹ ਕਰ ਦਿੰਦੇ ਸਨ ਵੀ ਵਿਆਹ ਕਰ ਦਈਏ, ਇਹਦੀ ਜ਼ਿੰਮੇਵਾਰੀ ਪਈ ਆਪੇ ਠੀਕ ਹੋ ਜਾਏਗਾ। ਉਹ ਕੀ ਹੁੰਦਾ ਸੀ ਵਿਚਾਰੇ, ਉਹ ਜਿਹੜੀਆਂ ਹਨ ਵਿਚਾਰੀ ਜਿਹਦੇ ਉਹਦੇ ਨਾਲ ਵਿਆਹੀ ਗਈ, ਹਾਂਜੀ ਉਹ ਤਾਂ ਗਈ ਹੋ ਗਈ ਵਿਚਾਰੀ, ਹਾਂਜੀ ਸਾਰੀ ਉਮਰ ਵਿਚਾਰੀ ਦੁੱਖ ਸਹਿੰਦੀ ਹੈ, ਆਪਣੀ ਬਿਮਾਰੀ ਲਿਆ ਕੇ ਉਹਨਾਂ ਨੇ ਉਹਦੀ ਘਰਵਾਲੀ ਤੇ ਪਾ ਦਿੱਤੀ। ਸੋ ਐਸੇ ਵਿਗੜੇ ਹੋਇਆਂ ਨੂੰ ਜਿਹੜਾ ਹਨ ਫਿਰ ਘਰ ਵਾਲਿਆਂ ਦੇ ਬਸ ਪਾ ਦਿੰਦੇ ਨੇ। ਉਹ ਵਿਚਾਰੀਆਂ ਸਾਰੀ ਉਮਰ ਜਿਹੜੀਆਂ ਹਨ ਧੂਕ ਰੀਸ ਕਰਦੀਆਂ ਰਹਿੰਦੀਆਂ ਨੇ ਇਹ ਜਿਹੇ ਦੇ ਨਾਲ, ਉਹ ਸੁਧਰਦੇ ਕੋਈ ਨਹੀਂ ਹੈਗੇ। ਸੋ ਇਸ ਪ੍ਰਕਾਰ ਕਰਕੇ ਉਹਨਾਂ ਦੇ ਜਿਹੜਾ ਹਨ ਉਹਨਾਂ ਦਾ ਜਿਹੜਾ ਖਹਿੜਾ ਛਡਾਉਣ ਵਾਸਤੇ ਮਾਪੇ ਤਾਂ ਵਿਆਹ ਕਰਦੇ ਨੇ, ਪਰ ਉਹ ਵਿਚਾਰੀਆਂ ਨੂੰ ਸਹਿਣਾ ਪੈਂਦਾ ਹੈ ਤੇ ਇਹ ਸੁਧਰਦੇ ਕੋਈ ਨਹੀਂ। ਫਿਰ ਇਹ ਜਸਟੀਫਾਈਡ ਹਰ ਇੱਕ ਚੀਜ਼ ਨੂੰ ਕਰਦੇ ਨੇ। ਜਿਹੜਾ ਹਨ ਰਾਤ ਨੂੰ ਪੀ ਕੇ ਆ ਜਾਣਾ ਜਾਂ ਡਰੱਗਸ ਖਾ ਲੈਣੇ, ਪੁੱਠਾ ਸਿੱਧਾ ਬੋਲ ਪੈਣਾ, ਸਵੇਰੇ ਕਹਿੰਦਾ ਜੀ ਮੈਂ ਤਾਂ ਨਸ਼ੇ ਵਿੱਚ ਸੀ, ਮੈਨੂੰ ਤਾਂ ਕੁਝ ਨਹੀਂ ਯਾਦ ਜੀ, ਜਸਟੀਫਿਕੇਸ਼ਨ, ਹਾਂਜੀ ਮੈਨੂੰ ਤਾਂ ਪੀਣਾ ਪਿਆ ਜੀ, 2 ਦੋਸਤ ਆ ਗਏ ਸੀ ਜੀ, ਨਹੀਂ ਇਹ ਤਾਂ ਬਿਜ਼ਨਸ ਜਿਹੜਾ ਹੈ ਬਿਜ਼ਨਸ ਡਿਨਰ ਸੀਗਾ ਜੀ, ਉੱਥੇ ਤਾਂ ਪੀਣਾ ਹੀ ਪੈਂਦਾ ਹੈ, ਹਾਂਜੀ ਬਹੁਤ ਕੁਝ ਉਹਨਾਂ ਦੇ ਜਿਹੜੇ ਹਨ ਇੰਨੇ ਜਸਟੀਫਿਕੇਸ਼ਨ ਹੁੰਦੇ ਨੇ। ਸੋ ਇਸ ਪ੍ਰਕਾਰ ਕਰਕੇ ਉਹ ਬਹਾਨੇ ਬੜੇ ਲਾਉਂਦੇ ਨੇ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਤਰਨੋ ਕਠਨ, ਇਹ ਤਰਨਾ ਬਹੁਤ ਕਠਨ ਹੈ ਜਦੋਂ ਬੰਦਾ ਇਸ ਗਰਕ ਹੋ ਜਾਂਦਾ ਇਸ ਜਿਹੜੀਆਂ ਹਨ ਪੁੱਠੀਆਂ ਕਰਤੂਤਾਂ ਦੇ ਵਿੱਚ। ਲੱਖ ਸਤ ਸੰਗਤ ਪੋਤ ਮਹਾਨਾ। ਦੇਖੋ ਇੱਕੋ ਇੱਕ ਜਹਾਜ਼ ਹੈ ਇਸ ਮਨੁੱਖ ਨੂੰ ਪਾਰ ਕਰਨ ਵਾਸਤੇ, ਉਹ ਹੈ ਸਤ ਸੰਗਤ। ਸਿਮਰਨ ਨਾਮ ਜਹਾਂ ਬਰਦਵਾਨਾ। ਜਿੱਥੇ ਸਿਮਰਨ ਕਰਨਾ ਹੀ ਜਿਹੜਾ ਹੈ ਉਹ ਜਹਾਜ਼ ਦੇ ਕੱਪੜੇ ਵਰਗਾ ਹੈ। ਉਸ ਦਾ ਜਿਹੜਾ ਕੱਪੜਾ ਹੁੰਦਾ ਹੈ ਨਾ,
ਜਿਹੜਾ ਕਿ ਉਸ ਨੂੰ ਜਿਹੜਾ ਹੈ ਉਸ ਦਾ ਨਿਸ਼ਾਨ ਜਿਹੜਾ ਹੈ ਉਸ ਦਾ ਜਿਹੜਾ ਡੈਸਟੀਨੇਸ਼ਨ ਬਣਾਉਂਦਾ ਹੈ। ਪੁਰਾਣੇ ਜਹਾਜ਼ ਜਦੋਂ ਸੇਲਿੰਗ ਕਰਦੇ ਸਨ ਉਹ ਸੇਲ ਜਿਹੜਾ ਹੈ ਉਹਦਾ ਸੇਲ ਕਰਟਨ ਜਿਹੜਾ ਹੁੰਦਾ ਸੀਗਾ ਉਹਦੇ ਨਾਲ ਜਹਾਜ਼ ਜਿਹੜਾ ਹੈ ਉਹ ਚੱਲਦਾ ਹੈ। ਸੋ ਇਸ ਪ੍ਰਕਾਰ ਕਰਕੇ ਕਹਿੰਦੇ ਸਿਮਰਨ ਹੀ ਹੈ ਜੋ ਆਪਾਂ ਨੂੰ ਸਿੱਧੇ ਰਸਤੇ ਪਾ ਸਕਦਾ ਹੈ। ਕੋ ਪਾਵਹੁ ਤਰਹੁ ਸੁਖਾਰੇ, ਇਸ ਕਰਕੇ ਉਸ ਜਹਾਜ਼ ਤੇ ਚੜ ਕੇ ਹੀ ਸੌਖਾ ਤਰਨਾ ਹੁੰਦਾ ਹੈ, ਆਨੰਦ ਪ੍ਰਾਪਤ ਪਾਰ ਕਰਾਰੇ, ਤੇ ਆਨੰਦ ਪ੍ਰਾਪਤ ਹੁੰਦਾ ਹੈ। ਜੀਵਨ ਵੀ ਜਿਹੜਾ ਹਨ ਸੁੱਖਾਂ ਨਾਲ ਬਤੀਤ ਹੁੰਦਾ ਹੈ, ਸਾਰਾ ਜੀਵਨ ਵਿੱਚ ਆਨੰਦ ਰਹਿੰਦਾ ਹੈ ਤੇ ਜਿਹੜਾ ਹਨ ਫੇਰ ਜਿਹੜਾ ਮੁਕਤੀ ਰੂਪੀ ਕਿਨਾਰਾ ਪ੍ਰਾਪਤ ਹੁੰਦਾ ਹੈ। ਇਸ ਜਹਾਜ਼ ਬਿਨ ਪਾਰ ਨਾ ਪਾਵੋ, ਇਸ ਜਹਾਜ਼ ਬਿਨਾ ਪਾਰ ਨਹੀਂ ਹੋ ਸਕਦੇ ਕਿਉਂਕਿ ਸਮੁੰਦਰ ਬਹੁਤ ਖੁੱਲੇ ਵੱਡੇ ਨੇ, ਵਿੱਚ ਜੀ ਜੰਤੂ ਨੇ ਜਿਹੜੇ ਖਾ ਜਾਂਦੇ ਨੇ ਬੰਦੇ ਨੂੰ ਰਸਤੇ ਵਿੱਚ ਹੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ। ਤੇ ਬੰਦੇ ਨੂੰ ਜਿਹੜਾ ਹਨ ਪਾਰ ਹੋਣ ਦਾ ਸਿਰਫ ਇੱਕੋ ਇੱਕ ਤਰੀਕਾ ਹੈ, ਗੁਰੂ ਰੂਪੀ ਜਹਾਜ਼ ਤੇ ਚੜਨਾ, ਨਾਮ ਸਿਮਰਨ ਰੂਪੀ ਜਹਾਜ਼। ਨਿਮਰ ਭਾਵ ਹੈ ਸੇਵ ਕਮਾਵੋ, ਇਸ ਕਰਕੇ ਨਿਮਰਤਾ ਵਿੱਚ ਆ ਕੇ ਜਵਾਨੀ ਦੇ ਵਿੱਚ ਪਰਮੇਸ਼ਰ ਦੇ ਗੁਰੂ ਮਹਾਰਾਜ ਦੀ ਸੇਵਾ ਹੀ ਕਰਨੀ ਚਾਹੀਦੀ ਹੈ, ਸਤ ਸੰਗਤ ਦੀ ਸੇਵਾ 'ਚ ਹੀ ਸਮਾਂ ਬਿਤਾਉਣਾ ਚਾਹੀਦਾ ਹੈ। ਦੋਹਰਾ ਬਾਲ ਬੈਸ ਕੋ ਜੁਵਾ ਜਿਉ ਗ੍ਰਾਸ ਲੇਤ ਤਤਕਾਲ। ਦੇਖੋ ਜਿਵੇਂ ਬਾਲ ਅਵਸਥਾ ਹੈ, ਬੇਬੀ ਤੋਂ ਜਵਾਨੀ ਬਾਲ ਅਵਸਥਾ ਨੂੰ ਖਾ ਜਾਂਦੀ ਹੈ ਤੇ ਜਵਾਨੀ ਬਣ ਜਾਂਦੀ ਹੈ। ਸੋ ਇਸੇ ਪ੍ਰਕਾਰ ਜਿਹੜਾ ਹਨ ਇੱਕ ਬਾਲਕ ਨੂੰ ਜਵਾਨ ਹੋਣ ਵਿੱਚ ਬਹੁਤਾ ਸਮਾਂ ਨਹੀਂ ਲੱਗਦਾ, ਤੈਸੇ ਹੀ ਇਸ ਜੁਆ ਕੋ ਗ੍ਰਸ ਹੀ ਜਰਾ ਬਿਸਾਲ। ਫਿਰ ਇਹ ਜਵਾਨੀ ਨੂੰ ਬੁਢੇਪਾ ਆ ਕੇ ਖਾ ਜਾਂਦਾ ਹੈ। ਚੌਪੇ ਜਰ ਜਰ ਭੂਤ ਦੇਹ ਹੋਇ ਜਾਹੀ। ਕੀ ਹੁੰਦਾ ਹੈ ਜੇ ਹੁਣ ਵਿਸ਼ੇ ਵਿਕਾਰ ਬਹੁਤ ਹੋ ਗਏ, ਇੰਜੋਇਮੈਂਟ ਬਹੁਤ ਕਰ ਲਿਆ, ਬੜੇ ਦੋਸਤ ਮਿੱਤਰ ਵੀ ਬਣਾ ਲਏ, ਬੜੀਆਂ ਜਿਹੜੀਆਂ ਵੀਰਾਂ ਦੇ ਜਿਹੜੇ ਹਨ ਵੱਡੇ ਜਿਹੜੇ ਹਨ ਗਲਾਸ ਵੀ ਪੀ ਲਏ, ਹਾਂਜੀ, ਫਿਰ ਨਸ਼ੇ ਵੀ ਬੜੇ ਕਰ ਲਏ, ਸਵਾਦਾਂ ਦੇ ਸਵਾਦ ਖਾਣੇ ਵੀ ਖਾ ਲਏ, ਹਾਂਜੀ, ਮਾਸ ਮੱਛੀਆਂ ਜਿਹੜੀਆਂ ਕੋਈ ਨਾ ਛੱਡੀਆਂ ਦੁਨੀਆ ਦੀਆਂ ਸਾਰੀਆਂ ਹੀ ਖਾ ਲੀਆਂ। ਕਹਿੰਦੇ ਹੁਣ ਆ ਗਿਆ ਸਮਾਂ ਜੀ, ਬੁਢੇਪੇ ਨੇ ਆ ਕੇ ਘੇਰ ਲਿਆ, ਹੁਣ ਬੁਢੇਪੇ ਨੇ ਜਵਾਨੀ ਖਾ ਲਈ ਹੁਣ। ਬੁੱਧ ਖੀਨ ਨਹਿ ਨੈਣ ਦਿਸਾਹੀ। ਦੇਖੋ ਕੀ ਹੁੰਦਾ ਹੈ, ਪਹਿਲੀ ਗੱਲ ਤਾਂ ਕੋਈ ਬੁੱਢਾ ਹੁੰਦਾ ਹੀ ਨਹੀਂ। ਜੇ ਕਿਸੇ ਨੂੰ ਕਹਿ ਦਈਏ ਤੂੰ ਬੁੱਢਾ ਹੋ ਗਿਆ, ਬੜਾ ਗੁੱਸਾ ਕਰਦਾ ਜੀ, ਉਹਨੂੰ ਤਾਂ ਇਸ ਤਰ੍ਹਾਂ ਲੱਗਦਾ ਵੀ ਬਹੁਤ ਗੰਦੀ ਗਾਲ ਕੱਢੀ ਹੈ ਇਹਨੇ ਮੰਨੋ। ਹਾਂਜੀ, ਕੋਈ ਨਹੀਂ ਬੁੱਢਾ ਹੋਣਾ ਚਾਹੁੰਦਾ ਜੀ। ਜੇ ਧੌਲੇ ਆ ਗਏ ਤਾਂ ਲੈ ਕੇ ਉਹ ਕਾਲਸ ਜੀ ਜਿਹੜੀ ਹੁੰਦੀ ਹੈ ਉਹ ਆਪਣੀਆਂ ਦਾੜੀਆਂ ਕਾਲੀਆਂ ਕਰ ਲੈਂਦੇ ਨੇ, ਹਾਂਜੀ, ਭਰਵੱਟੇ ਵੀ ਕਾਲੇ ਕਰ ਲੈਂਦੇ ਨੇ, ਹੋਰ ਪਤਾ ਨਹੀਂ ਕੀ ਕੁਛ ਕਰਦੇ ਨੇ, ਉਹ ਤਾਂ ਰੱਬ ਜਾਣੇ। ਤੇ ਬੰਦਿਆਂ ਦਾ ਜਿਹੜਾ ਹਨ ਬੁੜੀਆਂ ਦਾ ਜਿਹੜਾ ਬੜਾ ਕੰਮ ਖਰਾਬ ਇਹ ਹੈ। ਪਹਿਲੀ ਤਾਂ ਕੱਲ ਕੋਈ ਬੁੱਢਾ ਨਹੀਂ ਹੁੰਦਾ, ਉਹਦੇ ਪੋਤਰੇ ਜਿਹੜੇ ਹਨ ਵੱਡੇ ਹੋ ਜਾਂਦੇ ਨੇ, ਪੋਤਰਿਆਂ ਦੇ ਵਿਆਹ ਵੀ ਹੋ ਜਾਂਦੇ ਨੇ ਤੇ ਮਾਈਆਂ ਦਾ ਸਿਰ ਕਾਲਾ ਹੀ ਰਹਿੰਦਾ ਹੈ। ਤੇ ਵਜਣਾ ਹਨ ਉਹਨਾਂ ਦੇ ਜਿਹੜੇ ਮਰਦ ਜਿਹੜੇ ਹੁੰਦੇ ਨੇ ਉਹਨਾਂ ਦੀਆਂ ਦਾੜੀਆਂ ਨਹੀਂ ਚਿੱਟੀਆਂ ਹੁੰਦੀਆਂ, ਪਤਾ ਨਹੀਂ ਕੀ ਗੱਲ ਹੈ। ਸੋ ਇਸ ਪ੍ਰਕਾਰ ਕਰਕੇ ਇਹ ਬੁਢੇਪਾ ਜਿਹੜਾ ਐਕਸੈਪਟ ਨਹੀਂ ਕੋਈ ਕਰਦਾ। ਪਹਿਲੀ ਗੱਲ ਤਾਂ ਕੋਈ ਕਹਿੰਦਾ ਨਹੀਂ ਮੈਂ ਬੁੱਢਾ ਹੋ ਗਿਆ, ਭਾਵੇਂ ਲੱਤ ਦੁਖਦੀ ਹੋਵੇ, ਬੁੱਢਾ ਸਿੱਧਾ ਤੁਰਦਾ ਹੈ, ਹਾਂਜੀ, ਐਨ ਸਿੱਧਾ ਤੁਰੇਗਾ, ਕਹਿੰਦਾ ਕੁਛ ਨਹੀਂ ਜੀ, ਆਈ ਐਮ ਵੈਰੀ ਗੁੱਡ ਜੀ, ਆਈ ਐਮ ਵੈਰੀ ਗੁੱਡ ਜੀ, ਵੈਰੀ ਗੁੱਡ। ਜਦੋਂ ਗੁਰਦੁਆਰੇ ਦਰਬਾਰ ਸਾਹਿਬ 'ਚ ਬਹਿਣਾ ਪੈਂਦਾ ਉਦੋਂ ਜਾ ਕੇ ਬੈਂਚ ਤੇ ਬਹਿ ਜਾਂਦਾ ਹੈ, ਉਦੋਂ ਕਹਿੰਦਾ ਜੀ ਮਾਈ ਲਿਗਸ ਆ ਵੈਰੀ ਗੁੱਡ ਜਾਂ ਪੇਨਫੁਲ ਆ। ਜਦੋਂ ਕਲੱਬਾਂ ਵਿੱਚ ਜਾਂਦੇ ਆ ਨਾ ਉਦੋਂ ਦੇਖਣਾ ਚਾਹੀਦਾ, ਜਦੋਂ ਵਿਆਹ ਦੇ ਡਿਨਰ ਹੁੰਦੇ ਨੇ ਬੁੜੇ ਸਭ ਤੋਂ ਜ਼ਿਆਦਾ ਨੱਚਦੇ ਨੇ ਜੀ, ਟਪੂਸੀਆਂ ਮਾਰਦੇ ਨੇ ਜੀ, ਹਾਂਜੀ, ਬ੍ਰੇਕ ਡਾਂਸ ਕਰਦੇ ਨੇ ਜੀ ਉੱਥੇ, ਹਾਂਜੀ। ਸੋ ਉਹਨਾਂ ਦਾ ਬੁਰਾ ਹਾਲ ਹੁੰਦਾ ਹੈ ਜੀ। ਕਈ ਤਾਂ ਬੁੱਢੇ ਜਿਹੜੇ ਹਨ ਪੀ ਕੇ ਐਸਾ ਨੱਚਦੇ ਨੇ ਉੱਥੇ ਡਿੱਗ ਕੇ ਮਰ ਜਾਂਦੇ ਨੇ, ਕਈਆਂ ਦਾ ਐਸਾ ਵੀ ਹਾਲ ਹੋਇਆ। ਉਹ ਵਿਚਾਰੇ ਡਿਨਰ ਆਏ, ਕਾਨੂੰਨੀ ਮੁੜ ਕੇ ਮੁਰੇ ਸਿੱਧੇ ਸ਼ਮਸ਼ਾਨ ਘਾਟ ਨੂੰ ਗਏ, ਹਾਂਜੀ। ਸੋ ਇਹ ਬੁਰਾ ਹਾਲ ਹੈ ਜੀ, ਓਵਰ ਐਕਸਾਈਟਡ ਹੋ ਜਾਂਦੇ ਹਨ। ਬੁੱਧ ਖੀਨ ਨਹਿ ਨੈਣ ਦਿਸਾਹੀ। ਦੇਖੋ ਬੁੱਧਹੀਨ, ਉਹਨਾਂ ਦੀ ਬੁੱਧੀ ਨਾਸ਼ ਹੋ ਜਾਂਦੀ ਨੇ, ਉਹ ਜਿਹੜਾ ਹਨ ਬੁੱਧੀ ਵਿੱਚ ਸੋਚ ਨਹੀਂ ਸਕਦੇ, ਉਹਨਾਂ ਦੀ ਸੋਚਣੀ ਜਿਹੜੀ ਖਰਾਬ ਹੋ ਜਾਂਦੀ ਹੈ, ਬੁੱਧੀ ਵਿੱਚ ਬਹੁਤਾ ਸੋਚਣਾ ਨਹੀਂ ਹੁੰਦਾ। ਇਸ ਕਰਕੇ ਬੁੱਢੇ ਬੰਦੇ ਨੂੰ ਸਮਝਾਈ ਜਾਓ, ਇੱਕ ਵਾਰੀ ਸਮਝਾਓ, ਦੋ ਵਾਰੀ ਸਮਝਾਓ, ਭਾਵੇਂ 10-20 ਵਾਰੀ ਸਮਝਾ ਲਓ, ਉਹ ਸਮਝਦਾ ਹੀ ਨਹੀਂ। ਤੇ ਫੇਰ ਕਹੇ ਨੈਣ ਦਿਸਾਈ, ਅੱਖਾਂ ਤੋਂ ਦਿਸਦਾ ਨਹੀਂ, ਅੱਖਾਂ ਜਿਹੜੀਆਂ ਹਨ ਉਹ ਹੋ ਜਾਂਦੀਆਂ ਨੇ ਅੰਨੀਆਂ। ਕਰਨ ਨਾ ਸੁਣਹੀ ਸਿਰ ਤਬ ਕਾਂਪਾ। ਦੇਖੋ ਫੇਰ ਕੰਨਾਂ ਤੋਂ ਸੁਣਨਾ ਬੰਦ ਹੋ ਜਾਂਦਾ ਹੈ, ਕੰਨਾਂ ਤੋਂ ਸੁਣਦਾ ਕੋਈ ਨਹੀਂ ਹੈਗਾ ਤੇ ਸਿਰ ਉਹਨਾਂ ਦੇ ਕੰਬਣ ਦੇ ਲੱਗ ਜਾਂਦੇ ਨੇ, ਬੈਠੇ ਸਿਰ ਜੇ ਹਿਲਾਈ ਜਾਂਦੇ ਨੇ ਐਂ ਜੇ ਕਰਕੇ, ਹਾਂਜੀ, ਉਹਨਾਂ ਦਾ ਸਿਰ ਆਪਣੇ ਆਪ ਹਿੱਲਣਾ ਸ਼ੁਰੂ ਹੋ ਜਾਂਦਾ ਹੈ। ਤ੍ਰਿਸ਼ਨਾ ਅਧਿਕ ਹੋਤ ਪ੍ਰਤਾਪਾ। ਫੇਰ ਪਰ ਇੱਕ ਗੱਲ ਹੈ, ਤ੍ਰਿਸ਼ਨਾ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ, ਤ੍ਰਿਸ਼ਨਾ ਅੰਦਰ ਜ਼ਿਆਦੇ ਤੇ ਸਰੀਰ ਵਿੱਚ ਤਾਕਤ ਹੈ ਨਹੀਂ ਉਹਨੂੰ ਪੂਰੀ ਕਰਨ ਵਾਸਤੇ, ਭੁੱਖ ਬਹੁਤ ਹੁੰਦੀ ਹੈ। ਇਹ ਜਿਹੜੇ ਬੁੱਢੇ ਬੰਦੇ ਹੁੰਦੇ ਨੇ ਨਾ, ਇਹਨਾਂ ਦੀ ਤ੍ਰਿਸ਼ਨਾ ਜਿਹੜੀ ਹੈ ਕਹਿਣ ਤੋਂ ਬਾਹਰ ਵਾਲੀ ਉਹ ਗੱਲ ਹੈ, ਇਹਨਾਂ ਦੀ ਤ੍ਰਿਸ਼ਨਾ ਬਹੁਤ ਜ਼ਿਆਦਾ ਹੁੰਦੀ ਹੈ। ਇੱਕ ਬੱਚੇ ਨੂੰ ਤੁਸੀਂ ਥੋੜੇ ਪੈਸਾ ਨਾਲ ਰਲਜਾ ਲਓਗੇ ਪਰ ਬੁੱਢਾ ਨਹੀਂ ਰੱਜਦਾ ਜੀ ਕਿਤੇ ਵੀ। ਸੋ ਇਸੇ ਹੀ ਪ੍ਰਕਾਰ ਜਿਹੜਾ ਹੈ, ਇੱਕ ਵਾਰ ਜਿਹੜਾ ਹੈ ਇੱਕ ਵੈਦ ਕੋਲ ਜਿਹੜਾ ਬੁੱਢਾ ਗਿਆ, ਕਹਿੰਦਾ ਵੀ ਜੀ ਮੇਰਾ ਅੱਜ ਕੱਲ੍ਹ ਸਿਰ ਬੜਾ ਦੁਖਦਾ ਹੈ। ਉਹ ਸਿਆਣਾ ਡਾਕਟਰ ਸੀ, ਕਹਿੰਦਾ ਭਾਈ ਤੇਰੇ ਬੁਢੇਪੇ ਦਾ ਕਾਰਨ ਹੈ। ਫਿਰ ਉਹ ਕਹਿੰਦਾ ਜੀ ਅੱਜ ਕੱਲ੍ਹ ਮੇਰਾ ਜਿਹੜਾ ਹੈ ਮੈਨੂੰ ਖਾਣਾ ਪਚਦਾ ਨਹੀਂ। ਉਹ ਡਾਕਟਰ ਕਹਿੰਦਾ ਭਾਈ ਤੇਰੇ ਬੁਢੇਪੇ ਦਾ ਹੀ ਕਾਰਨ ਹੈ, ਤੂੰ ਬੁੱਢਾ ਹੋ ਗਿਆ, ਤੇਰਾ ਜਿਹੜਾ ਢਿੱਡ ਕਮਜ਼ੋਰ ਹੋ ਗਿਆ। ਕਹਿੰਦਾ ਜੀ ਅੱਜ ਕੱਲ੍ਹ ਮੇਰੇ ਤੋਂ ਨਾ ਸਵੇਰੇ ਉੱਠਿਆ ਨਹੀਂ ਜਾਂਦਾ।
ਕਹਿੰਦਾ ਇਹ ਵੀ ਬੁਢੇਪੇ ਦਾ ਕਾਰਨ ਹੈ। ਫੇਰ ਕਹਿੰਦਾ ਮੇਰੇ ਤੋਂ ਚੱਲਿਆ ਨਹੀਂ ਜਾਂਦਾ, ਗੋਡੇ ਖੜ ਗਏ ਮੇਰੇ, ਕਹਿੰਦਾ ਇਹ ਵੀ ਬੁਢੇਪੇ ਦਾ ਕਾਰਨ ਹੈ। ਕਹਿੰਦਾ ਫੇਰ ਜਿਹੜਾ ਮੇਰੇ ਤੋਂ ਅੱਖਾਂ ਤੋਂ ਨਹੀਂ ਦਿਸਦਾ, ਕਹਿੰਦਾ ਬੁਢੇਪੇ ਦਾ ਕਾਰਨ ਹੈ। ਤੇ ਬੁੱਢੇ ਨੂੰ ਚੜ ਗਿਆ ਗੁੱਸਾ, ਬੁੱਢੇ ਨੂੰ ਚੜ ਗਿਆ ਗੁੱਸਾ, ਕਹਿੰਦਾ ਤੂੰ ਵੈਦ ਕਾਹਦਾ ਹੋਇਆ, ਸਭ ਕੁਝ ਮੇਰੇ ਬੁੱਢੇਪਣ ਕਰਕੇ ਆ, ਫਿਰ ਤੂੰ ਡਾਕਟਰ ਕਾਹਦਾ ਹੋਇਆ। ਡਾਕਟਰ ਹੱਸ ਕੇ ਕਹਿੰਦਾ ਜਿਹੜਾ ਤੈਨੂੰ ਗੁੱਸਾ ਚੜਿਆ ਇਹ ਵੀ ਤੇਰੇ ਬੁਢੇਪੇ ਦਾ ਹੀ ਕਾਰਨ ਹੈ। ਇਹ ਬੁੱਢਿਆਂ ਨੂੰ ਜ਼ਿਆਦਾ ਗੁੱਸਾ ਚੜਦਾ ਜੀ। ਸੋ ਬੁੱਢਿਆਂ ਦੇ ਵਿੱਚ ਜਿਹੜਾ ਢੀਠਪਣਾ ਵੀ ਜ਼ਿਆਦਾ ਹੁੰਦਾ ਹੈ ਤੇ ਗੁੱਸਾ ਵੀ ਜ਼ਿਆਦਾ ਹੁੰਦਾ ਹੈ। ਇਸ ਕਰਕੇ ਉਹਨਾਂ ਦੀ ਤ੍ਰਿਸ਼ਨਾ ਬਹੁਤ ਹੁੰਦੀ ਹੈ, ਇੱਛਾ ਬਹੁਤ ਹੁੰਦੀ ਹੈ, ਪਰ ਸਰੀਰ ਚੱਲਦਾ ਨਹੀਂ ਹੈਗਾ। ਢਿੱਲੋ ਮਾਸ ਸੁੰਦਰਤਾ ਹਰ ਹੈ। ਦੇਖੋ ਫਿਰ ਮਾਸ ਢਿੱਲਾ ਹੋ ਜਾਂਦਾ ਵਿਚਾਰਿਆਂ ਦਾ, ਵਰਿੰਕਲਸ ਪੈ ਜਾਂਦੇ ਨੇ ਮੂੰਹ ਤੇ। ਹਾਂਜੀ, ਫਿਰ ਢਿੱਲਾ ਜਾਂ ਮਾਸ ਹੋ ਜਾਂਦਾ ਹੈ, ਉਹਨਾਂ ਦੀ ਸੁੰਦਰਤਾ ਚਲੀ ਜਾਂਦੀ, ਬਹੁਤ ਸੋਹਣੇ ਨਹੀਂ ਰਹਿੰਦੇ। ਤੇ ਇਸ ਕਰਕੇ ਜਿਹੜੀਆਂ ਮਾਈਆਂ ਹੁੰਦੀਆਂ ਨੇ, ਬੁੱਢੇ ਹੋਣ ਤੋਂ ਪਹਿਲਾਂ ਹੀ 20 ਸਾਲ ਪਹਿਲਾਂ ਹੀ ਕਰੀਮਾਂ ਲਾਉਣੀਆਂ ਸ਼ੁਰੂ ਕਰ ਦਿੰਦੀਆਂ ਨੇ ਵੀ ਮੇਰਾ ਜਿਹੜਾ ਮਾਸ ਜਾਂ ਢਿੱਲਾ ਨਾ ਹੋਵੇ, ਕਿਤੇ ਇਹ ਚੱਕਿਆ ਹੀ ਰਵੇ ਉੱਤੇ ਨੂੰ। ਹਾਂਜੀ, ਸੋ ਇਉਂ ਕਰਕੇ ਜਿਵੇਂ ਪੜਦਾ ਨਹੀਂ ਢਿੱਲਾ ਜਾ ਹੋ ਜਾਂਦਾ ਹੈ, ਉਹ ਕਈ ਹੁੱਕਾਂ ਜਾਂ ਲਾ ਕੇ ਬੰਦੇ ਉੱਤੇ ਨੂੰ ਚੱਕ ਦਿੰਦੇ ਨੇ, ਫਿਰ ਉਹਨਾਂ ਦਾ ਮਾਸ ਵੀ ਉੱਤੇ ਨੂੰ ਚੱਕਿਆ ਜਾਂਦਾ ਵਿਚਾਰਿਆਂ ਦਾ। ਪਰ ਜੋ ਚੱਕਦੇ ਨੇ ਕਈ ਤਾਂ ਜਿਹੜੇ ਚਾਈਨੀਜ਼ ਵਰਗੇ ਲੱਗਣ ਲੱਗ ਜਾਂਦੇ ਨੇ ਵਿਚਾਰੇ, ਕਈਆਂ ਦੀਆਂ ਅੱਖਾਂ ਛੋਟੀਆਂ ਹੋ ਜਾਂਦੀਆਂ, ਨੱਕ ਵੱਡੇ ਹੋ ਜਾਂਦੇ, ਮੂੰਹ ਵੱਡੇ ਹੋ ਜਾਂਦੇ ਨੇ। ਹਾਂਜੀ, ਬੜਾ ਕੁਝ ਹੋ ਜਾਂਦਾ ਜੀ, ਆਪਣੀਆਂ ਸ਼ਕਲਾਂ ਖਰਾਬ ਕਰਕੇ ਬਹਿ ਜਾਂਦੇ ਹਨ। ਜਿਉ ਤਰ ਕੋ ਘਨ ਸੁੱਕ ਹੈ ਕਰ ਹੈ। ਕਹਿੰਦੇ ਇਉਂ ਕਰਕੇ ਜਿਵੇਂ ਤਰ, ਕਹਿੰਦੇ ਜਿਵੇਂ ਕੋਈ ਜਿਹੜੇ ਦਰਖਤ ਨੂੰ ਜਿਹੜਾ ਸਿਉਂਕ ਪੈ ਜਾਵੇ, ਜਿਵੇਂ ਉਹਨੂੰ ਪ੍ਰੈਸੀਟਾਈਟਸ ਪੈ ਜਾਣ, ਜਿਵੇਂ ਉਹਦੇ ਵਿੱਚ ਜਿਹੜਾ ਉਹਨੂੰ ਜਿਹੜਾ ਕੋਈ ਜਿਹੜਾ ਐਸੇ ਜਾਂ ਕੀੜਾ ਪੈ ਜਾਵੇ, ਉਹ ਦਰਖਤ ਨੂੰ ਖਾ ਜਾਂਦਾ ਹੈ। ਸੋ ਇਸੇ ਤਰ੍ਹਾਂ ਹੀ ਜਿਹੜਾ ਇਹ ਬੁਢੇਪਾ ਬੰਦੇ ਨੂੰ ਖਾ ਜਾਂਦਾ ਹੈ। ਇਸਤਰੀ ਤਾਤ ਅਪਰ ਪਰਿਵਾਰ, ਜਿੰਨੀ ਜਿਹੜਾ ਇਸਤਰੀ ਹੋਈ, ਪੁੱਤਰ ਹੋਏ, ਬਾਕੀ ਦਾ ਸਾਰਾ ਪਰਿਵਾਰ ਜਿਹੜਾ ਹੈ, ਸਭ ਤਜ ਦੇਹ ਨਾ ਲੱਗ ਹੈ ਪਿਆਰਾ। ਕੋਈ ਵੀ ਜਿਹੜਾ ਬੁੱਢੇ ਨਾਲ ਪਿਆਰ ਨਹੀਂ ਕਰਦਾ, ਸਾਰੇ ਛੱਡ ਕੇ ਭੱਜਣ ਦੀ ਕਰਦੇ ਨੇ। ਬੁੱਢੇ ਨੂੰ ਲੈ ਤਾਂ ਜਾਂਦੇ ਨੇ, ਪਰ ਬੁੱਢਾ ਜਦੋਂ ਮੂਹਰੇ ਨੂੰ ਦੇਖਦਾ, ਪਿੱਛੇ ਦਾ ਕੋਈ ਨਹੀਂ ਹੁੰਦਾ, ਵਿਚਾਰੇ ਨੂੰ ਛੱਡ ਕੇ ਉਹ ਜਾਂਦੇ ਨੇ ਵੀ ਜਾ ਬੁੱਢਿਆ ਤੂੰ ਜਾ ਜਿੱਥੇ ਜਾਣਾ ਹੈ। ਹਾਂਜੀ, ਤੇ ਤੈਨੂੰ ਰੱਖ ਕੇ ਕੀ ਕਰਨਾ ਹੈ। ਸੋ ਬੁੱਢੇ ਜਿਹੜੇ ਉਹ ਬਹੁਤ ਇਨਸਿਕਿਉਰ ਹੁੰਦੇ ਨੇ ਵਿਚਾਰੇ, ਉਹ ਕਹਿੰਦੇ ਪਤਾ ਨਹੀਂ ਕਿਦੋਂ ਹੁਣ ਇਹਨਾਂ ਨੇ ਛੱਡ ਕੇ ਭੱਜ ਜਾਣਾ ਹੈ। ਜਰਾ ਨਿਸਾ ਮਹਿ ਖਾਂਸੀ ਸਿਆਰੇ। ਫੇਰ ਕੀ ਹੁੰਦਾ, ਜਦੋਂ ਰਾਤ ਨੂੰ ਸਾਰੇ ਆਰਾਮ ਨਾਲ ਸੌਂਦੇ ਨੇ, ਬੁੱਢਾ ਬੰਦਾ ਜਿਹੜਾ ਰਾਤ ਨੂੰ ਹੀ ਖੰਘਦਾ ਹੈ, ਉਹਨੇ ਖੰਘੀ ਜਾਣਾ ਸਾਰੀ ਰਾਤ। ਫਿਰ ਖੰਘ ਕੇ ਜਿਹੜਾ ਦੁਨੀਆ ਦੀ ਨਿੰਦਾ ਵੀ ਖਰਾਬ ਕਰ ਦਿੰਦੇ ਹਨ। ਆਏ ਸ਼ਬਦ ਕਰ ਹੀ ਦੁਖਕਾਰੀ। ਫੇਰ ਜਿਹੜਾ ਬੜੇ ਦੁਖਦਾਈ ਜੇ ਕੱਢਦੇ ਨੇ, ਜੇ ਸੌਂ ਜਾਂਦੇ ਨੇ ਤਾਂ ਘੜਾੜੇ ਬੜੇ ਹੋਰੇ ਤਰ੍ਹਾਂ ਦੇ ਮਾਰਦੇ ਨੇ, ਫੇਰ ਖੰਘੂਰੇ ਜੇ ਮਾਰੀ ਜਾਂਦੇ ਕਰੀ ਜਾਂਦੇ ਨੇ। ਹਾਂਜੀ, ਇਹ ਜਿਹੀਆਂ ਪੁੱਠੀਆਂ ਸਿੱਧੀਆਂ ਜਿਹੀਆਂ ਆਵਾਜ਼ਾਂ ਕੱਢੀ ਜਾਂਦੇ ਨੇ। ਬੱਚੇ ਉੱਠ ਕੇ ਡਰ ਕੇ ਰੋਂਦੇ ਨੇ ਵੀ ਆਹ ਕੀ ਹੋ ਗਿਆ ਜੀ, ਦਾਦੇ ਨੂੰ ਕੀ ਹੋ ਗਿਆ, ਮਰ ਗਿਆ ਕਿ ਬਚ ਗਿਆ, ਹੁਣ ਕੀ ਹੋ ਗਿਆ ਇਸ ਨੂੰ। ਹਾਂਜੀ, ਸੋ ਬੁੱਢਾ ਜਿਹੜਾ ਹੈ ਫੇ ਨੀਂਦ ਨਹੀਂ ਆਉਂਦੀ, ਪਾਸੇ ਲਈ ਜਾਂਦੇ ਨੇ। ਜੇ ਇਹੋ ਜਿਹਾ ਮਿੰਜਾ ਖੜਕਣ ਵਾਲਾ ਹੋਵੇ ਤਾਂ ਖੜਕੀ ਜਾਂਦਾ ਸਾਰੀ ਰਾਤ। ਕਹਿੰਦੇ ਇਸ ਪ੍ਰਕਾਰ ਕਰਕੇ ਸਾਰਿਆਂ ਨੂੰ ਦੁੱਖ ਹੁੰਦਾ ਹੈ। ਸਕਤ ਇੱਕ ਰੋਸ ਨਾ ਜਾਏ। ਦੇਖੋ ਪਰ ਇੱਕ ਗੱਲ ਹੈ, ਬੁੱਢਾ ਹੋ ਕੇ ਕਮਜ਼ੋਰ ਜ਼ਰੂਰ ਹੋ ਜਾਂਦਾ ਹੈ, ਪਰ ਇੱਕ ਰੋਸ ਨਾ ਜਾਏ, ਇੱਕ ਗੁੱਸਾ ਨਹੀਂ ਜਾਂਦਾ ਉਹਦੇ ਵਿੱਚੋਂ। ਹਾਂਜੀ, ਭਾਵੇਂ ਢਿੱਲਾ ਹੋ ਗਿਆ, ਸ਼ਕਤੀ ਕੋਈ ਨਹੀਂ, ਪਰ ਗੁੱਸਾ ਉਹਦਾ ਜਿਹੜਾ ਹੈ ਉਹ ਡਬਲ ਟ੍ਰਿਪਲ ਪਹਿਲਾਂ ਨਾਲੋਂ ਵੀ ਹੁੰਦਾ ਹੈ। ਗੁੱਸੇ ਨਾਲ ਭਰੇ ਹੁੰਦੇ ਨੇ ਇਹ ਬੁੱਢੇ ਲੋਕ ਜਿਹੜੇ ਨੇ। ਦੂਰੋਂ ਦੇਖੇ ਚੰਗੇ ਲੱਗਦੇ ਨੇ, ਨੇੜੇ ਜਾ ਕੇ ਜੇ ਬੁਲਾ ਲਈਏ, ਕੋਈ ਗੱਲ ਕਰਦੀ ਹੈ ਤਾਂ ਉਦੋਂ ਹੀ ਭੜਕ ਪੈਂਦੇ ਨੇ। ਇਹਨਾਂ ਦਾ ਜਿਹੜਾ ਹੈ ਐਸਾ ਸੁਭਾਅ ਬਣ ਜਾਂਦਾ ਹੈ। ਤੇ ਪਰ ਅਫਸੋਸ ਤਾਂ ਇਹ ਗੱਲ ਦਾ ਹੈ, ਬੁੱਢੇ ਹੋ ਕੇ ਲੋਕ ਗੁਰਦੁਆਰਿਆਂ 'ਚ ਪਹੁੰਚਦੇ ਨੇ ਪ੍ਰਧਾਨ ਬਣਨ ਵਾਸਤੇ, ਸਕੱਤਰ ਬਣਨ ਵਾਸਤੇ, ਤੇ ਉੱਥੇ ਜਿਹੜਾ ਹੈ ਘਰ ਤਾਂ ਕੋਈ ਪੁੱਛਦਾ ਨਹੀਂ। ਕਈ ਤਾਂ ਬੁੱਢੇ ਜਿਹੜੇ ਪ੍ਰਧਾਨ ਬਣ ਕੇ ਉੱਥੇ ਸੌਂ ਜਾਂਦੇ ਨੇ ਗੁਰਦੁਆਰੇ 'ਚ ਕੋਠੜੀ ਲੈ ਕੇ। ਹਾਂਜੀ, ਵੀ ਹੁਣ ਇੱਥੇ ਰਵਾਂਗੇ, ਨਾਲੇ ਅਸੀਂ ਚੌਧਰਾਂ ਕਰਾਂਗੇ, ਘਰ ਤਾਂ ਕੋਈ ਸੁਣਦਾ ਨਹੀਂ ਗੱਲ। ਅੰਗਰੇਜ਼ ਲੋਕ ਹੁਸ਼ਿਆਰ ਨੇ, ਕੁੱਤੇ ਰੱਖ ਲੈਂਦੇ ਨੇ, ਬਿੱਲੇ ਰੱਖ ਲੈਂਦੇ ਨੇ, ਉਹਨਾਂ ਤੋਂ ਆਪਣੀ ਗੱਲ ਮਨਾਈ ਲੈਂਦੇ ਵਿਚਾਰੇ ਕਿਵੇਂ ਨਾ ਕਿਵੇਂ ਕਰਕੇ। ਪਰ ਜਿਹੜੇ ਬੁੱਢੇ ਹੁੰਦੇ ਨੇ, ਜਿਨ੍ਹਾਂ ਕੋਲ ਕੁੱਤੇ ਬਿੱਲੇ ਨਹੀਂ ਹੁੰਦੇ, ਉਹ ਗੁਰਦੁਆਰੇ ਪਹੁੰਚ ਜਾਂਦੇ ਨੇ ਵੀ ਚਲੋ ਸੰਗਤ ਨੂੰ ਆਪਾਂ ਜਿਹੜਾ ਗ੍ਰੰਥੀ ਦੇ ਪਿੱਛੇ ਪਾਵਾਂਗੇ, ਚਲੋ ਗ੍ਰੰਥੀ ਨੂੰ ਇੱਧਰ ਉੱਧਰ ਭਜਾਵਾਂਗੇ। ਸੋ ਇਸ ਪ੍ਰਕਾਰ ਕਰਕੇ ਹਾਲਾਤ ਹੁੰਦੀ ਹੈ। ਜਿਉ ਤਰ ਵੱਡਾ ਉਲੂਕ ਰਹਾਏ। ਜਿਵੇਂ ਕਹਿੰਦੇ ਜਿਹੜਾ ਵੱਡੇ ਦਰਖਤ ਤੇ ਉੱਲੂ ਰਹਿੰਦਾ ਹੈ ਨਾ, ਉਹ ਉੱਲੂ ਲੁੱਕ ਕੇ ਰਹਿੰਦਾ ਹੈ। ਉਹ ਉੱਲੂ ਸਵੇਰੇ ਨਹੀਂ ਉੱਠਦਾ, ਰਾਤ ਨੂੰ ਹੀ ਉੱਠਦਾ ਹੈ। ਇਸ ਪ੍ਰਕਾਰ ਕਰਕੇ ਬੁੱਢੇ ਵੀ ਰਾਤ ਨੂੰ ਹੀ ਐਕਟਿਵ ਹੁੰਦੇ ਹਨ ਬਹੁਤੇ ਜ਼ਿਆਦੇ। ਆਏ ਜਰਾ ਜੈਸੇ ਬਗਿਆਰੀ। ਦੇਖੋ ਇਹ ਜਿਹੜੇ ਬੁਢੇਪਾ ਜਿਹੜਾ ਹੈ ਇੱਕ ਬਘਿਆੜ ਦੀ ਤਰ੍ਹਾਂ ਹੈ। ਮ੍ਰਿਗ ਬਲ ਕੇ ਅੰਮ੍ਰਿਤ ਕਰਨੇ ਹਾਰੇ। ਜਿਹੜਾ ਮਿਰਗ ਹੈ ਨਾ, ਡੀਅਰ ਰੂਪੀ ਸਟ੍ਰਿੰਗ ਨੂੰ ਉਹ ਖਾ ਜਾਂਦਾ ਹੈ ਬਘਿਆੜ ਬੁਢੇਪਾ। ਸਭ ਵਿਦ ਦੀਨ ਕਰਤ ਹੈ ਸੋਈ। ਸੋ ਸਭ ਜਦੋਂ ਬੰਦਾ ਬੁੱਢਾ ਹੋ ਜਾਵੇ ਨਾ, ਸਾਰਿਆਂ ਦੇ ਅਧੀਨ ਫੇਰ ਹੋ ਜਾ। ਫਿਰ ਵੀ ਬੇਬੀ, ਜਿਵੇਂ ਬੇਬੀ ਸੀ ਨਾ, ਉਹ ਦੂਜੇ ਦੇ ਅਧੀਨ ਹੈ, ਦੂਜੇ ਦੇ ਕੰਟਰੋਲ ਵਿੱਚ ਹੈ, ਆਪ ਨਹੀਂ ਕੁਝ ਵੀ ਕਰ ਸਕਦਾ। ਬੁੱਢਾ ਹੋ ਕੇ ਬੰਦਾ ਵੀ ਪਰ ਅਧੀਨ ਹੀ ਹੋ ਜਾਂਦਾ ਹੈ। ਦੇਖ ਹੱਸੀ ਠਾਨੇ ਸਭ ਕੋਈ। ਲੋਕੀ ਫੇਰ ਬੁੱਢੇ ਨੂੰ ਦੇਖ ਕੇ ਨਾ ਹੱਸਦੇ ਨੇ, ਮਖੌਲ ਕਰਦੇ ਨੇ। ਬੁੱਢਿਆਂ ਦਾ ਬੜਾ ਮਖੌਲ ਹੁੰਦਾ ਹੈ। ਜੋ ਬੁੱਢਾ ਚੱਲਦਾ ਜਾਵੇ ਨਾ, ਫੇਰ ਬੁੱਢਾ ਹਿਲਦਾ ਜਾ ਐਂ ਜਾਵੇ, ਕਹਿੰਦੇ ਆਹ ਦੇਖ ਜਾਂਦਾ। ਹਾਂਜੀ, ਕਿੰਨਾ ਸੋਹਣਾ ਦ੍ਰਿਸ਼ਟ ਆ। ਲੋਕ ਪਿੱਛੋਂ ਦੇਖ ਦੇਖ ਕੇ ਹੱਸਦੇ ਨੇ। ਹਾਂਜੀ, ਜੋ ਬੁੱਢਾ ਬੋਲਦਾ ਹੈ ਉਦੋਂ ਵੀ ਲੋਕ ਹੱਸਦੇ ਨੇ। ਹਾਂਜੀ, ਵੀ ਆਹ ਦੇਖ ਕੀ ਕਰ ਰਿਹਾ ਹੈ। ਹਾਂਜੀ, ਬੁੱਢਾ ਜਦੋਂ ਉੱਥੇ ਖੜ ਕੇ ਸੜਕ ਤੇ ਗੁਆਚਿਆ ਜਾ ਖੜਾ ਹੁੰਦਾ, ਉਹਨੂੰ ਵੀ ਦੇਖ ਲੋ ਕੇ ਹੱਸਦੇ ਨੇ। ਆਹ ਦੇਖੋ ਬੁੱਢਾ ਕਿੱਧਰ ਨੂੰ ਮੂੰਹ ਚੱਕੀ ਜਾਂਦਾ
ਜਾਂਦਾ ਹੈ, ਕਿੱਧਰ ਖੜਾ ਹੈ। ਬੁੱਢਿਆਂ ਦਾ ਬੁਰਾ ਹਾਲ ਹੈ ਜੀ, ਕੋਈ ਨਹੀਂ ਚਾਹੁੰਦਾ ਬੁੱਢਿਆਂ ਨੂੰ। ਬੁੱਢੇ ਗੱਡੀ ਵੀ ਚਲਾਉਂਦੇ ਹਨ, ਇਸ ਤਰ੍ਹਾਂ ਚਲਾਉਂਦੇ ਹਨ ਜਿੱਥੇ 100 ਕਿਲੋਮੀਟਰ ਪਾਵ ਹੁੰਦਾ ਤੇ ਮਸਾਂ ਹੀ 10 ਕਿਲੋਮੀਟਰ ਪਾਵ ਤੇ ਚੱਲਦੇ ਨੇ। ਜਿਹੜਾ ਵੀ ਗੱਡੀ ਉਹਨਾਂ ਦੇ ਪਿੱਛੇ ਲਾ ਲਵੇ ਉਹਨਾਂ ਨੂੰ ਗਾਲਾਂ ਹੀ ਕੱਢਦਾ ਜਾਂਦਾ ਹੈ ਜੇ ਓਵਰਟੇਕ ਨਾ ਕਰ ਸਕੇ। ਸੋ ਬੁੱਢਿਆਂ ਦਾ ਬੁਰਾ ਹਾਲ ਹੈ। ਉਹਨੂੰ ਤਾਂ ਵਿਚਾਰੇ ਨੂੰ ਲੱਗਦਾ 100 ਤੇ ਜਾ ਰਿਹਾ, ਵਿਚਾਰਾ ਉਹਨੂੰ ਕੀ ਪਤਾ ਉਹ 10 ਤੇ ਹੀ ਜਾ ਰਿਹਾ ਹੈ। ਰੋਗਨ ਕੀ ਜੜ ਜਰਾ ਪਛਾਨ ਹੋ। ਉਹ ਰੋਗਨ ਕਹਿੰਦੇ ਸਾਰੇ ਰੋਗਾਂ ਦੀ, ਸਾਰੀ ਬਿਮਾਰੀਆਂ ਦੀ ਜੜ ਹੈ ਬੁੱਢੇ। ਹਾਂਜੀ, ਬੁੱਢੇ ਦੇ ਵਿੱਚ ਸਭ ਕੁਝ ਆ ਜਾਂਦਾ ਹੈ। ਸਰਬ ਦੁੱਖਨ ਕਾ ਸਦਨ ਪ੍ਰਮਾਨ ਹੋ। ਦੇਖੋ ਬੁੱਢਾਪਨ ਜਿਹੜਾ ਬੁਢੇਪਾ ਹੈ ਨਾ, ਇੱਕ ਘਰ ਹੈ ਸਾਰੇ ਦੁੱਖਾਂ ਦਾ। ਸਾਰੇ ਦੁੱਖਾਂ ਵਾਸਤੇ ਓਪਨ ਡੋਰ ਪਾਲਿਸੀ ਹੈ ਬੁੱਢੇ ਦੀ। ਉਹਨੇ ਸਾਰੇ ਦੁੱਖ ਸੱਦ ਲੈਣੇ ਹਨ ਅੰਦਰ। ਸੜਕ ਜਾਂਦਿਆਂ ਨੂੰ ਵੀ ਸੱਦ ਲੈਂਦਾ ਕਿ ਨਾ ਆ ਜਾ ਵੀ ਤੂੰ ਵੀ ਆ ਜਾ ਹੁਣ। ਸੇਤ ਕੇਸ ਹੋਵੇ ਹੈ ਸਭ ਠੌਰਾ। ਦੇਖੋ ਸਾਰੇ ਜਿਹੜਾ ਹਨ ਸਰੀਰ ਦੇ ਉੱਤੇ ਚਿੱਟੇ ਕੇਸ਼ ਹੋ ਜਾਂਦੇ ਨੇ, ਕਾਲੇ ਤੋਂ ਚਿੱਟੇ ਹੋ ਜਾਂਦੇ ਨੇ। ਸਾਰੇ ਵਾਲ, ਸਾਰੇ ਕੇਸ ਉਹਦੇ ਚਿੱਟੇ ਹੋ ਜਾਂਦੇ ਹਨ। ਮਨ ਹੋ ਜਰਾ ਪਰ ਝੂਲਤ ਚੌਰਾ। ਦੇਖੋ ਇਉਂ ਲੱਗਦਾ ਹੈ ਬੁੱਢੇ ਦੇ ਉੱਤੇ ਜਿਵੇਂ ਚਿੱਟਾ ਜਿਹੜਾ ਚੌਰ ਝੁੱਲ ਰਿਹਾ ਹੁੰਦਾ ਹੈ। ਮਤਲਬ ਵਿਚਾਰਾ ਜਿਹੜਾ ਬਲੈਕ ਸੀ ਟੋਟਲੀ ਵਾਈਟ ਹੋ ਗਿਆ ਹੁਣ। ਕਿਦੋਂ ਜਰਾ ਕੇ ਦੂਤ ਅਗਾਰੀ। ਕਹਿੰਦੇ ਇਉਂ ਲੱਗਦਾ ਹੈ ਜਿਵੇਂ ਧੌਲੇ ਜਦੋਂ ਆਉਂਦੇ ਨਾ, ਜਿਵੇਂ ਬੁਢੇਪੇ ਦੇ ਜਿਹੜੇ ਦੂਤ ਹੁੰਦੇ ਨਾ, ਮੈਸੇਂਜਰ, ਉਹ ਆ ਗਏ ਹਨ। ਨਿਜ ਬਸ ਦੇਹ ਕਰਿਓ ਚਾਹੇ ਸਾਰੇ। ਹਾਂ, ਨਿਜ ਬਸ ਕਹਿੰਦੇ ਉਹ ਬੁਢੇਪਾ ਆ ਕੇ ਬੱਸ ਵਿੱਚ ਕਰ ਲੈਂਦਾ ਬੰਦੇ ਨੂੰ ਵੀ ਤੂੰ ਆ ਭਾਈ ਇੱਧਰ ਹੁਣ, ਬਥੇਰੀਆਂ ਤੂੰ ਛਾਲਾਂ ਮਾਰ ਲੀਆਂ ਹੁਣ। ਮਨ ਹੋ ਕਾਲ ਕੋ ਆਏ ਸੰਦੇਸ਼ਾ। ਤੇ ਇਉਂ ਕਰਕੇ ਜਦੋਂ ਬੁਢੇਪਾ ਆਉਂਦਾ, ਚਿੱਟੇ ਵਾਲ ਆਉਂਦੇ ਨੇ, ਉਹ ਇੱਕ ਮੈਸੇਜ ਆਉਂਦਾ ਹੈ ਵੀ ਭਾਈ ਤੇਰੀ ਮੌਤ ਆਉਣ ਵਾਲੀ ਹੋਈ ਹੈ। ਕਿਉਂਕਿ ਇੱਕ ਬੱਚਾ ਦੇਖਦਾ, ਉਹ ਸੋਚਦਾ ਮੈਂ ਜਵਾਨ ਹੋਵਾਂਗਾ, ਜਵਾਨ ਸੋਚਦਾ ਮੈਂ ਇੱਕ ਦਿਨ ਬੁੱਢਾ ਹੋਵਾਂਗਾ। ਬੁੱਢੇ ਨੇ ਅੱਗੇ ਵਿਚਾਰੇ ਨੇ ਕੀ ਦੇਖਣਾ ਹੈ? ਉਹਦੇ ਲਈ ਤਾਂ ਮੌਤ ਹੀ ਰਹਿ ਗਈ ਵਿਚਾਰੇ ਵਾਸਤੇ। ਹੁਣ ਉਹਨੇ ਕੀ ਦੇਖਣਾ ਵਿਚਾਰੇ ਨੂੰ? ਉਹ ਐਂਡ ਆਫ ਦ ਰੋਡ ਆ ਵਿਚਾਰਾ। ਹਾਂਜੀ, ਹੁਣ ਜਿਹੜਾ ਜਵਾਨ ਬੰਦਾ ਹੈ ਉਹ ਐਂਡ ਆਫ ਦ ਟਨਲ ਵਿੱਚ ਲਾਈਟ ਭਾਲਦਾ। ਹਾਂਜੀ, ਬੁੱਢੇ ਵਾਸਤੇ ਤਾਂ ਕੰਧ ਹੈ ਵਿਚਾਰੇ ਵਾਸਤੇ, ਹੋਰ ਉਹਨੇ ਕਿੱਥੇ ਜਾਣਾ ਹੈ? ਰੂਪ ਵਿਦਾਰਨ ਭੇਸਿਤ ਕੇਸਾ। ਹਾਂ, ਕਹਿਣ ਲੱਗੇ ਉਹ ਕਰਕੇ ਜਿਹੜਾ ਸੁੰਦਰ ਰੂਪ ਹੁੰਦਾ ਹੈ ਉਹਦਾ ਚਿੱਟੇ ਕੇਸਾਂ ਆਉਣ ਕਰਕੇ ਵਿਚਾਰਾ ਢਿੱਲਾ ਮੱਠਾ ਜਾ ਹੋ ਜਾਂਦਾ ਹੈ। ਹਾਂਜੀ, ਸੋ ਜੇ ਧੌਲੇ ਆ ਜਾਣ ਲੋਕ ਅੰਕਲ ਅੰਕਲ ਕਰਨ ਜਾਂਦੇ, ਪਹਿਲਾਂ ਬ੍ਰਦਰ ਬ੍ਰਦਰ ਕਰਦੇ ਹੁੰਦੇ। ਜੋ ਚਿੱਟਾ ਦਾੜਾ ਜਾਂ ਕਾਲਾ ਹੁੰਦਾ, ਜੋ ਚਿੱਟਾ ਥੋੜਾ ਜਿਹਾ ਆ ਜਾਵੇ ਸਾਰੀ ਅੰਕਲ, ਸਾਰੀ ਅੰਕਲ। ਹਾਂਜੀ, ਬੁੜੀਆਂ ਵੀ ਅੰਕਲ ਕਹਿੰਦੀਆਂ ਨੇ। ਦੇਖੋ ਕਿੰਨੀ ਸ਼ਰਮ ਦੀ ਗੱਲ ਹੈ। ਭਾਵੇਂ ਆਪਾਂ ਤੋਂ 20 ਸਾਲ ਵੱਡੀਆਂ ਵੀ ਹੋਣ, ਜਦੋਂ ਮਿਲਣਗੀਆਂ ਜੀ ਅੰਕਲ ਜੀ, ਹਾਂਜੀ, ਉਹਨਾਂ ਨੂੰ ਕੀ ਸਮਝਾਵੇ? ਹਾਂਜੀ, ਜਾਂ ਤਾਂ ਮੱਥੇ ਤੇ ਏਜ ਲਿਖ ਲਈ ਆਪਾਂ। ਹਾਂਜੀ, ਜਿਹੜਾ ਦੇਖ ਕੇ ਪਤਾ ਲੱਗ ਜਾਵੇ ਇਹ ਤਾਂ ਛੋਟਾ ਸਾਡੇ ਨਾਲੋਂ। ਹੁਣ ਤਤਕਾਲ ਗ੍ਰਸੈ ਅੰਮ੍ਰਿਤ ਆਈ। ਜਦ ਫੇਰ ਕਹਿੰਦੇ ਬੁਢੇਪੇ ਦੇ ਵਿੱਚ ਛਤਿਓ ਮੌਤ ਆ ਜਾਂਦੀ ਹੈ। ਮਹਾ ਕਸ਼ਟ ਤੇ ਛਿਨ ਨਰ ਪਾਈ। ਦੇਖੋ ਫਿਰ ਮਹਾ ਕਸ਼ਟ, ਬੜਾ ਕਸ਼ਟ ਹੁੰਦਾ ਹੈ ਜਦੋਂ ਕਿ ਮੌਤ ਆਉਂਦੀ ਹੈ। ਉਦੋਂ ਵੀ ਬੜਾ ਦੁੱਖ ਹੁੰਦਾ ਹੈ। ਕਹਿੰਦੇ ਉਸ ਵੇਲੇ ਮੌਤ ਆ ਕੇ ਘੇਰਦੀ ਹੈ ਤੇ ਇਹ ਦੁਖਦਾਈ ਸਮਾਂ ਜਿਹੜਾ ਬੜਾ ਮੁਸ਼ਕਲ ਹੈ, ਕਿਉਂਕਿ ਬੰਦਾ ਜਾਣਾ ਨਹੀਂ ਚਾਹੁੰਦਾ ਤੇ ਮੌਤ ਦਾ ਸਮਾਂ ਆ ਜਾਂਦਾ ਹੈ। ਸੋ ਇਸ ਕਰਕੇ ਉਸਦੇ ਮੋਹ ਕਰਕੇ ਬੜਾ ਦੁੱਖ ਹੁੰਦਾ ਹੈ। ਇਸ ਤੇ ਉਬਰ ਸਕੈ ਨਾ ਕੋਈ। ਦੇਖੋ ਇਹ ਮੌਤ ਤੋਂ ਕੋਈ ਵੀ ਬਚ ਨਹੀਂ ਸਕਦਾ, ਇਹ ਸਰਟਨਲੀ ਆਉਣੀ ਹੈ। ਖਾਏ ਮਹਾਬਲੀ ਥੇ ਜੋਈ। ਦੇਖੋ ਖਾਏ, ਕਹਿੰਦੇ ਮੌਤ ਨੇ ਕਿਹਨੂੰ ਛੱਡਿਆ? ਵੱਡੇ ਵੱਡੇ ਮਹਾਬਲੀਆਂ ਨੂੰ ਨਹੀਂ ਛੱਡਿਆ, ਵੱਡੇ ਵੱਡੇ ਤਾਕਤਵਰਾਂ ਨੂੰ ਨਹੀਂ ਛੱਡਿਆ, ਦੈਂਤਾਂ ਨੂੰ ਨਹੀਂ ਛੱਡਿਆ, ਦੇਵਤਿਆਂ ਨੂੰ ਨਹੀਂ ਛੱਡਿਆ, ਪੈਗੰਬਰਾਂ ਨੂੰ ਨਹੀਂ ਛੱਡਿਆ, ਪੀਰਾਂ ਨੂੰ ਨਹੀਂ ਛੱਡਿਆ। ਤੇ ਇਹਨਾਂ ਨੇ ਆਪਾਂ ਨੂੰ ਕਿੱਥੋਂ ਛੱਡ ਦੇਣਾ ਹੈ? ਅੰਜੁਲ ਕੇ ਜਲ ਸਮ ਬੈ ਇਹੀ। ਦੇਖੋ ਇਹ ਉਮਰ ਜਿਹੜੀ ਹੈ ਸਿਰਫ ਇੱਕ ਬੁੱਕ ਪਾਣੀ ਦੀ, ਜਿਵੇਂ ਆਪਣੇ ਹੱਥ ਵਿੱਚ ਫੜੀ ਹੋਵੇ ਨਾ ਅੰਜਲ, ਕਹਿਣਗੇ ਇਹ ਅੰਜਲੀ ਜਿਹੜੀ ਹੈ ਇਹ ਬੁੱਕ ਭਰੀ ਹੋਈ ਪਾਣੀ ਦੀ ਹੈ, ਜਿਵੇਂ ਇਹੀ ਉਮਰ ਹੈ। ਠਹਿਰਤ ਨਹਿ ਛਿਨ ਭੰਗਰ ਦੇ। ਦੇਖੋ ਥੋੜਾ ਚਿਰ ਲੱਗਦਾ ਹੈ, ਜਿਹੜਾ ਬੁੱਕ ਚ ਪਾਣੀ ਹੋਵੇ ਉਹ ਖਾਲੀ ਹੋ ਹੀ ਜਾਂਦਾ ਹੈ, ਉਹਨੇ ਰਸਤਾ ਲੱਭੇ ਲੈਣਾ ਵਿੱਚ ਦੀ ਨਿਕਲਣ ਵਾਸਤੇ। ਉਮਰ ਵੀ ਇਸ ਤਰ੍ਹਾਂ ਜਿਹੜੀ ਹੈ ਬੀਤੇ ਜਾਣੀ ਹੈ। ਯੁਕਤ ਬੇਕਾਰ ਅਵਸਥਾ ਤੀਨੋ। ਦੇਖੋ ਇਹ ਤਿੰਨ ਅਵਸਥਾ ਜਿਹੜੀਆਂ ਹਨ, ਬਾਲ, ਜਵਾਨੀ ਤੇ ਬਿਰਧ ਅਵਸਥਾ ਜਿਹੜੀ ਹੈ, ਇਹ ਸਾਰੀ ਵਿਕਾਰਾਂ ਵਿੱਚ ਹੈ। ਇਹਦੇ ਵਿੱਚ ਕੋਈ ਸੁੱਖ ਨਹੀਂ ਹੈਗਾ। ਬਿਤ ਹੈ ਜੇ ਹਰ ਕੇ ਸਿਮਰਨ ਹੀਨੋ। ਪਰ ਜੇ ਤਿੰਨੇ ਅਵਸਥਾ ਜਿਹੜੀਆਂ ਹਨ ਪਰਮੇਸ਼ਰ ਦੇ ਸਿਮਰਨ ਵਿੱਚ ਹੀ ਗੁਜ਼ਰ ਜਾਣ, ਸਿਮਰਨ ਹੀ ਕੀਤਾ ਜਾਵੇ। ਨਿਜ ਕਲਿਆਣ ਚਾਹਤ ਹੈ ਜੇ। ਇਸ ਕਰਕੇ ਜੇ ਤੁਸੀਂ ਆਪਣੀ ਕਲਿਆਣ ਚਾਹੁੰਦੇ ਹੋ, ਮੁਕਤੀ ਚਾਹੁੰਦੇ ਹੋ, ਇਸ ਦੁੱਖ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਸਤ ਸੰਗਤ ਮਹਿ ਮਿਲ ਹੈ ਤੇ। ਸਤ ਸੰਗਤ ਵਿੱਚ ਮਿਲ ਕਰਕੇ ਉਹ ਆ ਕੇ ਫਿਰ ਸਤ ਸੰਗਤ ਚ ਮਿਲਦੇ ਨੇ ਵੀ ਸਾਡਾ ਦੁੱਖ ਕੱਟਿਆ ਜਾਵੇ। ਇਹ ਤਿਨ ਕੇ ਬਚਨ ਸੁਨ ਹੈ ਔਰ ਮਨ ਹੈ। ਤਿੰਨ ਕੇ ਬਚਨ ਕਹਿਣਗੇ, ਇਸ ਕਰਕੇ ਉਹਨਾਂ ਦੇ ਫਿਰ ਬਚਨ ਸੁਣੋ ਸਤ ਸੰਗਤ ਵਿੱਚ ਆ ਜਾ ਕੇ ਗੁਰੂ ਸਾਹਿਬ ਦੇ। ਕਰ ਨਿੰਦੇ ਆਸਨ ਆਨੰਦ ਸੋ ਠਾਨ ਫਿਰ ਹੈ। ਉਸ ਬਚਨਾਂ ਨੂੰ ਕਮਾਓ ਤੇ ਆਨੰਦ ਨੂੰ ਪ੍ਰਾਪਤ ਕਰੋ। ਡਿਡ ਅਭਿਆਸ ਹੋਏ ਹੈ ਜਬ ਹੀ। ਦੇਖੋ ਜਦੋਂ ਅਭਿਆਸ ਦ੍ਰਿੜ ਪੱਕਾ ਹੋ ਜਾਂਦਾ ਹੈ, ਨਿਜ ਸਰੂਪ ਸਖਿਆਤ ਸੋ ਤਬ ਹੀ। ਫਿਰ ਨਿਜ ਸਰੂਪ ਸਖਿਆਤ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਸਾਹਮਣੇ ਆਤਮਾ ਸਰੂਪ ਪ੍ਰਗਟ ਹੋ ਜਾਂਦਾ, ਪਰਮਾਤਮਾ ਜਿਹੜਾ ਹੈ ਇਸ ਖਲਕਤ ਵਿੱਚ ਦਿਸਣਾ ਸ਼ੁਰੂ ਹੋ ਜਾਂਦਾ ਹੈ। ਏਕ ਰੂਪ ਸਭ ਸ੍ਰੀ ਨਿਰੰਕਾਰਾ। ਇਸ ਕਰਕੇ ਸ੍ਰੀ ਨਿਰੰਕਾਰ ਉਹ ਪਰਮੇਸ਼ਰ, ਪਾਰਬ੍ਰਹਮ ਪਰਮੇਸ਼ਰ ਜਿਹੜਾ ਉਹਦਾ ਹੀ ਸਰੂਪ ਹੈ। ਸਾਰੀ ਦੁਨੀਆ ਹੀ ਉਸ ਦਾ ਸਰੂਪ ਹੈ। ਮਨ ਕਲਪਨ ਤੇ ਜਗਤ ਅਪਾਰਾ। ਪਰ ਜੇ ਮਨ ਕਲਪਨਾ ਕਰਦਾ ਹੈ ਤਾਂ ਇਹ ਸੰਸਾਰ ਲੱਗਦਾ ਹੈ, ਜੇ ਅਸਲੀਅਤ ਦੇਖੀਏ ਤਾਂ ਪਰਮਾਤਮਾ ਹੈ।
ਪਰ ਕਲਪਨਾ ਵਿੱਚ ਇਲੂਸ਼ਨਰੀ ਨਾਲ ਆਪਾਂ ਦੇਖੀਏ, ਜਿਹੜਾ ਹਨ ਝੂਠ ਕਰਕੇ ਦੇਖੀਏ, ਹਨੇਰੇ ਵਿੱਚ, ਅਗਿਆਨਤਾ ਦੇ ਹਨੇਰੇ ਵਿੱਚ ਦੇਖੀਏ ਤਾਂ ਇਹ ਸੰਸਾਰ ਸੱਚ ਲੱਗਦਾ ਹੈ। ਜਿਤ ਤਿਤ ਦੇਖਿਓ ਏਕ ਗੁਸਾਈ। ਦੇਖੋ ਜਿੱਥੇ ਕਿਤੇ ਵੀ ਜੇ ਸੱਤ ਹੋ ਜਾਵੇ, ਜੇ ਅਪਰੋਖ ਗਿਆਨ ਹੋ ਗਿਆ, ਪਰਮਾਤਮਾ ਸਾਖਸ਼ਾਤ ਹੋ ਗਿਆ, ਜਿੱਥੇ ਕਿਤੇ ਵੀ ਦੇਖਾਂਗੇ ਪਰਮਾਤਮਾ ਹੀ ਦਿਸੇਗਾ। ਰਾਗ ਦ્વੈਖ ਸਹਜੇ ਮਿਟ ਜਾਏ। ਇਸ ਕਰਕੇ ਫਿਰ ਰਾਗ ਤੇ ਦ્વੈਖ, ਖਾਮੋ ਖਾਈ ਕਿਸੇ ਨਾਲ ਪ੍ਰੇਮ ਕਰਨਾ, ਦ્વੈਖ ਖਾਮੋ ਖਾਈ ਕਿਸੇ ਨਾਲ ਜਿਹੜਾ ਹਨ ਈਰਖਾ ਕਰਨੀ, ਕਹਿੰਦੇ ਇਸ ਕਰਕੇ ਜਿਹੜਾ ਰਾਗ ਤੇ ਦ્વੈਖ ਜਿਹੜੇ ਹਨ ਇਹ ਮਿਟ ਜਾਂਦੇ ਹਨ, ਕਿਉਂਕਿ ਇੱਕੋ ਪਰਮੇਸ਼ਰ ਰਹਿ ਜਾਂਦਾ ਹੈ। ਤੇ ਨਰ ਪਾਰ ਪਰੇ ਦੁਖ ਸਾਗਰ। ਇਸ ਕਰਕੇ ਫਿਰ ਉਹੀ ਨਰ, ਉਹੀ ਜਿਹੜੇ ਹਨ ਇਨਸਾਨ ਜਿਹੜੇ ਹੁੰਦੇ ਨੇ, ਉਹ ਜਿਹੜਾ ਹਨ ਪਰਮਾਤਮਾ ਦੀ ਭਗਤੀ ਕਰਕੇ ਪਾਰ ਹੁੰਦੇ ਹਨ। ਸਭ ਸਿਰਤਾਜ ਸੇ ਹੋ ਹੈ ਉਜਾਗਰ। ਸਾਰੇ ਜਿਹੜਾ ਹਨ ਸਭ ਸਿਰਤਾਜ ਕਹਿਣਗੇ ਉਹ ਫਿਰ ਉਜਾਗਰ ਹੋ ਜਾਂਦੇ ਨੇ, ਉਹ ਪ੍ਰਗਟ ਹੋ ਜਾਂਦੇ ਨੇ। ਸੰਸਾਰ ਫਿਰ ਉਹਨਾਂ ਨੂੰ ਯਾਦ ਕਰਦਾ ਹੈ, ਉਹਨਾਂ ਦੇ ਰਸਤੇ ਤੁਰ ਕਰਕੇ ਆਪਣਾ ਵੀ ਸੁਖ ਪਾਉਂਦੇ ਨੇ, ਉਹਨਾਂ ਨੂੰ ਆਪਣੇ ਗਾਈਡ ਸਮਝਦੇ ਹਨ। ਜੇ ਤਨ ਧਨ ਹੰਕਾਰ ਫਸੰਤੇ। ਜੇ ਕਿਤੇ ਇਹ ਸਰੀਰ ਵਿੱਚ ਰਹਿੰਦਿਆਂ ਹੋਇਆ ਹੰਕਾਰ 'ਚ ਫਸੇ ਰਹੇ, ਸੇ ਕਬ ਰੰਚਕ ਸੁਖ ਨਲ ਹੰਤੇ। ਉਹ ਹਮੇਸ਼ਾ ਗਰੀਬ ਅਵਸਥਾ ਵਿੱਚ ਹੀ ਰਹਿੰਦੇ ਆ, ਮੰਗਤੇ ਦੀ ਅਵਸਥਾ ਵਿੱਚ ਹੀ ਰਹਿੰਦੇ ਆ ਤੇ ਉਹਨਾਂ ਨੂੰ ਕਦੇ ਸੁੱਖ ਨਹੀਂ ਮਿਲਦਾ। ਦੇਹ ਦਸ਼ਾ ਵਿਕਾਰ ਯੁਤ ਜੈਸੀ। ਫਿਰ ਦੇਹ ਦੀ ਦਿਸ਼ਾ ਕੀ ਹੈ, ਦਸ਼ਾ, ਇਹਦਾ ਹਾਲਾਤ ਕੀ ਹੁੰਦੀ ਸਰੀਰ ਦੇ, ਇਹ ਵਿਸ਼ੇ ਵਿਕਾਰਾਂ 'ਚ ਪਏ ਰਹਿੰਦੇ ਨੇ। ਇਹਨਾਂ ਨੂੰ ਜਿਹੜਾ ਹੈ ਸੋਝਿਓ ਨਹੀਂ ਰਹਿੰਦੀ ਸੱਚ ਦੀ ਕਿਤੇ ਵੀ। ਪਾਛੈ ਵਰਣਨ ਕੀਨੀ ਤੈਸੀ। ਇਹ ਜਿਹੜੇ ਪਿੱਛੇ ਦੱਸੀ ਹੋਈ ਅਵਸਥਾ ਵਿੱਚ, ਤਿੰਨ ਅਵਸਥਾ ਦੇ ਵਿੱਚ ਘੁੰਮਦੇ ਫਿਰਦੇ ਹਨ। ਧਨ ਮਹਿ ਸੁਖ ਨਹਿ ਸੋ ਸੁਨ ਲੀਜੈ। ਇਸ ਕਰਕੇ ਹੁਣ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੇਖੋ ਧਨ ਦਾ ਵੀ ਸੁਣ ਲਓ। ਹੁਣ ਜਿਹੜੀ ਮਾਇਆ ਹੈ ਨਾ, ਜਿਹੜਾ ਧਨ ਵੈਲਥ ਹੈ ਨਾ, ਜਾਂ ਪ੍ਰਾਪਰਟੀਆਂ ਹਨ ਨਾ, ਇਹ ਸਾਰਾ ਜਿਹੜਾ ਧਨ ਹੈ ਇਹਦੇ ਵਿੱਚ ਵੀ ਕੋਈ ਸੁੱਖ ਨਹੀਂ ਹੈਗਾ, ਉਹਦੇ ਬਾਰੇ ਵੀ ਸੁਣ ਲਓ। ਅਧਿਕ ਹੋਏ ਤਿਉ ਅਧਿਕ ਤਪੀਜੈ। ਦੇਖੋ ਜਿੰਨੀ ਮਾਇਆ ਜ਼ਿਆਦਾ ਹੁੰਦੀ ਹੈ ਨਾ, ਜਿਹਦੇ ਕੋਲ ਜ਼ਿਆਦਾ ਮਾਇਆ ਹੈ, ਬਹੁਤ ਜ਼ਿਆਦਾ ਮਾਇਆ ਹੈ, ਬਿਲੀਅਨ ਸਨ, ਟ੍ਰਿਲੀਅਨ ਸਨ, ਕਹਿੰਦੇ ਉਨਾ ਹੀ ਤਪੀਜੈ, ਉਹ ਤਪਦਾ ਹੀ ਰਹਿੰਦਾ ਬੰਦਾ, ਉਹਦੇ ਵਿੱਚ ਈਰਖਾ ਹੀ ਬਣੀ ਰਹਿੰਦੀ ਹੈ। ਮਿਲੀਅਨਰ ਬਣ ਗਿਆ, ਕਹਿੰਦਾ ਮੈਂ ਟੌਪ 10 ਵਿੱਚ ਚਾਹੀਦਾ ਹਾਂ। ਬਿਲੀਅਨਰ ਬਣ ਗਿਆ, ਫਿਰ ਵੀ ਟੌਪ 10 ਵਿੱਚ ਚਾਹੀਦਾ ਹੈ। ਕਹਿੰਦੇ ਤਪਦਾ ਹੀ ਰਹਿੰਦਾ ਹੈ, ਉਹਨੂੰ ਤਪਸ਼ ਇਹ ਲੱਗੀ ਰਹਿੰਦੀ ਵੀ ਮੇਤੋਂ ਨਾ ਕੋਈ ਵੱਡਾ ਹੋ ਜਾਵੇ, ਹੁਣ ਮੇਤੋਂ ਕੋਈ ਕਿਸੇ ਕੋਲ ਇੱਕ ਧੇਲਾ ਜ਼ਿਆਦੇ ਨਾ ਹੋ ਜਾਵੇ। ਜਾਤ ਤਾਂ ਪ੍ਰਾਨਨ ਕਸਤ ਮਹਾਨਾ। ਜਾਤ ਤਾਂ ਪ੍ਰਾਨਨ ਕਹਿਣਗੇ ਜਦੋਂ ਮਰਦਾ ਹੈ ਫਿਰ ਉਹਨੂੰ ਬੜਾ ਦੁੱਖ ਹੁੰਦਾ ਵੀ ਮੇਰੀ ਇੰਨੀ ਮਾਇਆ ਮੈਂ ਕੀ ਕਰਾਂਗਾ, ਮੈਂ ਤਾਂ ਛੱਡ ਕੇ ਚੱਲਿਆ, ਕਮਾਉਂਦਾ ਹੀ ਰਹਿ ਗਿਆ। ਹੁਣ ਇੰਨੀ ਮਾਇਆ ਬੰਦਾ $1 ਨਹੀਂ ਛੱਡਦਾ। ਹੁਣ ਜਿੱਥੇ ਮੌਤ ਨੇ ਸਭ ਕੁਝ ਪਰਾਇਆ ਕਰ ਦੇਣਾ ਹੈ, ਮਿਲੀਅਨਸ ਬਿਲੀਅਨਸ ਪਰਾਏ ਹੋ ਜਾਣੇ ਨੇ, ਤੇ ਘਰ ਪ੍ਰਾਪਰਟੀਆਂ ਸਾਰੀਆਂ ਪਰਾਈਆਂ, ਰਿਸ਼ਤੇਦਾਰ ਸਾਰੇ ਗਏ, ਫੈਮਿਲੀ ਗਈ ਇੱਕ ਮਰਨ ਦੇ ਨਾਲ, ਤੇ ਫਿਰ ਦੇਖੋ ਉਦੋਂ ਕਿੰਨਾ ਦੁੱਖ ਹੁੰਦਾ ਹੈ। ਰੱਖਿਆ ਬਿਖੈ ਨੀਤ ਦੁਖ ਨਾਨਾ। ਦੇਖੋ ਰੱਖਿਆ ਬਿਖੈ, ਫਿਰ ਜਿਹੜੇ ਰੱਖਣੀ ਹੋਵੇ ਮਾਇਆ, ਜਿਹਦੇ ਕੋਲ ਬਹੁਤੀ ਜ਼ਿਆਦਾ ਮਾਇਆ ਹੋਵੇ, ਉਹਨੂੰ ਰੱਖਣ ਦਾ ਵੀ ਪ੍ਰੋਬਲਮ ਹੈ ਵੀ ਕਿੱਥੇ ਰੱਖੀਏ ਜੀ, ਹੁਣ ਕਿੱਥੇ ਇਹਨੂੰ ਲੁਕੋਈਏ, ਕਿਹੜੀ ਬੈਂਕ 'ਚ ਰੱਖੀਏ, ਕਿੱਥੇ ਇਨਵੈਸਟ ਕਰੀਏ, ਉਹ ਵੀ ਪ੍ਰੋਬਲਮ ਰਹਿੰਦਾ ਹੈ। ਭੂਪਤ ਤਸਕਰ ਕੋ ਭੈ ਕਰਕੇ। ਹਾਂ ਫੇਰ ਕਹਿੰਦੇ ਮਾਇਆ ਹੋਵੇ, ਬੰਦੇ ਨੂੰ ਚੋਰਾਂ ਦਾ ਡਰ ਲੱਗਿਆ ਰਹਿੰਦਾ ਵੀ ਪਤਾ ਨਹੀਂ ਕਦੋਂ ਕਿਹੜਾ ਚੋਰ ਨੇ ਆ ਜਾਣਾ, ਲੁਟੇਰੇ ਨੇ ਆ ਜਾਣਾ, ਕਿਤੇ ਲੁਟਕੀ ਨਾ ਲੈ ਜਾਵੇ। ਫੇਰ ਕਹਿੰਦੇ ਤਸਕਰ, ਫੇਰ ਉਹਨੂੰ ਹੁੰਦਾ ਹੈ ਤਸਕਰ ਚੋਰਾਂ ਦਾ, ਤੇ ਜਾਂ ਰਾਜੇ ਦਾ। ਹੁਣ ਰਾਜੇ ਟੈਕਸ ਲਾਉਂਦੇ ਨੇ, ਹੁਣ ਕਈ ਮਾਇਆ ਜਿਹੜੀ ਹਨ ਮਾਨੀ ਲਾਂਡਰਿੰਗ ਕਰਦੇ ਨੇ, ਮਾਇਆ ਜਿਹੜੇ ਟੈਕਸ ਤੋਂ ਬਚਾ ਕੇ ਰੱਖਦੇ ਨੇ, ਉਹਨਾਂ ਨੂੰ ਇਹ ਡਰ ਲੱਗਿਆ ਰਹਿੰਦਾ ਕਿਤੇ ਮਾਇਆ ਦਾ ਪਤਾ ਲੱਗ ਗਿਆ ਰਾਜੇ ਨੂੰ, ਕਿਤੇ ਟੈਕਸ ਨਾ ਲੱਗ ਜਾਵੇ, ਮੇਰੇ ਤੇ ਬਹੁਤ ਜ਼ਿਆਦਾ ਟੈਕਸ ਲੱਗ ਜਾਣਾ, ਮੇਰੀ ਮਾਇਆ ਤਾਂ ਖਤਮ ਹੋ ਜਾਣੀ ਹੈ। ਇਸ ਪ੍ਰਕਾਰ ਕਰਕੇ ਦੁਖੀ ਰਹਿੰਦਾ ਹੈ, ਡਰੇ ਰਹਿੰਦਾ ਹੈ। ਰਾਖਤ ਹੈ ਦੁਰਾਏ ਵਿੱਚ ਘਰ ਕੈ। ਕਈ ਲੋਕ ਤਾਂ ਘਰਾਂ ਵਿੱਚ ਲੁਕਾ ਕੇ ਹੀ ਬੈਠੇ ਹਨ ਮਾਇਆ ਦੇ ਥੱਬਿਆਂ ਦੇ ਥੱਬੇ। ਮ੍ਰਿਤ ਭਏ ਕਾਜ ਨਾ ਕਿਸ ਆਈ। ਹੁਣ ਜਿੱਥੇ ਲੁਕੋਈ ਹੁੰਦੀ ਆ ਮਾਇਆ, ਬੰਦਾ ਮਰ ਜਾਂਦਾ, ਉਹ ਤਾਂ ਆਪਣੀ ਘਰਵਾਲੀ ਨੂੰ ਨਹੀਂ ਦੱਸਦਾ, ਘਰਵਾਲੀ ਨੂੰ ਦੱਸਦੀ ਵੀ ਮਾਇਆ ਕਿੱਥੇ ਆ। ਉਹਨਾਂ ਨੂੰ ਇੱਕ ਦੂਜੇ ਦਾ ਤਬਾਰ ਵੀ ਨਹੀਂ ਹੁੰਦਾ ਵੀ ਪਤਾ ਨਹੀਂ ਮੇਰੇ ਸੁੱਤੇ ਪਿਆਂ ਨੇ ਕਮਾਇਆ ਚੱਕ ਕੇ ਲੈ ਜਾਣੀ ਹੈ। ਫਿਰ ਬੱਚਿਆਂ ਨੂੰ ਜਿਹੜਾ ਬੱਚਿਆਂ ਦੇ ਨਹੀਂ ਭਰੋਸਾ ਹੁੰਦਾ ਵੀ ਇਹ ਬੱਚਿਆਂ ਨੇ ਮਾਇਆ ਚੁੱਕ ਕੇ ਲੈ ਜਾਣੇ, ਕਿਸੇ ਤੇ ਨਹੀਂ ਭਰੋਸਾ ਹੁੰਦਾ ਮਾਇਆ ਵਾਲੇ ਨੂੰ। ਇਹ ਮਾਇਆ ਧਾਰੀ ਅੰਨਾ ਬੋਲਾ, ਇਹੀ ਹਾਲਾਤ ਹੁੰਦੀ ਹੈ, ਉਹਨਾਂ ਦੀ ਜਿਹੜੀ ਮੱਤ ਮਾਰੀ ਜਾਂਦੀ ਹੈ। ਸੋ ਇਸ ਮਾਇਆ ਜਿਹੜੀ ਹੈ, ਇਹ ਜਿਹੜਾ ਹਨ ਪਾਪਾਂ ਤੋਂ ਬਗੈਰ ਤਾਂ ਇਕੱਠੀ ਨਹੀਂ ਹੁੰਦੀ, ਪਾਪ ਤਾਂ ਕਰਨੇ ਹੀ ਪੈਂਦੇ ਨੇ। ਜੇ ਪਾਪ ਕੀਤੇ ਤੇ ਮਾਇਆ ਇਕੱਠੀ ਕੀਤੀ, ਤੇ ਮਾਇਆ ਜਿਹੜੀ ਇਕੱਠੀ ਕੀਤੀ ਹੁਣ ਸਾਂਭਣੀ ਵੀ ਹੈ ਤੇ ਕਿਸੇ ਨੂੰ ਦੱਸਣਾ ਵੀ ਨਹੀਂ ਹੈਗਾ। ਫਿਰ ਜਿੱਥੇ ਦੱਬੀ ਹੈ ਉੱਥੇ ਰਹਿ ਜਾਂਦੀ ਹੈ। ਜੇ ਸਵਿਸ ਬੈਂਕ 'ਚ ਰੱਖੀਏ ਤਾਂ ਉਹਦਾ ਕੋਟ ਜਿਹੜਾ ਬੰਦਾ ਮਰਦਾ ਆਪਣੇ ਨਾਲੇ ਕੋਟ ਲੈ ਜਾਂਦਾ ਹੈ, ਬਾਕੀ ਦੀ ਮਾਇਆ ਸਵਿਸ ਸੰਭਾਲ ਲੈਂਦੇ ਹਨ। ਮ੍ਰਿਤ ਭਏ ਕਾਜ ਨਾ ਕਿਸ ਆਈ। ਫਿਰ ਇਹ ਮਾਇਆ ਜਿਹੜੀ ਦੱਬੀ ਪਈ ਰਵੇ, ਕਿਤੇ ਲੁਕੋਈ, ਉਹ ਮਾਇਆ ਪਈਓ ਰਹਿ ਜਾਂਦੀ, ਕਿਸੇ ਦੀ ਨਹੀਂ ਕੰਮ ਆਉਂਦੀ, ਉਹ ਗਲ ਜਾਂਦੀ ਹੈ ਉੱਥੇ। ਜਾਂ ਕੋਈ ਜਿਹੜਾ ਲਾਕੀ ਬੰਦਾ ਹੋਵੇ ਉੱਥੇ ਪਹੁੰਚ ਗਿਆ, ਉਹਨੇ ਚੱਕ ਕੇ ਲੈ ਜਾਣੀ ਘਰੇ। ਸਰਪ ਦੇਹ ਤੇ ਹਿਤ ਤੇ ਪਾਈ। ਦੇਖੋ ਫਿਰ ਜਿਹੜਾ ਬੰਦਾ ਹੈ ਮਾਇਆ ਦੇ ਮੋਹ ਕਰਕੇ, ਉਹਦਾ ਕੀ ਹੁੰਦਾ ਹੈ, ਉਹ ਸੱਪ ਦੀ ਜੂਨ 'ਚ ਜਾ ਪੈਂਦਾ ਹੈ, ਕਿਉਂਕਿ ਮਾਇਆ ਵਿੱਚ ਉਹਦਾ ਚਿੱਤ ਜੁੜਿਆ ਹੋਇਆ ਸੀ। ਜਦੋਂ ਮਰਿਆ ਉਹ ਆਪਣੀ ਮਾਇਆ ਬਾਰੇ ਸੋਚ ਰਿਹਾ ਸੀਗਾ। ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਵਲ ਵਲ ਔਤਰੈ।
ਉਹਨਾਂ ਦੀ ਹਾਲਤ ਇਹ ਹੋ ਜਾਂਦੀ ਆ, ਉਹ ਸੱਪ ਦੀ ਜੂਨ ਚ ਪੈ ਜਾਂਦੇ ਹਨ। ਤੇ ਸਰਬ ਅਸਾਰ ਲਖੀਜੈ। ਇਸ ਕਰਕੇ ਇਹ ਸਾਰੀ ਮਾਇਆ ਦਾ ਜਿਹੜਾ ਕਾਰਜ ਪਰਪੰਚ ਹੈ, ਅਸਾਰ ਹੈ, ਝੂਠਾ ਹੀ ਹੈ ਇਹ। ਸਿਮਰਨ ਸਾਰ ਏਕ ਪ੍ਰਭ ਕੀਜੈ। ਇਸ ਕਰਕੇ ਸਿਮਰਨ ਹੀ ਸੱਚਾ ਹੈ, ਸਿਮਰਨ ਹੀ ਸੱਚਾ ਹੈ, ਜਿਹੜਾ ਜਿਉਂਦੇ ਬੰਦੇ ਦੇ ਨਾਲ ਵੀ ਰਹਿੰਦਾ, ਮਰ ਕੇ ਵੀ ਨਾਲੇ ਰਹਿੰਦਾ ਹੈ। ਜੀਵਤ ਮ੍ਰਿਤਕ ਮਰਨ ਹੈ ਕੋਈ ਇਸ ਕਰਕੇ ਜੀਵਤ ਮ੍ਰਿਤਕ ਕਹਿਣਗੇ ਜਿਉਂਦਿਆਂ ਜੀ ਜੇ ਮਾਇਆ ਜਿਹੜਾ ਹਉਮੈ ਨੂੰ ਮਾਰ ਲਈਏ, ਜਿਹੜਾ ਹਨ ਮਮਤਾ ਨੂੰ ਮਾਰ ਲਈਏ, ਤੇ ਐਸਾ ਜਿਹੜਾ ਹੈ ਜੀਵਨ ਬਤੀਤ ਕਰੀਏ, ਤਾਂ ਕਹਿੰਦੇ ਫਿਰ ਮੁੜ ਕੇ ਨਹੀਂ ਮੌਤ ਹੁੰਦੀ, ਮੁੜ ਕੇ ਨਹੀਂ ਜੰਮਣਾ ਪੈਂਦਾ, ਮਰਨਾ ਪੈਂਦਾ। ਆਨੰਦ ਮਗਨ ਹੋਤ ਹੈ ਤੇ ਆਨੰਦ ਵਿੱਚ ਬੰਦਾ ਰਹਿੰਦਾ। ਬੰਦੇ ਨੂੰ ਕੀ ਫਿਕਰ ਹੈ ਜੇ ਘਰ ਵਿੱਚ ਮਾਇਆ ਹੈ ਨਹੀਂ, ਕੁਝ ਚੱਕਣ ਵਾਸਤੇ ਹੈ, ਉਹਨੂੰ ਚੋਰਾਂ ਦਾ ਕਾਹਦਾ ਡਰ ਹੋਣਾ? ਉਹਨੂੰ ਕਹਿੰਦੇ ਚੋਰ ਆ ਜਾਣ ਭਾਈ, ਚਾਹ ਪਾਣੀ ਪਿਲਾ ਕੇ ਤੁਰ ਦਾਂਗੇ, ਆਪਾਂ ਕੀ ਕਰਨਾ ਹੁਣ ਚੋਰਾਂ ਨੂੰ? ਉਹਨਾਂ ਨੂੰ ਕੁਝ ਹੈ ਨਹੀਂ ਚੱਕਣ ਵਾਸਤੇ, ਕੀ ਲੈ ਜਾਣਗੇ ਜੇ ਹੈ ਹੀ ਨਹੀਂ ਕੁਝ ਘਰੇ। ਜਿਉਂ ਜਲ ਵਿਖੇ ਡੂਬ ਕੇ ਤਰਹੀ। ਜਿਵੇਂ ਕੋਈ ਜਿਹੜਾ ਹਨ ਜਲ ਦੇ ਵਿੱਚ ਡੁੱਬ ਕੇ ਫੇਰ ਤਰਦਾ ਹੈ, ਬਹਰ ਨਾ ਡੂਬਨ ਸੰਸਾ ਕਰ। ਫਿਰ ਉਹਨੂੰ ਮੁੜ ਕੇ ਡੁੱਬਣ ਦਾ ਫਿਕਰ ਨਹੀਂ ਹੁੰਦਾ। ਉਹ ਡਾਈਵਰਸ ਜਿਹੜੇ ਉਹ ਜਾਣ ਬੁੱਝ ਕੇ ਡੁੱਬਦੇ ਨੇ, ਕਿਉਂਕਿ ਉਹਨੂੰ ਡੁੱਬਣਾ ਆ ਗਿਆ ਜੀ, ਉਹਨਾਂ ਨੂੰ ਟੁੱਬਕੀਆਂ ਮਾਰਨੀਆਂ ਆ ਗਈਆਂ, ਸਾਹ ਰੋਕਣਾ ਆ ਗਿਆ, ਉਹਨਾਂ ਨੂੰ ਕੀ ਡਰ ਜੀ ਜਿਹੜਾ ਵੀ ਅਸੀਂ ਡੁੱਬ ਜਾਾਂਗੇ। ਇਸ ਪ੍ਰਕਾਰ ਕਰਕੇ ਜਿਹੜਾ ਕਿ ਮਾਇਆ ਵੱਲੋਂ, ਹਉਮੈ ਵੱਲੋਂ, ਮਮਤਾ ਵੱਲੋਂ ਆਪਣੇ ਆਪ ਨੂੰ ਮਾਰ ਕੇ ਜਿਉਣਾ ਹੈ, ਇਹੀ ਤਾਂ ਜੀਵਨ ਹੈ। ਸਾਗਰ ਆਦਿਕ ਜਲ ਜਹ ਤਾਈ। ਭਾਵੇਂ ਕਿੱਡਾ ਵੱਡਾ ਵੀ ਸਾਗਰ ਕਿਉਂ ਨਾ ਹੋਵੇ, ਸਮੁੰਦਰ ਹੋਵੇ, ਰਹਿ ਤਰਤ ਤਿਉ ਜਨ ਹੋ ਭਾਈ। ਉਹ ਤਰਨਾ ਜਾਣਦੇ ਨੇ, ਉਹ ਤਰ ਜਾਂਦੇ ਨੇ ਫਿਰ ਵੀ, ਕਿਉਂਕਿ ਉਹਨਾਂ ਨੂੰ ਪਰਮੇਸ਼ਰ ਦਾ ਸਿਮਰਨ ਮਿਲ ਗਿਆ, ਗੁਰੂ ਮਿਲ ਗਿਆ ਉਪਦੇਸ਼ ਦੇਣ ਵਾਲਾ। ਹਉਮੈ ਖੋਏ ਨਾਮ ਲਿਵ ਲਾਭ। ਇਸ ਕਰਕੇ ਹਉਮੈ ਨੂੰ ਗਵਾ ਕੇ ਨਾਮ ਵਿੱਚ ਆਪਣੀ ਬਿਰਤੀ ਜੋੜੋ, ਸਿਮਰਨ ਕਰੋ। ਮਨ ਤੇ ਤ੍ਰਿਸ਼ਨਾ ਦੁਐਤ ਮਿਟਾਵੋ। ਮਨ ਦੇ ਵਿੱਚੋਂ ਤ੍ਰਿਸ਼ਨਾ, ਭੁੱਖ ਜਿਹੜੀ ਮਾਇਆ ਦੀ, ਇਹ ਮਿਟਾ ਦਿਓ। ਦੁਐਤ ਭਾਵਨਾ, ਡਾਊਟ ਜਿਹੜਾ ਹੈ, ਇਹ ਵੀ ਮਿਟਾ ਦਿਓ। ਆਤਮ ਰਾਮ ਲਖੋ ਭਲ ਭਾਂਤਾ। ਆਪਣੇ ਅੰਦਰ ਪਰਮੇਸ਼ਰ ਨੂੰ ਹੀ ਜਾਣਨਾ ਕਰੋ, ਆਤਮਾ ਸਰੂਪ ਕਰਕੇ ਉਹਨੂੰ ਹੀ ਚੰਗੀ ਤਰ੍ਹਾਂ ਜਾਣਨਾ ਕਰੋ। ਭਾਵ ਆਨੰਦ ਹੋਏ ਸਖਿਆਤਾ। ਇਸ ਕਰਕੇ ਜਿਹੜਾ ਹੈ ਆਤਮਾ ਦਾ ਆਨੰਦ ਉਹਨਾਂ ਨੂੰ ਪ੍ਰਾਪਤ ਹੋਵੇਗਾ ਤੇ ਪਰਮਾਤਮਾ ਉਹਨਾਂ ਨੂੰ ਪ੍ਰਗਟ ਹੋ ਜਾਵੇਗਾ ਉਹਨਾਂ ਵਾਸਤੇ। ਜੇ ਪਰਿਵਾਰ ਕੋ ਮੋਹ ਬੰਧਾਨੇ। ਜੇ ਕਿਤੇ ਪਰਿਵਾਰ ਦਾ ਮੋਹ ਵਿੱਚ ਫਸੇ ਰਹੇ, ਕੋ ਲਖੋ ਮਹਾ ਅਗਿਆਨੇ। ਉਹਨਾਂ ਨੂੰ ਬਹੁਤ ਅਗਿਆਨਤਾ ਵਿੱਚ ਜਾਣਨਾ ਕਰੋ। ਅਗਿਆਨੀ ਲੋਕ ਨੇ ਜਿਹੜਾ ਉਹੀ ਵਾਧੂ ਦਾ ਮੋਹ ਕਰੀ ਜਾਂਦੇ ਨੇ ਪਰਿਵਾਰ ਦੇ ਨਾਲ, ਪਰਿਵਾਰ ਨੂੰ ਛੱਡਦੇ ਹੀ ਕੋਈ ਨਹੀਂ ਹੈਗੇ। ਮੇਰੀ ਫੈਮਿਲੀ ਇਹੀ ਰਟਣ ਲੱਗੀ ਜਾ ਲੈਂਦਾ ਹੈ ਵੀ ਇਹ ਮੇਰੇ ਨੇ, ਮੇਰੇ ਇਹ ਵੀ ਮੇਰਾ ਇਹ ਹੈ, ਮੇਰਾ ਉਹ ਹੈ। ਕਹਿੰਦੇ ਇਹ ਅਗਿਆਨਤਾ ਹੈ, ਇਹ ਜਿਹੜੀ ਬੇਸਮਝ ਹੈ। ਕਿਉਂਕਿ ਤੂੰ ਜੰਮਿਆ ਸੀ, ਜਦੋਂ ਤੂੰ ਜੰਮਿਆ ਸੀ ਉਦੋਂ ਤੇਰੇ ਪੁੱਤਰ ਹੈਗੇ ਸੀ, ਧੀਆਂ ਹੈਗੇ ਸੀਗੇ, ਉਦੋਂ ਤਾਂ ਐ ਨਹੀਂ ਸੀ। ਹਾਂਜੀ, ਹੁਣ ਹੋ ਗਏ ਤੇ ਇਹਨਾਂ ਨਾਲ ਮੋਹ ਕਰਕੇ ਬਹਿ ਗਿਆ। ਜਿਹੜਾ ਪਰਮੇਸ਼ਰ ਤੇ ਤੋਂ ਜਿਹੜਾ ਹਨ ਤੈਨੂੰ ਪੈਦਾ ਕਰਨ ਵਾਲਾ, ਪਾਲਣ, ਉਹਨੂੰ ਤੂੰ ਭੁੱਲੇ ਗਿਆ। ਆਪਣੇ ਸੁੱਤ ਬਨਤਾ ਪਿਤ ਮਾਤਾ। ਬਸ ਕਹਿੰਦਾ ਮੇਰਾ ਪੁੱਤਰ, ਮੇਰੀ ਇਸਤਰੀ, ਮੇਰਾ ਪਿਤਾ, ਮੇਰਾ ਮਾਤਾ। ਜਾਣਤ ਹਿਤਕਾਰੀ ਬਿਨ ਗਿਆਤਾ। ਕਹਿੰਦਾ ਜਾਣਤ ਹਿਤਕਾਰੀ, ਉਹਨਾਂ ਨੂੰ ਜਾਣਦੇ ਨੇ ਵੀ ਮੇਰਾ ਪਰਿਵਾਰ ਹੀ ਸਭ ਕੁਝ ਹੈ। ਐਨੀਥਿੰਗ ਰੋਂਗ, ਮਾਈ ਫੈਮਿਲੀ ਵਿਲ ਟੇਕ ਕੇਅਰ ਆਫ ਮੀ। ਬਾਰ-ਬਾਰ ਜਨਮ ਹੈ ਜਗ ਮਾਹੀ। ਦੇਖ ਉਹ ਬੰਦੇ ਫਿਰ ਵਾਰ-ਵਾਰ ਜੰਮਦੇ ਮਰਦੇ ਰਹਿੰਦੇ ਹਨ, ਇਹ ਮੋਹ ਵਿੱਚ ਪੈ ਕਰਕੇ। ਸਭ ਹੀ ਜਨਮ ਕੁਟੰਬ ਅਸ ਆਹੀ। ਦੇਖੋ ਕਹਿੰਦੇ ਸਭ ਹੀ ਜਨਮ, ਸਾਰੇ ਹੀ ਜਨਮ ਦੇ ਵਿੱਚ ਉਹਨੂੰ ਨਵੀਂ ਫੈਮਿਲੀ ਮਿਲ ਜਾਂਦੀ ਹੈ, ਉਹਦੇ ਵਿੱਚ ਮੋਹ ਕਰਨ ਲੱਗ ਜਾਂਦਾ ਹੈ। ਉਹ ਮਰ ਗਿਆ, ਫਿਰ ਇੱਕ ਜੰਮ ਕੇ ਫਿਰ ਹੋਰ ਇੱਕ ਫੈਮਿਲੀ ਮਿਲ ਗਈ। ਕੁੱਤੇ ਬਿੱਲੀਆਂ ਦੀਆਂ ਵੀ ਤਾਂ ਫੈਮਲੀਆਂ ਹੁੰਦੀਆਂ ਨਹੀਂ, ਸੂਰਿਆਂ ਦੀਆਂ ਵੀ ਫੈਮਲੀਆਂ ਹੁੰਦੀਆਂ ਨੇ। ਹਾਂਜੀ, ਜਾਨਵਰ ਵੀ ਫੈਮਲੀਆਂ ਵਿੱਚ ਰਹਿੰਦੇ ਹਨ। ਕਰੇ ਅਨੇਕ ਬਨਤਾ ਸੁਤ ਤਾਤਾ। ਦੇਖੋ ਇਹਨੇ ਇੱਕ ਮਾਂ ਬਣਾਈ ਹੈ, ਇਹਨੇ ਇੱਕ ਪਿਓ ਬਣਾਇਆ, ਇੱਕ ਇਹਨਾਂ ਨੇ ਭਰਾ ਬਣਾਏ ਨੇ, ਇੱਕ ਘਰ ਵਾਲੀ ਬਣਾਈ ਆ ਕਿਤੇ ਨੇ। ਨਾਨਕ ਦਾਦਕ ਅਨੇਕ ਸੋ ਮਾਤਾ। ਦੇਖੋ ਨਾਨਕੇ ਦਾਦਕੇ ਮਾਤਾ ਕਿੰਨੀਆਂ ਇਹਦੀਆਂ ਬਣੀਆਂ, ਕਿੰਨੇ ਜਨਮਾਂ ਦੇ ਵਿੱਚ। ਸਭ ਕੋ ਛੋਰ ਛੋਰ ਚੱਲ ਜਾਏ। ਹਮੇਸ਼ਾ ਹਰ ਕੋਈ ਹਰ ਇੱਕ ਨੂੰ ਛੱਡ ਕੇ ਚਲਿਆ ਹੀ ਜਾਂਦਾ ਹੈ। ਕਿਤਹੂ ਮਰੈ ਨਾ ਕਿਤਹੂ ਜਾਈ। ਦੇਖੋ ਕਿਤਹੂ ਮਰੈ, ਕਹਿਣਗੇ ਕਿਤਹੂ, ਕਿਤੇ ਮਰਦਾ ਹੈ, ਕਿਤੇ ਜਾ ਪਹੁੰਚਦਾ ਹੈ, ਕਿਤੇ ਚਲਿਆ ਜਾਂਦਾ ਹੈ, ਕਿਤੇ ਮਰਦਾ, ਕਿਤੇ ਜਨਮ ਲੈ ਕੇ ਫੇਰ ਚਲਿਆ ਜਾਂਦਾ ਹੈ। ਬਹਰ ਨਾ ਕਬਹੂ ਆਨ ਸਮਾਰੇ। ਦੇਖੋ ਜਿਹੜੇ ਬੰਦੇ ਆਪਣੀਆਂ ਫੈਮਲੀਆਂ ਨੂੰ ਛੱਡ ਕੇ ਮਰ ਜਾਂਦੇ ਨੇ, ਉਹ ਮੁੜ ਕੇ ਤਾਂ ਨਹੀਂ ਫੈਮਿਲੀ ਦਾ ਆ ਕੇ ਹਾਲ ਚਾਲ ਪੁੱਛਦੇ ਵੀ ਭਾਈ ਤੁਸੀਂ ਠੀਕ ਹੋ। ਜੇ ਆ ਕੇ ਉਹਨਾਂ ਨੇ ਪੁੱਛ ਵੀ ਲਿਆ ਤਾਂ ਬੰਦੇ ਡਰ ਜਾਂਦੇ ਨੇ। ਉਹ ਜਿਹੜੇ ਹਾਂ ਖੰਡ ਪਾਠ ਕਰਾਉਂਦੇ ਨੇ, ਘਰ ਵੀ ਚਲਿਆ ਹੀ ਜਾਵੇ, ਇਹ ਮੁੜ ਕੇ ਆ ਕੇ ਸਾਡਾ ਹਾਲ ਪੁੱਛੀ ਜਾਂਦਾ ਹੈ। ਮਰ ਤਾਂ ਗਿਆ, ਹੁਣ ਕੀ ਹਾਲ ਪੁੱਛਣੇ ਨੇ। ਹਾਂਜੀ, ਕਈਆਂ ਨੂੰ ਜਿਹੜਾ ਹੈ ਮਰੇ ਹੋਏ ਦਿਸਣ ਲੱਗ ਜਾਂਦੇ ਨਾ ਘਰਾਂ ਵਿੱਚ, ਦਾਦੇ ਪੜਦਾਦੇ ਜਾਂ ਕੋਈ ਹੋਰ, ਉਹ ਬੰਦਿਆਂ ਦਾ ਜੀਵਨ ਹਰਾਮ ਹੋ ਜਾਂਦਾ ਹੈ। ਉਹ ਤਾਂ ਕਹਿੰਦੇ ਭਾਈ ਇਹਨਾਂ ਨੂੰ ਕੱਢੋ ਬਾਹਰ ਹੁਣ। ਤੇ ਜਿਹੜਾ ਹਨ ਇਹ ਨਾ ਸਮਝਿਓ ਕਿ ਤੁਹਾਨੂੰ ਆ ਕੇ ਉਹਨਾਂ ਨੇ ਜੇ ਹਾਲ ਚਾਲ ਪੁੱਛਿਆ ਤੁਸੀਂ ਡਰੋਗੇ ਨਹੀਂ, ਉਦੋਂ ਤਾਂ ਡਰ ਪੈਦਾ ਹੋ ਜਾਂਦਾ ਹੈ। ਮਰੇ ਹੋਏ ਬੰਦੇ ਨੂੰ ਕਹਿੰਦੇ ਉਦੋਂ ਹੀ ਕੱਢ ਕੇ ਲੈ ਜਾਓ, ਹੁਣ ਇਹਨੂੰ ਰੱਖਣਾ ਕੋਈ ਨਹੀਂ ਹੈਗਾ। ਸੋ ਇਸ ਪ੍ਰਕਾਰ ਕਰਕੇ ਕਹਿੰਦੇ ਕੋਈ ਨਹੀਂ ਆਉਂਦਾ ਹਾਲ ਚਾਲ ਪੁੱਛਣ ਵਾਸਤੇ ਹੁੰਦੇ, ਪਰ ਇਹ ਨਾ ਕਰਿਓ ਕਿਤੇ ਜਿਹੜਾ ਹਨ ਵੀ ਉਹਨੂੰ ਮਰੇ ਹੁਣ ਹੈਂਡਫੋਨ ਫੜਾ ਦਿਓ ਵੀ ਫੋਨ ਕਰ ਲਿਆ ਕਰੂ ਕਿਤੇ। ਚਾਹਤ ਨਾ ਵਿਛੜਿਓ ਹੋਤੇ ਜੇ ਪਿਆਰੇ। ਹਾਂ ਕਹਿੰਦੇ ਚਾਹਤ ਨਾ ਵਿਛੜਿਓ, ਕਹਿਣਗੇ ਜਿਹੜੇ ਪਿਆਰੇ ਹੁੰਦੇ ਨੇ ਉਹ ਤਾਂ ਜੀਵਨ ਕਾਲ ਦੇ ਵਿੱਚ ਆਪਾਂ ਵਿਛੋੜਨਾ ਨਹੀਂ ਚਾਹੁੰਦੇ, ਉਹਨਾਂ ਨੂੰ ਕੋਲੇ ਰੱਖਣਾ ਚਾਹੁੰਦੇ ਹਾਂ। ਚਾਹਤ ਨਾ ਵਿਛੜਿਓ, ਵਿਛੜਨਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੂੰ ਪਿਆਰਾ ਬਣਾਇਆ ਹੈ। ਸਨ ਬੰਧਨ ਨੌਕਾ ਸਮ ਮੇਲਾ। ਪਰ ਕਹਿੰਦੇ ਇਹ ਜਿਹੜਾ ਪਰਿਵਾਰ ਹੈ, ਇਹ ਜਿਹੜੇ ਰਿਸ਼ਤੇਦਾਰ ਹਨ, ਇਹ ਸਾਰਾ ਇੱਕ
ਐਸਾ ਮੇਲ ਹੈ ਜਿਵੇਂ ਕੋਈ ਬੋਟ ਦੇ ਉੱਤੇ ਪੈਸੇਂਜਰਸ ਮਿਲਦੇ ਹਨ। ਕਰੈ ਮੋਹ ਬਹੁ ਹੋਏ ਦੁਹੇਲਾ। ਦੇਖੋ ਜਦੋਂ ਤੱਕ ਉਹ ਸੇਲਿੰਗ ਹੁੰਦੀ ਹੈ ਉਦੋਂ ਤੱਕ ਮੇਲੇ ਬਣੇ ਰਹਿੰਦੇ, ਫਰੈਂਡਸ ਬਣ ਜਾਂਦੇ ਨੇ, ਬਹੁਤ ਪਿਆਰ ਬਣ ਜਾਂਦਾ ਆਪਸ ਵਿੱਚ। ਹੋਇ ਨਿਰਮੋਹ ਰਹੋ ਸਭ ਮਾਹੀ। ਪਰ ਨਿਰਮੋਹ ਇਸ ਤਰ੍ਹਾਂ ਰਹਿਣਾ ਚਾਹੀਦਾ ਜਿਵੇਂ ਕਿਤੇ ਇਹ ਬੋਟ ਜਦੋਂ ਪਹੁੰਚ ਜਾਂਦਾ ਹੈ ਨਾ ਜਾ ਕੇ ਕੰਢੇ ਦੇ ਉੱਤੇ, ਸਾਰੇ ਉਤਰ ਕੇ ਉਹਦੇ ਵਿੱਚੋਂ ਆਪਣੇ ਆਪਣੇ ਕੰਮਾਂ ਵਿੱਚ ਜਾ ਪੈਂਦੇ ਹਨ। ਫੇਰ ਨਹੀਂ ਕੋਈ ਯਾਦ ਕਰਦਾ ਵੀ ਇਹ ਫਲਾਣੀ ਫਲਾਈਟ 'ਚ ਮੈਨੂੰ ਇਹ ਬੰਦਾ ਮਿਲਿਆ ਸੀਗਾ, ਬੜਾ ਪਿਆਰ ਹੋ ਗਿਆ ਸੀ ਜੀ ਉਹਦੇ ਨਾਲ, ਹਾਂਜੀ ਬੜਾ ਇਹ ਹੋ ਗਿਆ ਉਹ ਹੋ ਗਿਆ। ਇਹ ਨਹੀਂ ਹੁੰਦਾ। ਜਦੋਂ ਉਤਰਦਿਆਂ ਸਭ ਕੁਝ ਭੁੱਲ ਜਾਂਦਾ, ਉਹ ਤਾਂ ਸਿਰਫ ਸਮਾਂ ਬਿਤਾਉਣ ਦੀ ਗੱਲ ਹੁੰਦੀ ਹੈ, ਪਾਸ ਟਾਈਮ ਹੁੰਦਾ ਹੈ। ਅੰਤ ਨਾ ਕੋਏ ਸੰਗ ਨਿਰਬਾਹੀ। ਇਸੇ ਤਰ੍ਹਾਂ ਹੀ ਕੋਈ ਵੀ ਅੰਤ ਵੇਲੇ ਸਹਾਈ ਨਹੀਂ ਹੁੰਦਾ ਕਿਸੇ ਦੇ, ਕੋਈ ਨਹੀਂ ਖੜਦਾ ਜੀ ਆ ਕੇ, ਕੋਈ ਨਾ ਮੋਇਆ ਮੋਇਆ ਨਾਲੇ, ਹਾਂਜੀ ਕੋਈ ਨਹੀਂ ਮਰਦਾ ਜੀ, ਕੋਈ ਨਹੀਂ ਮਰਦਾ ਮੋਇਆ ਨਾਲ, ਮਰਿਆ ਹੋਣਾ ਕੋਈ ਨਹੀਂ ਮਰਦਾ। ਕਿਸੇ ਨੂੰ ਕਹਿ ਦਈਏ ਨਾ ਭਾਈ ਜਿਵੇਂ ਵੀ ਜਿਹੜਾ ਹੈ ਵੀ ਤੂੰ ਮਰ ਜਾ, ਉਹ ਕਹਿੰਦਾ ਭਾਈ ਮੈਂ ਕਿਉਂ ਮਰਾਂ ਇਹਦੇ ਕਰਕੇ, ਹਾਂਜੀ ਵੀ ਮੈਂ ਤਾਂ ਜਿਉਣਾ ਹੈ। ਜੇ ਸਤ ਸੰਗਤ ਕਰੋ ਸਪ੍ਰੀਤੀ। ਜੇ ਸਤ ਸੰਗਤ ਪ੍ਰੀਤੀ ਨਾਲ ਕਰੀਏ, ਪ੍ਰੇਮ ਨਾਲ ਕਰੀਏ, ਤਾਂ ਹੀ ਤਾਂ ਕੰਮ ਬਣਦਾ ਹੈ ਨਾ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਈ ਸਿੱਖ ਬਣ ਗਿਆ ਤੇ ਉਹਨੇ ਬੜਾ ਪ੍ਰੇਮ ਕਰਨਾ ਸਤਿਗੁਰਾਂ ਦੇ ਨਾਲ, ਤੇ ਰਾਤ ਦਿਨ ਆ ਕੇ ਸੇਵਾ ਕਰਨੀ, ਤੇ ਕੁਝ ਕੁ ਦਿਨਾਂ ਬਾਅਦ ਜਿਹੜਾ ਸੀਗਾ ਉਹ ਨਾ ਆਇਆ, ਤੇ ਗੁਰੂ ਮਹਾਰਾਜ ਨੂੰ ਕਿਤੇ ਰਸਤੇ ਵਿੱਚ ਕਿਤੇ ਮਿਲ ਪਿਆ, ਤੇ ਮਹਾਰਾਜ ਨੇ ਪੁੱਛਿਆ ਤੂੰ ਆਉਂਦਾ ਨਹੀਂ? ਕਹਿੰਦਾ ਮੇਰੀ ਘਰਵਾਲੀ ਨਾਲ ਬੜਾ ਪ੍ਰੇਮ ਹੈ ਮੇਰਾ। ਸੋ ਇਸ ਪ੍ਰਕਾਰ ਕਰਕੇ ਮਹਾਰਾਜ ਕਹਿਣ ਲੱਗੇ ਚੰਗਾ ਤੈਨੂੰ ਬੜਾ ਪ੍ਰੇਮ ਹੈ ਆਪਣੀ ਘਰਵਾਲੀ ਦੇ ਨਾਲ? ਕਹਿੰਦਾ ਉਹ ਵੀ ਤੇਰੇ ਨਾਲ ਪ੍ਰੇਮ ਕਰਦੀ ਹੈ? ਕਹਿੰਦੇ ਬਹੁਤ ਕਰਦੀ ਹੈ। ਮਹਾਰਾਜ ਕਹਿੰਦੇ ਚੰਗਾ ਫਿਰ। ਮਹਾਰਾਜ ਨੇ ਕਹਿੰਦਾ ਤੂੰ ਹੁਣ ਪਰਤਿਆ ਕੇ ਦੇਖ ਲਈ ਆਪਣੀ ਘਰਵਾਲੀ ਨੂੰ, ਤੂੰ ਜਿਹੜਾ ਹੈ ਇਸ ਤਰ੍ਹਾਂ ਦਾ ਜਿਹੜਾ ਹੈ ਇੱਕ ਨਾਟਕ ਕਰੀ। ਮਹਾਰਾਜ ਨੇ ਉਹ ਸਿੱਖ ਨੂੰ ਜਿਹੜਾ 10ਵੇਂ ਦੁਆਰ ਪ੍ਰਾਣ ਚੜਾਉਣੇ ਸਿਖਾ ਦਿੱਤੇ। ਜਦੋਂ ਪ੍ਰਾਣ ਚੜ੍ਹਦੇ ਨੇ ਜਿਹੜੇ ਹਨ 10ਵੇਂ ਦੁਆਰ ਨੂੰ, ਆਪਣੇ ਲਾਈਫ ਫੋਰਸਸ ਕੀ ਹੁੰਦਾ ਹੈ, ਜਿਹੜਾ ਸਰੀਰ ਹੁੰਦਾ ਹੈ ਉਹ ਬ੍ਰੈਥ ਲੈਣ ਤੋਂ ਹਟ ਜਾਂਦਾ ਹੈ, ਸੋ ਬੰਦਾ ਮਰਿਆ ਹੋਇਆ ਲੱਗਦਾ ਹੈ। ਕਹਿੰਦਾ ਤੂੰ ਆਪਣਾ 10ਵੇਂ ਦੁਆਰ ਵੱਲ ਆਪਣੇ ਜਿਹੜੇ ਹਨ ਸਾਰੇ ਪ੍ਰਾਣ ਚੜਾ ਲਈ, ਤੇ ਸਾਹ ਤੇਰਾ ਬੰਦ ਹੋ ਜਾਣਾ ਹੈ, ਤੇ ਉਦੋਂ ਦੇਖੀ ਤੇਰਾ ਕੀ ਬਣਦਾ ਹੈ। ਤੇ ਇਹਨੇ ਕੀ ਕੀਤਾ, ਘਰ ਜਾ ਕੇ ਰੋਟੀ ਖਾ ਕੇ ਰਾਤ ਨੂੰ ਇਹਨੇ ਆਪਣਾ ਸਾਹ ਚੜਾ ਲਿਆ ਜੀ। ਸਾਹ ਚੜਾ ਕੇ ਜਿਹੜਾ ਹੈ ਪੈ ਗਿਆ, ਤੇ ਉਹਦੀ ਘਰਵਾਲੀ ਕਹਿੰਦੀ ਮਰ ਗਿਆ। ਹੁਣ ਉਹਦੀ ਘਰਵਾਲੀ ਸੋਚੇ, ਕਹਿੰਦੀ ਜੇ ਮੈਂ ਹੁਣ ਰੌਲਾ ਪਾਤਾ ਗੁਆਂਢੀਆਂ ਨੇ ਤਾਂ ਹੁਣ ਇਕੱਠੇ ਹੋ ਜਾਣਾ ਹੈ, ਜੇ ਇਕੱਠੇ ਹੋ ਗਏ ਤਾਂ ਕਹਿੰਦੀ ਮੈਨੂੰ ਖਾਣ ਨੂੰ ਕੁਝ ਨਹੀਂ ਮਿਲਣਾ ਇਸ ਤੋਂ ਬਾਅਦ। ਉਹਨੇ ਕੀ ਕੀਤਾ ਜੀ, ਉਹਨੇ ਰਾਤ ਨੂੰ ਜਿਹੜਾ ਸੀ ਖਾਣਾ ਰੱਜ ਕੇ ਖਾ ਕੇ ਬਹਿ ਗਈ। ਫਿਰ ਕਹਿੰਦੀ ਜੀ ਹੁਣ ਮੈਂ ਕਿਸੇ ਨੂੰ ਨਾ ਦੱਸਾਂ, ਮੈਂ ਸਵੇਰੇ ਹੀ ਦੱਸਾਂਗੀ। ਤੇ ਰਾਤ ਨੂੰ ਜਿਹੜਾ ਹੈ ਸਵੇਰੇ ਉੱਠ ਕੇ ਉਹਨੇ ਪਹਿਲਾਂ ਹੀ ਜਿਹੜਾ ਚੂਰੀ ਕੁੱਟ ਕੇ ਰੱਖ ਲਈ ਵੀ ਮੈਨੂੰ ਲੰਚ ਵੀ ਹੁਣ ਕਿਹੜੇ ਕਿਸੇ ਨੇ ਪੁੱਛਣਾ ਹੈ, ਸਾਰਿਆਂ ਨੇ ਤਾਂ ਇਹਦੇ ਵਾਸਤੇ ਰੋਈ ਜਾਣਾ ਹੈ। ਤੇ ਉਹਨੇ ਚੂਰੀ ਕੁੱਟ ਕੇ ਰੱਖ ਲਈ, ਕਹਿੰਦੀ ਵੀ ਮੈਂ ਇਹ ਜਿਹੜੀ ਚੂਰੀ ਹੈ ਫਿਰ ਮੈਂ ਸਵੇਰ ਨੂੰ ਮੂੰਹ 'ਚ ਪਾ ਲਵਾਂਗੀ ਆ ਕੇ। ਸੋ ਉਹਨੇ ਜਿਹੜਾ ਆਪਣਾ ਸਾਰਾ ਬੰਦੋਬਸਤ ਕਰ ਲਿਆ, ਤੇ ਉਸ ਵੇਲੇ ਇਹ ਤਾਂ ਜਿਹੜਾ ਲੱਗਦਾ ਤਾਂ ਮਰਿਆ ਪਿਆ, ਪਰ ਦੇਖਦਾ ਸਭ ਕੁਝ ਹੈ, ਇਹ ਦੇਖੀ ਜਾਂਦਾ ਕੀ ਹੋ ਰਿਹਾ ਹੈ। ਤੇ ਇਸ ਤਰ੍ਹਾਂ ਕਰਕੇ ਜਦੋਂ ਲੋਕ ਆਉਣ ਲੱਗੇ, ਇਹਨੇ ਜਾ ਕੇ ਬਾਹਾਂ ਧਾਹਾਂ ਮਾਰ ਦਿੱਤੀਆਂ, ਮੇਰਾ ਪਤੀ ਮਰ ਗਿਆ, ਮੇਰਾ ਪਤੀ ਮਰ ਗਿਆ, ਬਹੁਤ ਰੋਈ। ਪਹਿਲਾਂ ਤਾਂ ਜਾਂ ਸਾਰੀ ਰਾਤ ਖਾਂਦੀ ਰਹੀ ਰੱਜ ਕੇ, ਹਾਂਜੀ, ਫੇਰ ਜਾਂ ਚੂਰੀਆਂ ਬਣਾ ਕੇ ਰੱਖਦੀ ਰਹੀ, ਤੇ ਸਵੇਰੇ ਉੱਠ ਕੇ ਡਰਾਮਾ ਸ਼ੁਰੂ ਕਰਤਾ ਜੀ, ਕਹਿੰਦੇ ਮਰ ਗਿਆ ਜੀ ਮਰ ਗਿਆ ਜੀ, ਲੋਕ ਇਕੱਠੇ ਕਰ ਲਏ। ਤੇ ਇਹਨੂੰ ਜਿਹੜਾ ਅਣਫੱਟੇ ਤੇ ਪਾ ਕੇ ਲੈ ਕੇ ਚੱਲੇ। ਜਦੋਂ ਜਾ ਕੇ ਸ਼ਮਸ਼ਾਨ ਘਾਟ ਵਿੱਚ ਗਏ, ਜਦੋਂ ਜਾ ਕੇ ਉੱਥੇ ਚਿੱਖਾ ਤੇ ਰੱਖਿਆ, ਉੱਠ ਕੇ ਬਹਿ ਗਿਆ। ਤੇ ਉਹ ਬੈਠ ਕੇ ਜਿਹੜਾ ਹੈ ਘਰਵਾਲੀ ਆਈ, ਪਤੀ ਜੀ ਤੁਸੀਂ ਹੈਗੇ ਹੋ ਜੀ, ਮੈਨੂੰ ਬੜੀ ਖੁਸ਼ੀ ਹੋਈ। ਕਹਿੰਦਾ ਹਾਂ ਕੋਈ ਨਹੀਂ ਭਾਈ, ਤੂੰ ਚੂਰੀਆਂ ਖਾ ਲਈ ਜਿਹੜੀਆਂ ਵੱਟੀਆਂ ਪਈਆਂ ਹਨ, ਹਾਂਜੀ। ਸੋ ਇਸ ਪ੍ਰਕਾਰ ਕਰਕੇ ਸਤਿਗੁਰਾਂ ਨੇ ਉਹਨੂੰ ਸੱਚ ਦਿਖਾਇਆ ਵੀ ਦੇਖੋ ਇਹ ਪਰਪੰਚ ਹੈ, ਸਾਰੇ ਇੱਕ ਦੂਜੇ ਦੇ ਮਤਲਬੀ ਹਨ। ਆਪਾਂ ਨੂੰ ਹੀ ਲੱਗਦਾ ਹੈ, ਆਪਾਂ ਹੀ ਜ਼ਿਆਦਾ ਓਵਰਫੀਲ ਜਾ ਕਰ ਲੈਂਦੇ ਹਾਂ ਲੋਕਾਂ ਨੂੰ ਵੀ ਮੇਰੇ ਬਗੈਰ ਤਾਂ ਸੜਨਾ ਨਹੀਂ ਇਹਨਾਂ ਦਾ, ਇਹਨਾਂ ਨੇ ਤਾਂ ਵਿਚਾਰਿਆਂ ਨੂੰ ਰੋ ਕੇ ਹੋ ਜਾਣਾ ਇਹ ਕੰਮ, ਇਹ ਹੋ ਜਾਊਗਾ, ਆਹ ਗੱਡਾ ਖੜਾ ਇਹਨੇ ਇੱਥੇ ਖੜਾ ਰਹਿਣਾ ਹੈ, ਹਾਂਜੀ, ਆਹ ਪਰਨਾਲਾ ਲੱਗਿਆ ਇੱਥੇ ਪੈ ਜਾਣਾ ਇਹਨੇ, ਇਹਦਾ ਕੰਮ ਨਹੀਂ ਹੋਣਾ। ਭਾਈ ਦੁਨੀਆ ਤੇ ਕੋਈ ਕਿਸੇ ਦਾ ਨਹੀਂ, ਸਾਰੇ ਆਪਣੇ ਆਪਣੇ ਮਤਲਬ ਦੇ ਹਨ, ਸਾਰਿਆਂ ਨੇ ਆਪੋ ਆਪਣੇ ਕੰਮ ਕਰਨੇ ਨੇ। ਜਿਹੜਾ ਹਨ ਕਹਿੰਦੇ ਦ ਵਰਲਡ ਗੋਸ ਔਨ, ਟਾਈਮਸ ਗੋਸ ਔਨ, ਔਨ ਕਰਕੇ ਉਹ ਕੈਰੀ ਔਨ ਹੀ ਕਰ ਲੈਂਦੇ ਹਨ। ਇਤ ਉਤ ਸੋ ਨਿਰਭੈ ਹੈ ਨੀਤੀ। ਸੋ ਇਤ ਉਤ ਕਹਿੰਦੇ ਇੱਧਰ ਉੱਧਰ ਜਿਹੜੀ ਹੈ ਉਹਨਾਂ ਦੀ ਨੀਤੀ ਜਿਹੜੀ ਹੈ ਇਸ ਤਰ੍ਹਾਂ ਜੀ ਜਿਹੜੀ ਹੈ ਨਿਰਬਾਹ ਹੁੰਦੀ ਹੈ ਜੀ। ਕੋਈ ਸਤ ਸੰਗਤ ਕਰੇ ਤਾਂ ਹੀ ਤਾਂ ਇਹ ਜੀਵਨ ਦਾ ਸਵਾਦ ਮਿਲਦਾ ਹੈ। ਤਨ ਹੰਤਾ ਕੋ ਸਰਬ ਮਿਟਾਏ। ਤਨ ਹੰਤਾ, ਤਨ ਦੀ ਹੰਗਤਾ, ਤਨ ਦਾ ਹੰਕਾਰ ਖਤਮ ਹੀ ਕਰਨਾ ਚਾਹੀਦਾ ਹੈ। ਨਿਜ ਸਰੂਪ ਲਖ ਸੁਭਗਤ ਪਾਏ। ਇਸ ਕਰਕੇ ਆਪਣਾ ਨਿਜ ਸਰੂਪ ਆਤਮਾ ਸਰੂਪ ਨੂੰ ਜਾਣ ਕੇ ਹੀ ਜਿਹੜਾ ਮੁਕਤੀ ਪ੍ਰਾਪਤ ਹੁੰਦੀ ਹੈ। ਨਿਤ ਪ੍ਰਤ ਇਸ ਪ੍ਰਕਾਰ ਗੁਣ ਖਾਨੀ। ਨਿਤ ਪ੍ਰਤ ਹਰ ਰੋਜ਼ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਐਸਾ ਹੀ ਉਪਦੇਸ਼ ਸਿੱਖਾਂ ਨੂੰ ਕਰਦੇ ਹਨ, ਉਹਨਾਂ ਨੂੰ ਰੀਅਲਾਈਜੇਸ਼ਨ ਦੇਣ ਵਾਸਤੇ, ਐਨਲਾਈਟਮੈਂਟ ਦੇਣ ਵਾਸਤੇ। ਉਪਦੇਸ਼ ਹੈ ਸਿੱਖਨ ਸੁਖ ਸਾਨੀ। ਦੁੱਖ ਜਾਂ ਸੁੱਖ ਸਾਨੀ, ਸੁੱਖ ਦੇਣ ਵਾਲੇ, ਸੁੱਖਾਂ ਦੇ ਸਮੇਤ ਜਿਹੜਾ ਹਨ ਸੁੱਖਾਂ ਦੇ ਸਮੇਤ ਕਰਨ ਵਾਸਤੇ ਸਿੱਖਾਂ ਨੂੰ ਉਪਦੇਸ਼ ਕਰਦੇ ਹਨ। ਆਤਮ ਮਿਲਿਓ ਅਨਾਤਮ ਮਾਹੀ। ਦੇਖੋ ਆਤਮ ਪਰਮਾਤਮਾ ਦੀ ਪ੍ਰਾਪਤੀ ਹੈ, ਅਨਾਤਮ ਦੇ ਵਿੱਚ ਇਹ ਸਰੀਰ ਅਨਾਤਮ ਹੈ,
ਪਰ ਇਸ ਦੇ ਵਿੱਚ ਆਤਮਾ ਦੀ ਪ੍ਰਾਪਤੀ ਹੁੰਦੀ ਹੈ। ਇਹ ਸਰੀਰ ਝੂਠਾ ਹੈ, ਇਹ ਝੂਠੇ ਸਰੀਰ ਦੇ ਵਿੱਚ ਸੱਚ ਦੀ ਜਿਹੜੀ ਹੈ ਪ੍ਰਾਪਤੀ ਹੁੰਦੀ ਹੈ। ਤਿੰਨ ਕੋ ਭਿੰਨ ਭਿੰਨ ਦਿਖਲਾਹੀ, ਉਹਨਾਂ ਨੂੰ ਭਿੰਨ ਭਿੰਨ ਕਰਕੇ ਦਿਖਾਉਣਾ, ਇਹੀ ਬ੍ਰਹਮ ਗਿਆਨ ਗੁਰੂ ਨਾਨਕ ਸਾਹਿਬ ਜੀ ਬਖਸ਼ਦੇ ਹਨ ਸਿੱਖਾਂ ਨੂੰ ਵੀ ਸੱਤ ਤੇ ਅਸੱਤ ਦਾ ਨਿਰਣਾ ਕਰ ਲੋ। ਹੁਣ ਨਿਰਣੈ ਸਤ ਅਸਤ ਕੋ ਕਰਹੀ, ਜੋ ਸੱਤ ਅਸੱਤ ਦਾ ਨਿਰਣਾ ਇਸੇ ਪ੍ਰਕਾਰ ਹੁੰਦਾ ਜੋ ਗੁਰੂ ਦੇ ਉਪਦੇਸ਼ ਨੂੰ ਕਮਾਇਆ ਜਾਂਦਾ ਹੈ ਸਤ ਸੰਗਤ ਵਿੱਚ ਜਾ ਕੇ। ਹੰਤਾ ਮਮਤਾ ਸਭ ਪਰ ਹਰਿ, ਇਸ ਕਰਕੇ ਹੰਗਤਾ ਤੇ ਮਮਤਾ ਜਿਹੜੀ ਹੈ ਇਹਨੂੰ ਦੂਰ ਹੀ ਕਰਨਾ ਭਲਾਈ ਹੈ, ਚੰਗਿਆਈ ਹੈ। ਸੁਣ ਉਪਦੇਸ਼ ਹਿਰਦੇ ਜਿਨ ਧਾਰਾ, ਇਹ ਉਪਦੇਸ਼ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਆਪ ਸੁਣ ਕੇ ਆਪਣੇ ਹਿਰਦੇ ਵਿੱਚ ਧਾਰਨ ਕੀਤਾ। ਹੇ ਸਰਤੋ ਜਣੋ, ਜੋ ਵੀ ਤੁਸੀਂ ਇਹ ਕਥਾ ਸੁਣ ਰਹੇ ਹੋ, ਜੇ ਤੁਸੀਂ ਇਹ ਉਪਦੇਸ਼ ਨੂੰ ਲੈ ਕੇ ਆਪਣੇ ਹਿਰਦੇ ਵਿੱਚ ਧਾਰੋਗੇ ਤਾਂ ਫਿਰ ਮੁਕਤ ਉਚਿਤ ਨਰ ਭਏ ਹਜ਼ਾਰਾ, ਫਿਰ ਜਿਹੜਾ ਹਨ ਮੁਕਤ ਦੇ ਤੁਸੀਂ ਕੁਆਲੀਫਾਈਡ ਹੋਵੋਗੇ, ਤੁਹਾਨੂੰ ਮੁਕਤੀ ਮਿਲੇਗੀ ਜਿਸ ਤਰ੍ਹਾਂ ਹਜ਼ਾਰਾਂ ਨੂੰ ਮਿਲੀ ਹੈ। ਕਿਰਪਾ ਦ੍ਰਿਸ਼ਟ ਦੇਖੇ ਜਗ ਸਾਈਂ, ਕਿਰਪਾ ਦੇ ਦ੍ਰਿਸ਼ਟੀ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਵੱਲ ਦੇਖਦੇ ਹਨ, ਕਿਰਪਾ ਕਰਦੇ ਹਨ। ਕਹੈ ਸ਼ਬਦ ਜਿਉ ਦ્વੈਤ ਮਿਟਾਈ, ਮਹਾਰਾਜ ਜੀ ਸ਼ਬਦ ਦਾ ਉਚਾਰਨ ਕਰਦੇ ਜੀ ਕਹਿੰਦੇ ਦੁਬਦਾ ਮਿਟ ਜਾਂਦੀ ਹੈ। ਢਿੱਡ ਅਭਿਆਸ ਸਿੱਖ ਮਨ ਹੋਵਾ, ਦੇਖੋ ਫਿਰ ਦ੍ਰਿੜ ਅਭਿਆਸ ਦ੍ਰਿੜ ਪੱਕਾ ਹੋ ਜਾਂਦਾ ਸਿੱਖਾਂ ਦੇ ਵਿੱਚ। ਇਹ ਫੇਤ ਸ਼ਰਧਾ ਬਣ ਜਾਂਦੀ ਹੈ। ਸੱਚਾਈ ਨੂੰ ਜਾਣ ਕੇ ਸੱਚਾਈ ਤੋਂ ਡਰਨਾ ਨਹੀਂ, ਸੱਚਾਈ ਨੂੰ ਐਕਸੈਪਟ ਕਰਨਾ ਹੈ, ਉਹਨੂੰ ਜਿਹੜਾ ਹਨ ਐਕਸੈਪਟ ਕਰਕੇ ਕਮਾਈ ਕਰਨੀ ਹੈ। ਮਰਨੇ ਤੋਂ ਡਰਨਾ ਨਹੀਂ, ਮਰਨਾ ਤਾਂ ਅਵਸ਼ ਹੈ ਪਰ ਮਰਨਾ ਉਹ ਮਰਨਾ ਹੈ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਤੇ ਹੀ ਪਾਈਐ ਪੂਰਨ ਪਰਮਾਨੰਦ। ਸੋ ਐਸਾ ਜਿਹੜਾ ਮਰਨਾ ਚਾਹੀਦਾ ਹੈ। ਜਨਮ ਮਰਨ ਬੰਧਨ ਖੋਵਾ, ਜਨਮ ਤੇ ਮਰਨ ਦੇ ਜਿਹੜੇ ਬੰਧਨ ਹਨ ਉਹ ਸਾਰੇ ਜਿਹੜੇ ਹਨ ਗਵਾਚ ਜਾਂਦੇ ਹਨ, ਮਿਟ ਜਾਂਦੇ ਹਨ। ਸੋ ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਿੱਖਾਂ ਪ੍ਰਤੀ ਉਪਦੇਸ਼ ਕਰਦੇ ਹਨ। ਇਹੀ ਉਪਦੇਸ਼ ਆਪਾਂ ਨੂੰ ਵੀ ਕਮਾਉਣਾ ਚਾਹੀਦਾ ਹੈ। ਢਿੱਡ ਅਭਿਆਸ ਸਿੱਖ ਮਨ ਹੋਵਾ, ਜਨਮ ਮਰਨ ਬੰਧਨ ਕੋ ਖੋਵਾ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਸਿੱਖਨ ਉਪਦੇਸ਼ ਪ੍ਰਸੰਗ ਵਰਣਨੰ ਨਾਮ 53ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।